ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸ਼ਲੋਕ ਮਹਲਾ ਪਹਿਲਾ। ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨ ਕੋਏ, ਪਹਿਲਾਂ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉ ਕਰ ਰਖੀਐ ਸੂਤਕ ਪਵੈ ਰਸੋਏ, ਨਾਨਕ ਸੂਤਕ ਏਵ ਨ ਉਤਰੈ ਗਿਆਨ ਉਤਾਰੇ ਧੋਏ। ਮਹਲਾ ਪਹਿਲਾ। ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ, ਅੱਖੀਂ ਸੂਤਕ ਵੇਖਣਾ ਪਰਤਿਐ ਪਰ ਤਨ ਰੂਪ। ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਖਾਹੈ, ਨਾਨਕ ਹੰਸਾ ਆਦਮੀ ਬੱਧੇ ਜਮਪੁਰ ਜਾਹੈ। ਮਹਲਾ ਪਹਿਲਾ। ਸਭੋ ਸੂਤਕ ਭਰਮ ਹੈ ਦੂਜੈ ਲੱਗੈ ਜਾਏ, ਜੰਮਣ ਮਰਣਾ ਹੁਕਮ ਹੈ ਭਾਣੈ ਆਵੈ ਜਾਏ। ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨ ਰਿਜ਼ਕ ਸੰਭਾਹੇ, ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੂਤਕ ਨਾਹੇ। ਪੌੜੀ। ਸਤਿਗੁਰ ਵੱਡਾ ਕਰ ਸਾਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁਠੈ ਨੌ ਨਿਧ ਪਾਈਆਂ। ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁਠੈ ਤਾਂ ਨੌ ਨਿਧ ਪਾਈਆਂ, ਸਹਿ ਤੁਠੈ ਨੌ ਨਿਧ ਪਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਦਾਸੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰਦੇ ਗੁਰਮੁਖ ਸੱਜਣੋ ਅਤੇ ਗੁਰੂ ਖਾਲਸਾ ਜੀਓ, ਆਪ ਜੀ ਦੇ ਚਰਨਾਂ 'ਚ ਬੰਦਨਾ ਨਮਸਕਾਰ। ਆਪਣੀ ਤੁੱਛ ਬੁੱਧੀ ਅਨੁਸਾਰ ਅੱਜ ਦੀ ਲੜੀਵਾਰ ਆਸਾ ਕੀ ਵਾਰ ਦੀ ਵਿਚਾਰ ਹਾਜ਼ਰ ਹੈ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਫਰਮਾਉਨੇ, ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਭਾਈ ਜੇ ਸੂਤਕ ਦੀ ਗੱਲ ਪੰਡਤ ਦੀ ਮੰਨਣੀ ਹੈ ਤਾਂ ਫਿਰ ਹਰ ਜਗ੍ਹਾ ਹੀ ਸੂਤਕ ਹੈ। ਤੈ ਮੈਨੇ ਜਗ੍ਹਾ ਸਭ ਤੈ ਸੂਤਕ ਹੋਏ, ਫਿਰ ਤਾਂ ਹਰ ਜਗ੍ਹਾ ਹੀ ਸੂਤਕ ਹੋ ਰਿਹਾ। ਸੂਤਕ ਜੰਮਣ ਨੂੰ ਕਹਿੰਦੇ, ਜੰਮਣ ਦੇ ਨਾਲ ਜਿਹੜੀ ਪਵਿੱਤਰਤਾ ਜੁੜੀ ਹੋਈ ਹੈ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਗੋਹੇ 'ਚ ਵੀ ਜਿਹਦੇ ਨਾਲ ਤੂੰ ਲਿਪਦਾ ਪੁੱਚਾ ਕਰਦਾ ਚੌਂਕੇ ਨੂੰ, ਲੱਕੜੀਆਂ ਜਿਹੜੀਆਂ ਭਾਵੇਂ ਧੋ ਕੇ ਵੀ ਤੂੰ ਜਲਾਉਣਾ ਪੰਡਿਤ ਜੀ, ਉਹਨਾਂ ਦੇ ਵਿੱਚ ਵੀ ਕੀੜਾ ਹੁੰਦਾ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਈ, ਅੰਨ ਦੇ ਜਿੰਨੇ ਵੀ ਦਾਣੇ ਆ ਉਹਨਾਂ ਵਿੱਚ ਵੀ ਜੀਵਨ ਹੈ। ਕਿਵੇਂ? ਇਹਨੂੰ ਸਸਪੈਂਡਡ ਐਨੀਮੇਸ਼ਨ ਕਹਿੰਦੇ ਆ। ਜਿਵੇਂ ਪਾਰਲੀਮੈਂਟ ਜਦੋਂ ਇਜਲਾਸ ਨਹੀਂ ਹੁੰਦੀ ਤਾਂ ਉਹ ਉਦੋਂ ਵੀ ਹੈ, ਉਹਨੂੰ ਸਸਪੈਂਡਡ ਐਨੀਮੇਸ਼ਨ ਕਿਹਾ ਜਾਂਦਾ ਹੈ। ਜਾਂ ਕੋਈ ਰੌਲਾ ਰੱਪਾ ਪੈ ਜਾਏ, ਪਾਰਲੀਮੈਂਟ ਨਾ ਚੱਲਦੀ ਹੋਵੇ, ਰਾਸ਼ਟਰਪਤੀ ਉਹਨੂੰ ਕੁਛ ਚਿਰ ਖਾਤਰ ਉਹਦੇ ਜਿਹੜੇ ਅਧਿਕਾਰ ਹੈ ਉਹ ਖੋਹ ਲੈਂਦਾ, ਰਹਿੰਦੀ ਉਹ ਹੈ, ਉਹਨੂੰ ਸਸਪੈਂਡਡ ਐਨੀਮੇਸ਼ਨ ਕਹਿੰਦੇ। ਤਾਂ ਦਾਣਿਆਂ ਦੇ ਵਿੱਚ ਵੀ ਜੀਵ ਹੁੰਦਾ। ਜਾਂ ਦਾਣੇ ਨੂੰ ਮਿੱਟੀ ਨਾਲ ਦਾਣਾ ਲੱਗਦਾ ਹੈ, ਮਿੱਟੀ 'ਚ ਬੀਜਿਆ ਜਾਂਦਾ, ਪਾਣੀ ਲੱਗਦਾ ਹੈ, ਹਵਾ ਹੁੰਦੀ ਹੈ, ਰੁੱਤ ਹੁੰਦੀ ਹੈ, ਉਹਦੇ ਵਿੱਚੋਂ ਫਿਰ ਬੂਟਾ ਨਿਕਲਿਆ ਹੁੰਦਾ ਅਤੇ ਜੀਵ ਤਾਂ ਉਹਦੇ ਵਿੱਚ ਹੀ ਹੋਇਆ ਨਾ। ਤਾਂ ਦਾਣਿਆਂ ਨੂੰ ਜਦ ਪੀਸ ਕੇ ਆਪਾਂ ਖਾਂਦੇ ਹਾਂ ਪੰਡਿਤ ਜੀ, ਉਹਦੇ ਵਿੱਚ ਵੀ ਫਿਰ ਤਾਂ ਸੂਤਕ ਹੈ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਸਭ ਤੋਂ ਪਹਿਲਾਂ ਪਾਣੀ ਵਿੱਚ ਜ਼ਿੰਦਗੀ ਹੈ। ਪਾਣੀ ਇਟਸੈਲਫ ਵੀ ਜ਼ਿੰਦਗੀ ਹੈ, ਕਿਉਂਕਿ ਇਹਦੇ ਨਾਲ ਹਰ ਇੱਕ ਬੰਦਾ ਹਰਿਆ ਭਰਿਆ ਹੁੰਦਾ, ਜਿਉਂਦਾ ਰਹਿੰਦਾ। ਔਰ ਜਿਹੜਾ ਡਾਰਵਿਨ ਦੀ ਥਿਊਰੀ ਹੈ ਸਾਇੰਸ ਦੇ ਵਿੱਚ,
ਉਹਦੇ ਮੁਤਾਬਕ ਵੀ ਸਭ ਤੋਂ ਪਹਿਲਾਂ ਜਿਹੜੀ ਜ਼ਿੰਦਗੀ ਆ ਉਹ ਪਾਣੀ 'ਚ ਪੈਦਾ ਹੋਈ ਹੈ। ਅਮੀਬਾ, ਪੈਰਾਮੀਸ਼ੀਅਮ ਵਰਗੇ ਇੱਕ ਸੈੱਲ ਵਾਲੇ ਜਿਹੜੇ ਜੀਵ ਹੈ ਅੱਖ ਨਾਲ ਦਿਖਦੇ ਨਹੀਂ, ਉਹ ਸਭ ਤੋਂ ਪਹਿਲਾਂ ਪਾਣੀ 'ਚ ਪੈਦਾ ਹੋਏ। ਔਰ ਜਿਹੜਾ ਜੀਵਾਂ ਦਾ DNA ਹੈ ਇੱਕ ਸੈੱਲ ਵਾਲਿਆਂ ਦਾ ਵੀ, ਉਹ ਵੀ ਪਾਣੀ ਦੇ ਨਾਲ ਹੀ ਬਣਿਆ। ਪਾਣੀ ਦੇ ਨਾਲ ਕੁਛ ਪ੍ਰੋਟੀਨ ਖਾਸ ਹਾਲਤ ਵਿੱਚ ਮਿਲਦੇ ਹੈ, ਉਹ ਫਿਰ ਜਿਉਂਦੀ ਚੀਜ਼ ਬਣ ਜਾਂਦੀ ਹੈ। ਜਿਵੇਂ ਵਾਇਰਸਿਸ ਹੁੰਦੇ ਆ, ਬਾਹਰ ਉਹ ਮਰੇ ਹੋਏ ਹੁੰਦੇ ਆ, ਲੇਕਿਨ ਜਦ ਵੀ ਉਹ ਕਿਸੇ ਸਰੀਰ ਨਾਲ ਜੁੜਦੇ ਆ ਜਿੱਥੇ ਉਹਨਾਂ ਨੇ, ਜਿਹੜਾ ਉਹਨਾਂ ਦਾ ਹੋਸਟ ਹੁੰਦਾ ਹੈ, ਜਿੱਥੇ ਉਹਨਾਂ ਨੇ ਪਣਪਣਾ ਹੁੰਦਾ, ਬਿਮਾਰੀ ਪੈਦਾ ਕਰਨੀ ਹੁੰਦੀ ਹੈ, ਉਹ ਜਿਉਂਦੇ ਹੋ ਜਾਂਦੇ, ਬਹੁਤ ਤੇਜ਼ੀ ਨਾਲ ਵੱਧਦੇ ਆ। ਫਿਰ ਉਹ ਜਿਉਂਦੀ ਚੀਜ਼ ਦੀ, ਲਿਵਿੰਗ ਦੀ ਔਰ ਨਾਨ ਲਿਵਿੰਗ ਜਿਹੜੀਆਂ ਚੀਜ਼ਾਂ ਉਹਨਾਂ ਦੇ ਵਿਚਾਲੇ ਦੀ ਕੜੀ ਹੈ। ਤੋ ਐਸੇ ਤਰੀਕੇ ਨਾਲ ਜਿਹੜਾ ਪਾਣੀ ਹੈ ਇਹ ਵਿਚਾਲੇ ਦੀ ਕੜੀ ਹੈ, ਹਰ ਇੱਕ ਜੀਵ ਨੂੰ ਜ਼ਿੰਦਗੀ ਬਖਸ਼ਦਾ ਹੈ। ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੈ ਰਸੋਏ। ਕਿੱਥੇ ਕਿੱਥੇ ਸੂਤਕ ਤੋਂ ਬਚੋਗੇ, ਰੱਖੋਗੇ ਭਾਈ? ਰਸੋਈ ਵਿੱਚ ਵੀ ਸੂਤਕ ਹੈ, ਕਿਉਂਕਿ ਉੱਥੇ ਵੀ ਪਾਣੀ, ਆਟਾ ਵਗੈਰਾ ਵਰਤਿਆ ਜਾਂਦਾ। ਸੂਤਕ ਦੇ ਨਾਲ ਇੱਕ ਸ਼ਬਦ ਪਾਤਕ ਵੀ ਆਉਂਦਾ ਹੈ ਵਿਚਾਰ ਵਿੱਚ, ਗੁਰਬਾਣੀ 'ਚ ਵੀ ਹੈ। ਪਾਤਕ ਹੁੰਦਾ ਜਦੋਂ ਕੋਈ ਪ੍ਰਾਣੀ ਮਰਦਾ ਹੈ ਤਾਂ ਉਸ ਦੇ ਘਰ ਵਿੱਚ ਕੁਝ ਦਿਨਾਂ ਖਾਤਰ ਪੰਡਿਤ ਕਿਸੇ ਖਾਸ ਤਰੀਕੇ ਦੇ ਨਾਲ ਉਹਨੂੰ ਕਹਿੰਦਾ ਵੀ ਇੱਥੇ ਪਾਤਕ ਹੈ, ਇਸ ਘਰ ਵਿੱਚ ਜਾਣਾ ਨਹੀਂ ਹੈ। ਬੰਦਸ਼ਾਂ ਲਾ ਦਿੰਦੇ, ਤਾਗਾ ਜਿਹਾ ਪਾ ਦਿੰਦੇ ਵੀ ਇੰਨੇ ਦਿਨ ਤੁਸੀਂ ਇਸ ਘਰ 'ਚ ਨਹੀਂ ਜਾਣਾ। ਤੋ ਸੂਤਕ ਪਾਤਕ ਮਨ ਦਾ ਹੀ ਭਰਮ ਹੈ। ਨਾਨਕ ਸੂਤਕ ਏਵ ਨਾ ਉਤਰੈ, ਗਿਆਨ ਉਤਾਰੇ ਧੋਏ। ਪਾਤਸ਼ਾਹ ਫਰਮਾਉਂਦੇ, ਸ੍ਰੀ ਗੁਰੂ ਜੀ ਦਾ ਬਚਨ ਹੈ ਬਈ ਇਹ ਸੂਤਕ ਭਾਈ ਐਕਣ ਨਹੀਂ ਉਤਰਨੇ ਹੈ, ਇਹਨਾਂ ਨੂੰ ਤਾਂ ਗਿਆਨ ਉਤਾਰੂਗਾ। ਜੇ ਗਿਆਨ ਪੈਦਾ ਹੋ ਗਿਆ, ਗਿਆਨ ਵੀ ਜੇ ਕਿਤੇ ਵਿਵੇਕ ਗਿਆਨ ਪੈਦਾ ਹੋ ਜਾਏ, ਫਿਰ ਇਹਨਾਂ ਦੀ ਕੋਈ ਅਹਿਮੀਅਤ ਨਹੀਂ ਹੈ ਸੂਤਕ ਪਾਤਕ ਦੀ। ਮਹੱਲਾ ਪਹਿਲਾ। ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ। ਸ੍ਰੀ ਗੁਰੂ ਜੀ ਇਹ ਬਤਾ ਰਹੇ हैं, ਦੱਸ ਰਹੇ हैं, ਫਰਮਾ ਰਹੇ हैं ਬਈ ਮਨ ਦਾ ਸੂਤਕ ਹੈ ਜਿਹੜਾ, ਉਹ ਤਾਂ ਲੋਭ ਹੈ ਭਾਈ। ਪੰਡਤ ਜੀ ਉਹ ਤਾਂ ਤੂੰ ਤਿਆਗਦਾ ਨਹੀਂ ਹੈ। ਜੇਬਾ ਦਾ ਸੂਤਕ ਕੂੜ ਹੈ, ਝੂਠ ਬੋਲਦਾ ਹੈ, ਨਿੰਦਿਆ ਕਰਦਾ ਹੈ, ਇਹਨੂੰ ਤੂੰ ਛੱਡਦਾ ਨਹੀਂ। ਔਰ ਇੱਕ ਹੋਰ ਜਗ੍ਹਾ ਗੁਰਬਾਣੀ 'ਚ ਫਰਮਾਨ ਹੈ, ਮਨ ਕਾ ਸੂਤਕ ਦੂਜਾ ਭਾਉ। ਆ ਜਿਹੜੀ ਡੁਐਲਿਟੀ 'ਚ ਤੂੰ ਫਸਿਆ ਵਾ, ਲੋਕਾਂ ਨੂੰ ਫਸਾ ਰਿਹਾ ਹੈ ਇੱਕ ਨੂੰ ਛੱਡ ਕੇ, ਇਹ ਵੀ ਤੇਰਾ ਸੂਤਕ ਹੈ। ਇਹ ਦੂਜਾ ਭਾਅ ਹੈ ਜਿਹੜਾ, ਇਹ ਸੂਤਕ ਹੈ। ਸੋ ਗੁਰਬਾਣੀ ਦੇ ਅਲੱਗ ਅਲੱਗ ਜਗ੍ਹਾ ਉਹੀ ਚੀਜ਼ ਨੂੰ ਅਲੱਗ ਤਰੀਕੇ ਨਾਲ ਬਿਆਨਿਆ ਵਾ ਹੁੰਦਾ। ਇਸੇ ਕਰਕੇ ਜਿਹੜੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਬਾਤ ਦੁਹਰਾਉਂਦੇ ਹੁੰਦੇ ਵਿਸਤ੍ਰਿਤ ਦੀ ਗੁਰਬਾਣੀ ਦੀ, ਸਮੱਗਰ ਗੁਰਬਾਣੀ ਦੀ, ਉਹ ਇਹੀ ਚੀਜ਼ ਹੈ ਵੀ ਹੁਣ ਜੇ ਕੋਈ ਇਸੇ ਗੱਲ ਨੂੰ ਪਕੜ ਕੇ ਬਹਿ ਜਾਵੇ ਗੁਰਬਾਣੀ ਦੀ, ਤੋਂ ਕਹਿ ਵੀ ਮਨ ਕਾ ਸੂਤਕ ਲੋਭ ਹੈ, ਬਈ ਮਨ ਦਾ ਸੂਤਕ ਦਾ ਲੋਭ ਹੈ ਭਾਈ। ਗੁਰਬਾਣੀ ਦੀ ਗੱਲ ਹੈ, ਸੱਚ ਹੈ। ਪਰ ਇਹ ਸੱਚ ਨੇ ਜਦ ਆਪਾਂ ਦੂਜੀ ਗੱਲ ਰੱਖ ਦੇਣੀ ਸਾਹਮਣੇ, ਉਦੋਂ ਫਿਰ ਸਮੁੱਚਾ ਸੱਚ ਬਣਨਾ। ਮਨ ਕਾ ਸੂਤਕ ਦੂਜਾ ਭਾਉ। ਇਸ ਤਰੀਕੇ ਨਾਲ ਗੁਰਬਾਣੀ ਅਲੱਗ ਅਲੱਗ ਜਗ੍ਹਾ ਜਿਹੜੇ ਸਾਨੂੰ ਸੰਦੇਸ਼ ਦਿੰਦੀ ਹੈ, ਉਹਦੇ ਸਾਹਮਣੇ ਰੱਖ ਕੇ ਸਾਰੇ ਫਿਰ ਕੋਈ ਨਿਰਣਾ ਬਣ ਸਕਦਾ ਮਨ 'ਚ। ਅੱਖੀਂ ਸੂਤਕ ਵੇਖਣਾ, ਪਰ ਤ੍ਰੇਹ ਪਰ ਧਨ ਰੂਪ। ਅੱਖਾਂ ਦਾ ਵੀ ਸੂਤਕ ਹੈ, ਦੂਜਿਆਂ ਨੂੰ, ਦੂਜੀਆਂ ਔਰਤਾਂ ਵੱਲ ਤੱਕਣਾ, ਦੂਜੇ ਰੂਪ ਨੂੰ ਤੱਕਣਾ, ਧਨ ਨੂੰ ਤੱਕਣਾ, ਲੋਭ ਦੇ ਵਿੱਚ ਇਹ ਵੀ ਸੂਤਕ ਹੈ। ਇਹ ਤਾਂ ਪੰਡਿਤ ਜੀ ਤੇਰਾ ਸੂਤਕ ਹਟਦਾ ਨਹੀਂ। ਕੰਨੀ ਸੂਤਕ ਕੰਨ ਪੈ, ਲਾਤ ਵਾਰੀ ਖਾਹੇ। ਹੁਣ ਕੰਨਾਂ ਦਾ ਸੂਤਕ ਕਿਹੜਾ? ਚੁਗਲੀ, ਦੂਜੇ ਦੀ ਸੁਣਨੀ, ਨਿੰਦਿਆ ਸੁਣਨੀ, ਇਹਨਾਂ ਤੋਂ ਵੀ ਕੰਨ ਤੇਰੇ ਪਿੱਛੇ ਨਹੀਂ ਹਟਦੇ, ਇਹਨਾਂ ਵਿੱਚ ਵੀ ਸੂਤਕ ਹੈ। ਨਾਨਕ ਹੰਸਾ ਆਦਮੀ ਬੱਧੇ ਜੰਮਪੁਰ ਜਾਹੇ। ਪਾਤਸ਼ਾਹ ਫਰਮਾਉਂਦੇ ਵੀ ਹੰਸਾਂ ਵਰਗੇ ਆਦਮੀ, ਹੰਸਾ ਬਹੁਵਚਨ ਹੈ ਹੰਸ ਦਾ, ਹੰਸਾਂ ਵਰਗੇ ਆਦਮੀ ਜਮਾਂ ਦੇ ਨਾਲ ਬੰਨੇ ਹੋਏ ਜੰਮਪੁਰੀ ਨੂੰ ਜਾਂਦੇ। ਕਿਉਂਕਿ ਪੰਡਤ ਜੀ ਤੂੰ ਨਾਮ ਦਾ ਉਪਦੇਸ਼ ਨਹੀਂ ਦੇ ਰਿਹਾ ਇਹਨਾਂ ਨੂੰ, ਨਾ ਤੇਰੇ ਆਪਣੇ ਅੰਦਰ ਨਾਮ ਹੈ, ਤੂੰ ਡੁਐਲਿਟੀ 'ਚ ਫਸਿਆ ਤੇ ਡੁਐਲਿਟੀ 'ਚ ਪਾ ਰਿਹਾ। ਤੇਰੇ ਸੂਤਕ ਅੱਖ, ਕੰਨ, ਨੱਕ ਹਰ ਇੱਕ ਜਗ੍ਹਾ ਫਸਿਆ ਹੋਇਆ। ਲੋਕਾਂ ਨੂੰ ਤੂੰ ਸੂਤਕ ਦੀਆਂ ਵਿਚਾਰਾਂ ਦਿੰਦਾ, ਪਾਤਕ ਦੀਆਂ ਵਿਚਾਰਾਂ ਦਿੰਦਾ। ਮਹੱਲਾ ਪਹਿਲਾ। ਸਭੋ ਸੂਤਕ ਭਰਮ ਹੈ, ਦੂਜੇ ਲੱਗੇ ਜਾਏ।
ਸਾਰਾ ਹੀ ਸੂਤਕ ਦੀ ਵਿਚਾਰ ਜਿੰਨੀ ਵੀ ਹੈ, ਈਵਨ ਪਾਤਕ ਦੀ ਵੀ ਵਿਚਾਰ, ਇਹ ਭਰਮ ਹੈ। ਇਹ ਡੁਐਲਿਟੀ 'ਚ ਪੈਣ ਦੀ ਗੱਲ ਹੈ। ਪੰਡਤ ਡੁਐਲਿਟੀ 'ਚ ਹੈ। ਜੰਮਣਾ ਮਰਨਾ ਹੁਕਮ ਹੈ ਭਾਈ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਹ ਤਾਂ ਉਹਦਾ ਹੁਕਮ ਹੈ ਜਿਹੜਾ ਜੰਮਣ ਮਰਨਾ, ਤੂੰ ਇਹਨੂੰ ਸੂਤਕ ਦੱਸਦਾ। ਨਹੀਂ ਪੰਡਤ ਜੀ, ਇਹ ਇੱਕ ਨਹੀਂ ਹੈ। ਸੂਤਕ ਤਾਂ ਉਹ ਹੈ ਜਿਹੜੇ ਪਾਤਸ਼ਾਹ ਨੇ ਉੱਪਰ ਦੱਸੇ ਹੈ। ਅੱਖਾਂ ਦਾ ਸੂਤਕ ਹੈ, ਦੂਜੇ ਦਾ ਲੋਭ ਨਾਲ ਦੇਖਣਾ ਧਨ ਰੂਪ ਨੂੰ, ਤ੍ਰਿਆ ਨੂੰ। ਤੋ ਕੰਨਾਂ ਦੇ ਨਾਲ ਚੁਗਲੀ ਸੁਣਨੀ, ਨਿੰਦਿਆ ਸੁਣਨੀ, ਇਹ ਸੂਤਕ ਹੈ। ਇਸੀ ਕਰਕੇ ਜਿਹੜੇ ਹੰਸਾਂ ਵਰਗੇ ਆਦਮੀ ਹੈ, ਰੱਬ ਦਾ ਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹ ਜਮਾਂ ਦੁਆਰਾ ਮਾਰ ਪੈਂਦੀ ਜੰਮਪੁਰੀ ਨੂੰ ਲਿਜਾਏ ਜਾਂਦੇ ਇੱਥੋਂ ਪਕੜ ਕੇ। ਕਾਹਤੋਂ? ਕਿਉਂਕਿ ਡੁਐਲਿਟੀ 'ਚ ਇੱਕ ਨਾਲ ਨਹੀਂ ਜੁੜੇ ਹੋਏ। ਪੰਡਤ ਜੀ ਤੈਂ ਤਾਂ ਆਪ ਵੀ ਉਹੀ ਰਸਤਾ ਪਕੜ ਲਿਆ, ਦੁਨੀਆ ਨੂੰ ਵੀ ਉਹੀ ਪਕੜਾ ਰਿਹਾ, ਦੂਜੇ ਵਾਲਾ। ਤਾਂ ਫਿਰ ਦੇਖ ਲਓ ਅੱਗੇ ਕਿਆ ਬਣਨਾ ਕਿਆ ਹੈ। ਫਿਰ ਮਹਲਾ ਪਹਿਲਾ, ਸਭੋ ਸੂਤਕ ਭਰਮ ਹੈ, ਦੂਜੇ ਲੱਗੇ ਜਾਏ। ਸੋ ਇਹ ਸਾਰਾ ਕੁਝ ਸੂਤਕ ਹੈ ਭਾਈ, ਭਰਮ ਹੈ ਜਿੰਨਾ ਵੀ ਹੈ। ਜੰਮਣਾ ਵੀ ਮਰਨਾ ਵੀ ਇਹ ਤਾਂ ਹੁਕਮ ਹੈ ਉਹਦਾ। ਔਰ ਇਸ ਹੁਕਮ ਦੇ ਵਿੱਚੋਂ ਆਪਣੇ ਭਾਣੇ ਅਨੁਸਾਰ ਜਿਹਨੂੰ ਕਿਸੇ ਨੂੰ ਕੱਢਣਾ ਹੈ, ਉਹਨੂੰ ਗੁਰੂ ਦਾ ਮਿਲਾਪ ਵੀ ਕਰਾ ਦਿੰਦਾ। ਅੱਗੇ ਬਾਤ ਆ ਰਹੀ ਹੈ ਗੁਰੂ ਨੂੰ ਮਿਲਣ ਦੀ। ਫਿਰ ਖਾਣਾ ਪੀਣਾ ਪਵਿੱਤਰ ਹੈ, ਦਿੱਤੋ ਨੂੰ ਰਿਜ਼ਕ ਸੰਭਾਹੇ। ਖਾਣਾ ਪੀਣਾ ਛੱਡਣਾ ਨਹੀਂ ਪੰਡਤ ਜੀ, ਇਹ ਤਾਂ ਪਵਿੱਤਰ ਹੈ। ਇਹ ਸਾਨੂੰ ਰਿਜ਼ਕ ਦੇ ਰੂਪ 'ਚ ਪਰਮਾਤਮਾ ਨੇ ਦਿੱਤਾ ਜਿਉਂਦੇ ਰਹਿਣ ਖਾਤਰ। ਪਰ ਉਹ ਖਾਣਾ ਨਹੀਂ ਖਾਣਾ ਨਾ, ਹੋਰ ਖਾਣਾ ਖੁਸ਼ੀ ਖੁਆਰ, ਜਿਹਦੇ ਨਾਲ ਸਾਡੀ ਖੁਸ਼ੀ ਵੀ ਚਲੇ ਜਾਵੇ ਅਤੇ ਤਨ ਦੇ ਵਿੱਚ ਵਿਕਾਰ ਵੀ ਚੱਲੇ। ਐਸਾ ਖਾਣਾ ਜਿਹੜਾ ਉਸ ਤੋਂ ਵਰਜਿਆ, ਨਸ਼ਿਆਂ ਤੋਂ ਵਰਜਿਆ। ਲੇਕਿਨ ਜਿਹੜਾ ਜਿਉਂਦੇ ਰਹਿਣ ਖਾਤਰ ਇਹ ਖਾਣਾ ਹੈ ਸਾਦਾ, ਉਹ ਤਾਂ ਪਵਿੱਤਰ। ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੀ। ਜਿਨ੍ਹਾਂ ਨੇ ਗੁਰੂ ਦੇ ਅਨੁਸਾਰੀ ਹੋ ਕੇ, ਗੁਰੂ ਦੇ ਰਾਹੀਂ ਗੁਰੂ ਦੀ ਉਪਦੇਸ਼ ਸੁਣ ਕੇ ਇਸ ਨੂੰ ਬੁੱਝ ਲਿਆ ਗੱਲ ਨੂੰ, ਉਹਨਾਂ ਨੂੰ ਕੋਈ ਸੂਤਕ ਨਹੀਂ ਲੱਗਦਾ, ਕੋਈ ਪਾਤਕ ਨਹੀਂ ਲੱਗਦਾ ਪੰਡਤ ਜੀ। ਭੁਲੇਖੇ 'ਚ ਨਾ ਪਾ ਲੋਕਾਂ ਨੂੰ। ਪੌੜੀ, ਸਤਿਗੁਰ ਵੱਡਾ ਘਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਤਿਗੁਰੂ ਨੂੰ ਵੱਡਾ ਕਰਕੇ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਕਿਉਂਕਿ ਗੁਰੂ ਜਿਹੜਾ ਹੁੰਦਾ ਹੈ, ਸਤਿਗੁਰੂ, ਉਹ ਪਰਮਾਤਮਾ ਹੁੰਦਾ ਹੈ, ਪਰਮਾਤਮਾ ਵਰਗਾ ਹੁੰਦਾ ਹੈ। ਗੁਰ ਨਾਰਾਇਣ ਦਈ ਗੁਰ, ਗੁਰ ਸੱਚਾ ਸਿਰਜਣਹਾਰ। ਤੋ ਪਰਮਾਤਮਾ ਗੁਰੂ ਹੈ, ਗੁਰੂ ਪਰਮਾਤਮਾ, ਕੋਈ ਭੇਦ ਨਹੀਂ ਹੈ ਇਹਦੇ 'ਚ। ਉਹਦੇ ਵਿੱਚ ਹੀ ਵੱਡੀਆਂ ਵਡਿਆਈਆਂ, ਸਭ ਕੁਛ ਸਤਿਗੁਰੂ ਹੀ ਹੈ। ਪਰਮਾਤਮਾ ਨੇ ਆਪਣਾ ਇੱਕ ਰੂਪ ਸਰੀਰ ਦੇ ਰੂਪ 'ਚ ਲਿਆ ਕੇ ਲੋਕਾਂ ਦੇ ਸਾਹਮਣੇ, ਖਲਕਤ ਦੇ ਸਾਹਮਣੇ ਲਿਆ ਦਿੱਤਾ ਸਮਝਾਉਣ ਖਾਤਰ। ਅਤੇ ਨਾਲ ਫਿਰ ਇਹ ਵੀ ਦੱਸ ਦਿੱਤਾ ਵੀ ਗੁਰੂ ਤਾਂ ਗੁਰੂ ਜਿਹੜਾ ਉਹ ਸਰੀਰ ਹੈ, ਉਹਦੇ ਵਿੱਚ ਜਿਹੜਾ ਸ਼ਬਦ ਵਸਿਆ ਵਾ, ਨਾਮ ਹੈ, ਉਹੀ ਗੁਰੂ ਹੈ ਭਾਈ। ਸਹਿ ਮੇਲੇ ਤਾਂ ਨਜ਼ਰੀ ਆਈਆਂ। ਜੇ ਪਰਮਾਤਮਾ ਸਾਨੂੰ ਸਤਿਗੁਰੂ ਨਾਲ ਮਿਲਾ ਦੇਵੇ ਤਾਂ ਇਹ ਨਜ਼ਰ ਆਉਂਦੀਆਂ ਜਿਹੜੀਆਂ ਵਡਿਆਈਆਂ ਪਰਮਾਤਮਾ ਦੀਆਂ, ਸਤਿਗੁਰੂ ਦੀਆਂ। ਹੁਣ ਸਤਿਗੁਰੂ ਦਾ ਮਿਲਾਪ ਬਾਰ ਬਾਰ ਗੁਰਬਾਣੀ 'ਚ ਇਹ ਬਾਤ ਆ ਰਹੀ ਹੈ ਬਈ ਆਪਣੇ ਆਪ ਤੋਂ ਨਹੀਂ ਹੈ। ਜਿਹਨੂੰ ਪਰਮਾਤਮਾ ਚਾਹੇ ਉਹਨੂੰ ਸਤਿਗੁਰੂ ਮਿਲਦਾ, ਅਦਰਵਾਈਜ਼ ਨਹੀਂ ਮਿਲਦਾ। ਭਾਵੇਂ ਕੋਲੇ ਬੈਠੇ ਰਹੋ, ਸਾਰੀ ਉਮਰ ਕੋਲ ਵੀ ਬੈਠੇ ਰਹੋ, ਤਾਂ ਵੀ ਨਹੀਂ ਸਤਿਗੁਰੂ ਨੇ ਮਿਲਣਾ। ਪਵਿੱਤਰਤਾ ਆ ਜਾਏਗੀ ਉਹਦੀ ਆਭਾ 'ਚ ਜਾਣ ਕਰਕੇ, ਲੇਕਿਨ ਜਿਹੜੀ ਅੰਦਰ ਤੋਂ ਬਦਲਾਓ ਹੈ, ਜਿਹੜਾ ਇੱਕ ਦੇ ਨਾਲ ਮਿਲਣ ਦੀ ਗੱਲ ਹੈ, ਵਿਵੇਕ ਬੁੱਧੀ ਪ੍ਰਗਟ ਹੋਣ ਦੀ ਗੱਲ ਹੈ, ਉਹ ਨਹੀਂ ਆਏਗੀ। ਜੇ ਕਿਰਪਾ ਕਰ ਦੇਵੇ ਤਾਂ ਸਤਿਗੁਰੂ ਮਿਲ ਸਕਦਾ, ਦੂਰ ਬੈਠਾ ਵੀ ਮਿਲ ਸਕਦਾ। ਜਾਂ ਤੇ ਸੁਭਾਣਾ ਤਾਂ ਮਨ ਵਸਾਈਆਂ। ਜੇ ਉਹਨੂੰ ਭਾ ਜਾਵੇ, ਪਰਮਾਤਮਾ ਨੂੰ, ਗੁਰੂ ਨੂੰ, ਤਾਂ ਇਹ ਵਡਿਆਈਆਂ ਸਾਡੇ ਮਨ 'ਚ ਵਸ ਸਕਦੀਆਂ। ਉਹਦੀ ਸਿਫਤ ਸਲਾਹ ਸਾਨੂੰ ਕਰਨੀ ਆ ਸਕਦੀ ਹੈ, ਜਿਹੜੀ ਕਿ ਆਉਂਦੀ ਨਹੀਂ ਹੈ। ਗੁਰੂ ਹਮੇਸ਼ਾ, ਪਰਮਾਤਮਾ ਹਮੇਸ਼ਾ, ਜਦ ਉਹਦੀ ਵਡਿਆਈ ਕੋਈ ਕਰਦਾ, ਆਪਣੇ ਆਪ ਨੂੰ ਨੀਵਾਂ ਕਰਕੇ ਹੁੰਦੀ ਹੈ, ਹਉਮੈ ਟੁੱਟਣ ਨਾਲ ਹੁੰਦੀ ਹੈ। ਫਿਰ ਗੁਰੂ ਜਾਂ ਪਰਮਾਤਮਾ ਖੁਸ਼ ਹੋ ਕੇ ਸਿਰਫ ਪਰਮਾਤਮਾ ਦੀ ਵਡਿਆਈ ਕਰਕੇ ਫਿਰ ਉਹਦਾ ਅੰਦਰ ਬਦਲਦਾ, ਫਿਰ ਉਹਨੂੰ ਗੁਰੂ ਦਾ ਮਿਲਾਪ ਕਰਾਉਂਦਾ।
ਜਿੰਨਾ ਚਿਰ ਗੁਰੂ ਦਾ ਮਿਲਾਪ ਨਹੀਂ ਹੈ, ਬੰਦੇ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਉਂਦੀ ਵੀ ਪਰਮਾਤਮਾ ਵੱਡਾ ਹੈ, ਮੈਂ ਉਹਦੀਆਂ ਸਿਫਤਾਂ ਕਰਨੀਆਂ, ਮੈਂ ਡਿਊਅਲਟੀ 'ਚ ਨਾ ਪਵਾਂ, ਮੈਂ ਕਰਮ ਕਾਂਡ ਨਾ ਕਰਾਂ। ਕਰਮ ਕਾਂਡ ਮਹਿਜ ਭਰਮ ਹੈ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਆਪਣੇ ਹੁਕਮ ਅਨੁਸਾਰ ਮੱਥੇ ਦੇ ਉੱਤੇ, ਸਿਰ ਦੇ ਉੱਤੇ ਹੱਥ ਧਰ ਕੇ ਸਾਡੀਆਂ ਬੁਰਾਈਆਂ ਨੂੰ ਕੱਢ ਦਿੰਦਾ। ਨਾਮ ਦਾ ਅੰਦਰ ਵਾਸਾ ਹੋ ਜਾਂਦਾ, ਨਾਮ ਚੱਲ ਪੈਂਦਾ, ਸ਼ਬਦ ਵੱਜ ਜਾਂਦਾ ਅੰਦਰ। ਮਨ ਵਿੱਚ ਨਾਮ ਚੱਲ ਪੈਂਦਾ ਹੈ, ਹਿਰਦੇ ਦੇ ਵਿੱਚ ਸ਼ਬਦ ਵੱਜ ਜਾਂਦਾ। ਸਹਿਤ ਉੱਠੈ ਨੌ ਨਿਧ ਪਾਈਆਂ। ਜਦੋਂ ਪਰਮਾਤਮਾ ਸਾਡਾ ਮਾਲਕ ਖੁਸ਼ ਹੋ ਜਾਏ, ਫਿਰ ਅਸੀਂ ਇਹਨਾਂ ਨੌ ਨਿਧੀਆਂ ਨੂੰ ਪ੍ਰਾਪਤ ਕਰ ਸਕਦੇ ਹਾਂ। ਇੱਥੇ ਨੌ ਨਿਧੀਆਂ ਤੋਂ ਮੁਰਾਦ ਦੁਨਿਆਵੀ ਨਹੀਂ ਹੈ ਸਾਧ ਸੰਗਤ ਜੀ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਇਹ ਨੌ ਨਿਧੀਆਂ ਪ੍ਰਭੂ ਦੇ ਨਾਂ ਨੂੰ ਹੀ ਕਿਹਾ ਜਾਂਦਾ ਹੈ। ਜਿਹੜੀਆਂ ਦੁਨਿਆਵੀ ਨੌ ਨਿਧੀਆਂ ਹੈ, ਉਹ ਤਾਂ ਸੁਨਿਆਰਾਂ ਕੋਲ ਵੀ ਹੁੰਦੀਆਂ। ਜਿਹੜੇ ਜੌਹਰੀ ਹੁੰਦੇ, ਹੀਰੇ ਮੋਤੀਆਂ ਦੇ ਵਪਾਰ ਕਰਦੇ, ਉਹਨਾਂ ਕੋਲ ਤਾਂ ਨਾਮ ਨਹੀਂ ਹੁੰਦਾ ਕਿਸੇ ਵੇਲੇ ਨੂੰ ਛੱਡ ਕੇ। ਤਾਂ ਉਹਨਾਂ ਦੀ ਵਿਚਾਰ ਨਹੀਂ ਗੁਰਬਾਣੀ 'ਚ ਆ ਰਹੀ ਹੈ। ਇਸ ਤਰ੍ਹਾਂ ਨੌ ਨਿਧੀਆਂ ਰੱਬ ਦੇ ਨਾਂ ਨੂੰ ਕਿਹਾ ਜਾਂਦਾ ਹੈ। ਰੱਬ ਦਾ ਨਾਂ ਪ੍ਰਗਟ ਹੀ ਉੱਥੇ ਹੁੰਦਾ ਜਿੱਥੇ ਸਹਿਤ ਉੱਠ ਜਾਵੇ। ਸਾਡਾ ਮਾਲਕ, ਸਾਡਾ ਪ੍ਰਭੂ, ਉਹ ਵਾਹਿਗੁਰੂ ਸਾਡੇ ਉੱਤੇ ਕਿਰਪਾ ਕਰ ਦੇਵੇ। ਨੌ ਨਿਧੀਆਂ ਦੀ ਵਿਚਾਰ ਆਉਂਦੀ ਹੈ ਬਹੁਤ ਜਗ੍ਹਾ ਗੁਰਬਾਣੀ 'ਚ। ਦੁਨਿਆਵੀ ਜਿਹੜੀਆਂ ਨੌ ਨਿਧੀਆਂ, ਉਹਨਾਂ ਦੀ ਵਿਚਾਰ ਇੱਕ ਜੁਦਾ ਅੱਜ ਦਿਨ ਵਿੱਚ ਦਾ ਆਸਰਾ ਹੁਣ ਦੇਖੂਗਾ ਥੋੜ੍ਹਾ ਬਹੁਤ ਟਾਈਮ ਤੱਕ, ਜੇ ਕਰ ਸਕਿਆ। ਉਹਨਾਂ ਦੀ ਵਿਚਾਰ ਵੀ ਕਰਾਂਗੇ, ਪਰ ਉਹ ਸਿਰਫ ਸਮਝਣ ਖਾਤਰ ਹੈ। ਸਿੱਖ ਵਾਸਤੇ ਨੌ ਨਿਧੀਆਂ ਕੇਵਲ ਔਰ ਕੇਵਲ ਨਾਮ, ਇਸ ਤੋਂ ਵੱਧ ਕੁਛ ਨਹੀਂ ਹੈ। ਜਿੰਨੀਆਂ ਵੀ ਨਿਧੀਆਂ ਵਿੱਚੋਂ ਵੀ ਅੱਗੇ ਰਿਧੀਆਂ, ਇਹ ਸਾਰੀਆਂ ਹੀ ਪ੍ਰਭੂ ਦੇ ਨਾਮ ਦੇ ਵਿੱਚ ਹੀ ਆ ਜਾਂਦੀਆਂ। ਹਾਥੀ ਦੇ ਪੈੜ ਦੇ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ ਜਾਨਵਰਾਂ ਦੀਆਂ। ਸਭ ਤੋਂ ਵੱਡੀ ਪੈੜ ਹਾਥੀ ਦੀ ਹੁੰਦੀ ਹੈ। ਤਾਂ ਪ੍ਰਭੂ ਦੇ ਨਾਂ ਦੇ ਵਿੱਚ ਭਾਈ ਇਹ ਨੌ ਨਿਧੀਆਂ ਆਪਣੇ ਆਪ ਆ ਜਾਂਦੀਆਂ। ਜਿਹਦੇ ਅੰਦਰ ਨਾਮ ਪ੍ਰਗਟ ਹੋ ਗਿਆ, ਉਹਨੂੰ ਇਹਨਾਂ ਦੀ ਲੋੜ ਵੀ ਨਹੀਂ ਪੈਂਦੀ। ਇਹ ਤਾਂ ਸਗੋਂ ਬੇਨਤੀਆਂ ਕਰਦੀਆਂ ਫਿਰਦੀਆਂ ਵੀ ਸਾਤੋਂ ਕੋਈ ਕੰਮ ਲਓ ਜੀ। ਲੇਕਿਨ ਜਿਹੜਾ ਉਹ ਪੁਰਸ਼ ਹੁੰਦਾ ਜਿਹਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ, ਉਹ ਕਹਿੰਦਾ ਤੁਸੀਂ ਪਰੇ ਰਹੋ, ਤੁਹਾਡੀ ਮੈਨੂੰ ਲੋੜ ਨਹੀਂ ਹੈ, ਮੈਨੂੰ ਤਾਂ ਨਾਮ ਦੀ ਉਹ ਲੋੜ ਹੈ। ਸਮਾਪਤੀ ਕਰੀਏ ਵਿਚਾਰ ਨੂੰ। ਕੋਈ ਗਲਤ ਬਿਆਨੀ ਹੋ ਜਾਂਦੀ ਹੈ, ਕਈ ਵਾਰ ਬੰਦਾ ਭੁੱਲਣਹਾਰ ਜੋ ਹੋਇਆ, ਬਖਸ਼ ਦਿਓ। ਗੁਰੂ ਸਾਹਿਬ ਬਖਸ਼ਦੇ ਹੈ, ਸੰਗਤ ਵੀ ਬਖਸ਼ਣਹਾਰ ਹੈ। ਦਿਓ ਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਦੇ ਗੁਰਮੁਖ ਸੱਜਣੋਂ, ਆਪ ਜੀ ਨਾਲ ਇਹ ਵਿਚਾਰ ਸਾਂਝੀ ਕਰਨੀ ਹੈ। ਅਕਸਰ ਗੁਰਬਾਣੀ 'ਚ ਇਹਨਾਂ ਦਾ ਜ਼ਿਕਰ ਆਉਂਦਾ, ਰਿਧੀਆਂ, ਸਿਧੀਆਂ ਅਤੇ ਨਿਧੀਆਂ। ਮੋਟੇ ਤੌਰ 'ਤੇ ਤਾਂ ਆਪਾਂ ਜਾਣਦੇ ਹਾਂ ਵੀ ਇਹ ਸੰਸਾਰ ਦੇ ਵਿੱਚ ਚੰਗੀਆਂ ਚੀਜ਼ਾਂ ਗਿਣੀਆਂ ਜਾਂਦੀਆਂ, ਪਰ ਬਰੀਕੀ ਨਾਲ ਦੇਖੀਏ ਤਾਂ ਕਿਹਨੂੰ ਕਿਆ ਕਿਹਾ ਜਾਂਦਾ ਹੈ। ਨਿਧੀ ਕਿਹੜੀ ਹੈ? ਨਿਧੀ ਦਾ ਮਤਲਬ ਹੁੰਦਾ ਖਜ਼ਾਨਾ। ਮੋਟੇ ਤੌਰ 'ਤੇ 9 ਨਿਧੀਆਂ ਗਿਣੀਆਂ ਜਾਂਦੀਆਂ ਸੰਸਾਰੀ ਤੌਰ ਪਰ। ਇੱਕ ਤਾਂ ਹੁੰਦੀ ਹੈ ਪਦਮ। ਪਦਮ ਹੁੰਦਾ ਜਿਹੜਾ ਸੋਨੇ ਚਾਂਦੀ ਦਾ ਆਪਣੇ ਕੋਲ ਹੋਣਾ। ਮਹਾਪਦਮ ਹੀਰੇ ਜਵਾਹਰਾਤਾਂ ਦਾ ਆਪਣੇ ਕੋਲ ਹੋਣਾ। ਸ਼ੰਖ, ਸੋਹਣੇ ਸੋਹਣੇ ਕੱਪੜੇ ਤੇ ਚੰਗੇ ਚੰਗੇ ਖਾਣੇ। ਚੌਥੀ ਹੁੰਦੀ ਹੈ ਮਕਰ, ਸ਼ਸਤਰ ਵਿੱਦਿਆ 'ਚ ਨਿਪੁੰਨਤਾ ਹੋ ਜਾਣੀ, ਰਾਜ ਦਰਬਾਰ 'ਚ ਮਾਣ ਮਿਲਣਾ, ਉਹਨੂੰ ਮਕਰ ਕਹਿੰਦੇ। ਇਹ ਸਭ ਨਿਧੀਆਂ ਹੈ। ਪੰਜਵੀਂ ਹੈ ਕੱਛਪ, ਅਨਾਜ ਦਾਣੇ ਦੀ ਸੌਦਾਗਰੀ ਕਰਕੇ ਅਮੀਰੀ ਹੋਣੀ। ਛੇਵੀਂ ਕੁੰਦ, ਸੋਨੇ ਦੀ ਸੌਦਾਗਰੀ ਕਰਨੀ, ਯਾਨੀ ਲੈਣ ਦੇਣ ਕਰਨਾ। ਸੋਨਾ ਹੋਣਾ ਪਦਮ ਵਿੱਚ ਹੈ, ਸੋਨੇ ਦੀ ਸੌਦਾਗਰੀ ਕੁੰਦ ਵਿੱਚ ਹੈ। ਨੀਲ, ਮੂੰਗੇ ਮੋਤੀ ਦੀ ਸੌਦਾਗਰੀ ਨੂੰ ਕਹਿੰਦੇ ਆ। ਇੱਕ ਹੁੰਦੀ ਹੈ ਮੁਕੰਦ, ਕੋਮਲ ਕਲਾਵਾਂ, ਜਿਵੇਂ ਰਾਗ ਵਿਦਿਆ, ਇਸ ਤਰ੍ਹਾਂ ਦੀਆਂ ਬਹੁਤ ਕੋਮਲ ਕਲਾਵਾਂ ਜਿਹੜੀਆਂ ਉਹ ਆਪਣੇ ਕੋਲ ਹੋਣੀਆਂ। ਨੌਵੀਂ ਹੈ ਵਰਤ ਜਾਂ ਖਰਬ, ਇਹ ਹਰ ਕਿਸਮ ਦੀ ਅਮੀਰੀ ਹੋਣੀ ਆਪਣੇ ਕੋਲ, ਉਹਨੂੰ ਕਹਿੰਦੇ ਆ। ਇਹ 9 ਨਿਧੀਆਂ ਹੈ ਸਾਧ ਸੰਗਤ ਜੀ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਲੇਕਿਨ ਫਲਸਫੇ ਦੇ ਵਿੱਚ, ਗੁਰਬਾਣੀ ਦੇ ਵਿੱਚ
ਇਹ 9 ਨਿਧੀਆਂ ਨਾਮ ਖਾਤਰ ਹੀ ਵਰਤੀਆਂ ਜਾਂਦਾ ਸ਼ਬਦ। ਜਿਹਦੇ ਕੋਲ ਨਾਮ ਹੈ ਉਹਦੇ ਕੋਲ ਸਾਰੀਆਂ ਨਿਧੀਆਂ ਆ ਜਾਂਦੀਆਂ। ਔਰ ਇਹ ਵੀ ਬਾਤ ਹੈ ਬਈ ਨਿਧੀਆਂ ਤੋਂ ਅੱਗੇ ਰਿਧੀਆਂ ਕਿਹੜੀਆਂ ਫਿਰ 9 ਰਿਧੀਆਂ ਹੁੰਦੀਆਂ। ਜਿਹੜੀ ਸਾਡੀ ਮਹਾਪਦਮ ਇੱਕ ਨਿਧੀ ਹੈ, ਦੂਜੇ ਨੰਬਰ ਤੇ ਆਈ ਮਹਾਪਦਮ, ਉਹਦੇ ਵਿੱਚ 9 ਅੱਗੇ ਹੋਰ ਰਿਧੀਆਂ ਹੈ। ਰਿਧੀਆਂ ਦਾ ਮਤਲਬ ਹੁੰਦਾ ਹੈ ਕੀਮਤੀ ਰਤਨ ਹੀਰੇ ਜਵਾਹਰਾਤ। ਗੁਰਬਾਣੀ 'ਚ ਇਹਨਾਂ ਦਾ ਵੀ ਹਵਾਲਾ ਆਉਂਦਾ, ਜਿਵੇਂ ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਾਂ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਤਾਂ ਇਹ ਜਿਹੜੇ ਹੀਰੇ ਮੋਤੀ ਹੈ ਇਹ ਸਾਰੇ ਇੱਕ ਖਾਸ ਕਿਸਮ ਦਾ ਨਾਮ ਹੈ। ਇਹਨਾਂ ਦਾ 9 ਕਿਸਮ ਦੇ ਜਿਹੜੇ ਹੈ ਇਹਨਾਂ ਨੂੰ ਰਿਧੀ ਕਿਹਾ ਜਾਂਦਾ। ਰਿਧੀ ਪਹਿਲੀਆਂ ਜਿਹੜੀਆਂ ਗਿਣੀਆਂ ਸੀ ਆਪਾਂ ਨੇ ਉਹ ਨੰਨੇ ਨਾਲ ਨਿਧੀਆਂ ਸੀਗੀਆਂ, ਹੁਣ ਰਿਧੀਆਂ ਦੀ ਵਿਚਾਰ ਚੱਲ ਰਹੀ ਹੈ। ਰਿਧੀ ਦਾ ਮਤਲਬ ਹੁੰਦਾ ਹੈ ਅਲੱਗ ਅਲੱਗ ਕਿਸਮ ਦੇ ਰਤਨ। ਉਹ ਕਿਹੜੇ ਕਿਹੜੇ 9 ਕਿਸਮ ਦੇ ਰਤਨ? ਇੱਕ ਤਾਂ ਹੁੰਦੇ ਮੋਤੀ ਜਿਹੜੇ ਸਿੱਪੀਆਂ 'ਚ ਸਮੁੰਦਰ 'ਚੋਂ ਨਿਕਲਦੇ ਆ, ਇੱਕ ਹੁੰਦੇ ਮੂੰਗੇ ਪਰਵਾਲੇ, ਇਹ ਵੀ ਸਮੁੰਦਰ 'ਚੋਂ ਨਿਕਲਦੇ ਆ। ਬਾਕੀ ਹੈ ਖਾਸ ਕਿਸਮ ਦੇ ਪੱਥਰ ਜਿਹੜੇ ਖਾਣਾਂ 'ਚੋਂ ਨਿਕਲਦੇ ਆ, ਧਰਤੀ 'ਚੋਂ। ਪੰਨਾ, ਜਿਹਨੂੰ ਐਮੀਰਾਲਡ ਕਿਹਾ ਜਾਂਦਾ ਅੰਗਰੇਜ਼ੀ 'ਚ, ਇਹ ਹਰੇ ਰੰਗ ਦਾ ਪੱਥਰ ਹੁੰਦਾ ਹੈ। ਮਾਣਕ, ਲਾਲ ਰੰਗ ਦੀ ਮਣੀ ਜਿਹਨੂੰ ਰੂਬੀ ਕਹਿੰਦੇ, ਲਾਲ ਵੀ ਕਹਿੰਦੇ, ਐਸੀ ਲਾਲ ਤੁਝ ਬਿਨ ਕੌਣ ਕਰੇ। ਇਹ ਲਾਲ ਸ਼ਬਦ ਮਣੀ ਤੋਂ ਹੈ, ਲਾਲ ਰੰਗ ਦੀ ਹੁੰਦੀ ਹੈ। ਪੰਜਵਾਂ ਹੈ ਗੋਮੇਦ, ਇਹ ਵੀ ਇੱਕ ਮਣੀ ਹੁੰਦੀ ਹੈ। ਤੇ 6ਵਾਂ ਹੈ ਹੀਰਾ। ਇਹ ਕਈ ਰੰਗਾਂ 'ਚ ਸਭ ਤੋਂ ਕਰੜੀ ਵਸਤੂ ਹੁੰਦੀ ਹੈ, ਕਾਰਬਨ ਦੀ ਬਣੀ ਹੋਈ ਹੁੰਦੀ ਹੈ। ਔਰ ਇਹ ਬਹੁਤ ਕੀਮਤੀ ਜਿਹੜਾ ਸਭ ਤੋਂ ਹੈ ਉਹ ਕੋਹੇ ਨੂਰ ਹੀਰਾ ਗਿਣਿਆ ਜਾਂਦਾ ਸੀ, ਜਿਹੜਾ ਦੱਖਣ ਦੇ ਵਿੱਚੋਂ ਆਂਧਰਾ ਪ੍ਰਦੇਸ਼ 'ਚੋਂ ਨਿਕਲਿਆ ਸੀਗਾ। ਔਰ ਉਹ ਕਈ ਦੇਸ਼ਾਂ 'ਚੋਂ ਦੀ ਹੁੰਦਾ ਹੋਇਆ ਹੁਣ ਸ਼ਾਇਦ ਪਲੰਗ ਵਿੱਚ ਜੜਿਆ ਹੋਇਆ ਮਹਾਰਾਣੀ ਦੇ, ਇੰਗਲੈਂਡ ਦੀ। ਅੱਗੇ ਹੈ ਪੁਖਰਾਜ, ਜਿਹਨੂੰ ਟੋਪਾਜ਼ ਕਹਿੰਦੇ। ਇਹ ਪੁਖਰਾਜ ਕਈ ਰੰਗਾਂ 'ਚ ਹੁੰਦਾ। ਇੱਕ ਖਾਸ ਰੰਗ ਇਹਦਾ ਯੈਲੋਇਸ਼ ਬਰਾਊਨ ਹੁੰਦਾ। ਅੱਗੇ ਹੈ ਲੈਸੋਨੀਆ। ਲੈਸੋਨੀਆ ਤੋਂ 9ਵੀਂ ਕਿਸਮ ਹੈਗੀ ਨੀਲਮ, ਜਿਹਨੂੰ ਸੈਫਾਇਰ ਕਹਿੰਦੇ। ਇਹ ਨੀਲੇ ਰੰਗ ਦੀ ਮਣੀ ਹੁੰਦੀ ਹੈ। ਤੇ ਇਹ ਜਿਹੜੇ ਪ੍ਰਮੁੱਖ 9 ਰਤਨ ਹੈ, ਇਹ ਰਤਨ ਨੂੰ ਜਵਾਹਰ ਵੀ ਕਿਹਾ ਜਾਂਦਾ ਹੈ। ਜਿਹੜਾ ਇਹਨਾਂ ਦਾ ਵਪਾਰ ਕਰਦਾ ਉਹਨੂੰ ਜੌਹਰੀ ਕਿਹਾ ਜਾਂਦਾ ਹੈ। ਹੀਰਾ ਕਿਸਕਾ ਬਾਪੜਾ ਪੁੱਜੇ ਨਾ ਰਤਨ ਕਰੋੜ। ਇਹ ਤੋਂ ਆਪਾਂ ਨੇ ਇਹਦੀ ਵਿਚਾਰ ਸਮਝਣੀ ਹੈ ਵੀ ਹੀਰਾ ਵੀ ਇੱਕ ਰਤਨ ਹੁੰਦਾ ਤਾਂ ਕਰੋੜਾਂ ਰਤਨ ਵੀ ਹੋ ਜਾਏ ਤਾਂ ਇੱਕ ਹੀਰੇ ਦੀ ਤਾਂ ਗੱਲ ਹੀ ਕਿਹੜੀ ਹੈ, ਉਹ ਵੀ ਨਾਮ ਦੇ ਬਰਾਬਰ ਨਹੀਂ ਪੁੱਜ ਸਕਦੇ। ਉਹ ਰਤਨ ਕੀਮਤੀ ਪੱਥਰ ਹੁੰਦੇ, ਜਾਂ ਸਮੁੰਦਰ 'ਚ ਪੈਦਾ ਹੋਏ ਵੇ ਹੁੰਦੇ ਜੀਵਾਂ ਤੋਂ, ਸਿੱਪੀਆਂ ਤੋਂ। ਔਰ ਇਹ ਜਿਹੜੇ ਰਤਨ ਹੈ ਇਹਨਾਂ ਨਾਲ ਇੱਕ ਹੋਰ ਧਾਰਨਾ ਜੁੜੀ ਵੀ ਹੁੰਦੀ ਹੈ ਵੀ ਸਾਡੇ ਜਿਹੜੇ ਦੁੱਖ ਕਲੇਸ਼ ਹੈ ਉਹ ਇਹਨਾਂ ਦੇ ਧਾਰਨ ਕਰਨ ਨਾਲ ਹਟ ਜਾਂਦੇ ਆ। ਇਹ ਇੱਕ ਗਲਤ ਫਹਿਮੀ ਹੈ ਹਿੰਦੂ ਜਗਤ ਵਿੱਚ ਬਹੁਤ ਹੈ। ਜੋਤਸ਼ੀ ਇਸੇ ਦਾ ਖੱਟਿਆ ਖਾਂਦੇ, ਤਰ੍ਹਾਂ ਤਰ੍ਹਾਂ ਦੇ ਨਾਗ ਮੁੰਦਰੀਆਂ 'ਚ ਪਵਾ ਕੇ ਦਿੰਦੇ ਲੋਕਾਂ ਨੂੰ। ਪਰ ਗੁਰਬਾਣੀ ਦਾ ਫਰਮਾਨ ਇਹ ਹੈ ਵੀ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਇਹ ਰੋਗ ਕਿਸੇ ਗ੍ਰਹਿਾਂ ਕਰਕੇ ਨਹੀਂ ਆਉਂਦੇ, ਇਹ ਆਪਣੇ ਕਰਮਾਂ ਕਰਕੇ। ਜਦੋਂ ਰੱਬ ਤੋਂ ਭੁੱਲ ਕੇ ਬੰਦਾ ਟੁੱਟਿਆ ਰਹਿੰਦਾ ਉਦੋਂ ਇਹ ਰੋਗ ਪੈਦਾ ਹੁੰਦੇ। ਸੋ ਇਹਨਾਂ ਦੇ ਪਿੱਛੇ ਅਲੱਗ ਅਲੱਗ ਮਾਨਤਾਵਾਂ ਹੈ, ਲੋਕ ਵੀ ਫਸੇ ਹੋਏ ਆ ਇਹਨਾਂ 'ਚ। ਇੱਕ 10 ਰੁਪਏ ਦਾ ਨਗ 10 ਹਜ਼ਾਰ 'ਚ ਵੇਚਿਆ ਜਾਂਦਾ ਹੈ ਜੋਤਸ਼ੀਆਂ ਦੁਆਰਾ। ਇਸ ਕਰਕੇ ਸਿੱਖ ਵਾਸਤੇ ਤਾਂ ਸਾਰਾ ਕੁਝ ਨਾਮ ਹੈ ਤਾਂ ਸਹੀ। ਇਹ ਨਹੀਂ ਹੈ ਵੀ ਇਹਨਾਂ ਦੀ ਮਤਲਬ ਐਗਜ਼ਿਸਟੈਂਸ ਨਹੀਂ ਹੁੰਦੀ ਹੈ। ਨਿਧੀਆਂ ਸਿੱਧੀਆਂ ਦੀ ਐਗਜ਼ਿਸਟੈਂਸ ਤਾਂ ਹੈਗੀ ਹੈ, ਪਰ ਸਿੱਖ ਵਾਸਤੇ ਨਾਮ ਹੀ ਸਭ ਕੁਛ ਹੈ। ਇਹ ਜਿਹੜੀਆਂ ਦੁਨਿਆਵੀ ਚੀਜ਼ਾਂ ਹੈ ਇਹਨਾਂ ਦੀ ਵਰਤੋਂ ਮਾੜੀ ਨਹੀਂ ਹੈ। ਜੇ ਵਰਤੋਂ ਮਾੜੀ ਕਰਦਾ ਬੰਦਾ ਫਿਰ ਇਹ ਮਾੜੀਆਂ ਗਿਣਨੀਆਂ। ਤਾਂ ਗੁਰੂ ਸਾਹਿਬ ਦਸ਼ਮੇਸ਼ ਜੀ ਦੇ ਮੁੰਦਰੀ ਦੇ ਵਿੱਚ ਵੀ ਨਗ ਲੱਗਿਆ ਵਾ ਸੀਗਾ। ਨਗ ਵੀ ਇਹਨਾਂ ਨੂੰ ਹੀ ਕਹਿੰਦੇ, ਰਤਨਾਂ ਨੂੰ। ਕਲਗੀਆਂ ਵਿੱਚ ਵੀ ਨਗ ਲੱਗਦੇ ਆ।
ਪਲੰਘਾਂ ਵਿੱਚ ਵੀ ਲੱਗਦੇ ਆ। ਜੇ ਇਹਨਾਂ ਦੀ ਵਰਤੋਂ ਜਿਹੜੀ ਸ਼ੋਅ ਕਰਦਾ ਬੰਦਾ ਜਾਂ ਮਨ ਵਿੱਚ ਹੰਕਾਰ ਪੈਦਾ ਹੁੰਦਾ, ਮਾਣ ਵੀ ਹਾਂ ਮੇਰੇ ਕੋਲ ਇੰਨਾ ਕੁਛ ਆ, ਉਹ ਮਾੜਾ ਹੈ। ਅਗਰ ਵਰਤੋਂ ਕਰੀ ਜਾਂਦੀ ਹੈ ਦੈਨ ਇਟਸ ਆਲ ਰਾਈਟ। ਜੇ ਕਿਸੇ ਕੋਲ ਮੋਤੀ ਹੈਗੇ, ਹੀਰੇ ਹੈਗੇ ਹੈ, ਜਵਾਹਰਾਤ ਹੈਗੇ ਹੈ, ਕੋਈ ਬੁਰਾਈ ਵਾਲੀ ਗੱਲ ਨਹੀਂ ਹੈ। ਜਿਵੇਂ ਸੋਨਾ ਬੁਰਾ ਨਹੀਂ ਹੈ, ਉਹੀ ਚੀਜ਼ ਇਹ ਹੈ। ਤੋ ਜਿਹੜੀ ਦੂਜੀ ਨਿਧੀ ਹੈ ਮਹਾਪਦਮ, ਉਹਦੇ ਵਿੱਚ ਉਹਦੇ ਤਹਿਤ ਆਉਂਦੇ ਆ ਹੀਰੇ ਜਵਾਹਰਾਤ 9 ਕਿਸਮ ਦੇ, ਜਿਹੜੇ ਉੱਪਰ ਗਿਣੇ। ਔਰ ਗੁਰਬਾਣੀ 'ਚ ਇਹ ਵੀ ਫਰਮਾਨ ਆਉਂਦਾ ਹੈ ਵੀ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈਂ, ਜੋ ਹਰ ਹਿਰਦੇ ਵਸਾਏ। ਜਿਹਦੇ ਮਨ ਵਿੱਚ ਨਾਮ ਵਸ ਗਿਆ, ਗੁਰੂ ਦੁਆਰਾ ਕਿਰਪਾ ਹੋ ਗਈ, ਹੋਂ ਟੁੱਟ ਗਈ, ਇਹ ਨਵ ਨਿਧੀਆਂ 9 ਇਹ ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ ਉਹਦੇ, ਵੀ ਸਾਨੂੰ ਕੰਮ ਦੱਸੋ ਕੋਈ। ਲੇਕਿਨ ਉਹ ਜਿਹੜਾ ਮਹਾਂਪੁਰਸ਼ ਹੁੰਦਾ ਨਾਮ ਵਾਲਾ, ਉਹਨੂੰ ਇਹਨਾਂ ਥਾਈਂ ਕੋਈ ਸਰਕਾਰ ਹੀ ਨਹੀਂ ਰਹਿ ਜਾਂਦਾ। ਉਹ ਠੋਕਰ ਮਾਰਦਾ ਇਹਨਾਂ ਨੂੰ ਵੀ ਨਾ, ਮੈਨੂੰ ਤੁਹਾਡੀ ਲੋੜ ਨਹੀਂ ਹੈ। ਹੁਣ ਗੱਲ ਆਉਂਦੀ ਹੈ ਸਿੱਧੀਆਂ ਦੀ। 18 ਸਿੱਧੀਆਂ ਦਾ ਵੀ ਜ਼ਿਕਰ ਹੈ, 8 ਸਿੱਧੀਆਂ ਦਾ ਵੀ ਹੈ, 4 ਸਿੱਧੀਆਂ ਦਾ ਵੀ ਹੈ। ਇਹ ਇਸ ਕਰਕੇ ਹੈ ਵੀ 18 ਟੋਟਲ ਹੈ, ਉਹਨਾਂ 'ਚੋਂ 8 ਪ੍ਰਮੁੱਖ ਹੈ, ਉਹਨਾਂ 8 'ਚੋਂ ਵੀ ਫਿਰ 4 ਪ੍ਰਮੁੱਖ ਹੈ, ਉਹਨਾਂ ਦਾ ਜ਼ਿਕਰ ਆਉਂਦਾ। ਜਿਵੇਂ ਅਸ਼ਟ ਸਿੱਧ ਨਵ ਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇ, ਉੱਥੇ 8 ਸਿੱਧੀਆਂ ਦੀ ਗੱਲ ਹੈ। ਉੱਪਰ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ 18 ਸਿੱਧੀਆਂ ਦੀ ਬਾਤ ਆਈ। ਹੁਣ 4 ਦੀ ਆ ਰਹੀ ਹੈ। 4 ਮੁਕਤ ਚਾਰੇ ਸਿੱਧ ਮਿਲ ਕੇ ਦੁਲੇ ਪ੍ਰਭ ਕੀ ਸ਼ਰਨ ਭਰਿਓ। ਤੋ ਜਿਹੜੀਆਂ ਇਹ 18 ਸਿੱਧੀਆਂ ਹੈ, ਇਹਨਾਂ 'ਚੋਂ 8 ਪ੍ਰਮੁੱਖ ਹੈ। 8 'ਚੋਂ ਵੀ ਜਿਹੜੀਆਂ 4 ਪ੍ਰਮੁੱਖ ਹੈ, ਉਹ ਪਹਿਲੀਆਂ 4 ਹੈ। ਕਿਹੜੀਆਂ ਕਿਹੜੀਆਂ? ਅਣਮਾ। ਅਣਮਾ ਹੁੰਦੀ ਹੈ ਬਹੁਤ ਛੋਟਾ ਕਰ ਲੈਣਾ ਆਪਣੇ ਆਪ ਨੂੰ ਆਕਾਰ ਵਿੱਚ, ਅਣੂ ਵਰਗਾ। ਲਗਮਾ ਹੁੰਦੀ ਹੈ ਹੌਲਾ ਹੋ ਜਾਣਾ, ਇਹਨੂੰ ਅੰਗਰੇਜ਼ੀ 'ਚ ਕਹਿੰਦੇ ਲੈਵੀਟੇਸ਼ਨ। ਇਹ ਲੈਵੀਟੇਸ਼ਨ ਦੇ ਵਿੱਚ ਬੰਦਾ ਹਵਾ ਦੇ ਵਿੱਚ ਵੀ ਚੌਂਕੜਾ ਮਾਰ ਕੇ ਬਹਿ ਸਕਦਾ, ਇੰਨਾ ਹੌਲਾ ਆਪਣੇ ਆਪ ਨੂੰ ਕਰ ਲੈਂਦਾ। ਇਹ ਇੱਕ ਸਿੱਧੀ ਹੈ। ਮਹਿਮਾ ਹੁੰਦੀ ਹੈ ਬਹੁਤ ਵੱਡਾ ਆਕਾਰ ਕਰ ਲੈਣਾ। ਇਹ ਉੱਥੇ ਜ਼ਿਕਰ ਆਉਂਦਾ ਜਿੱਥੇ ਬੌਨਾ, ਪਰਮਾਤਮਾ ਬੌਨੇ ਦੇ ਰੂਪ 'ਚ ਅਵਤਾਰ ਦੇ ਵਿੱਚ ਆਇਆ ਸੀਗਾ ਬਲਰਾਜੇ ਦਾ ਹੰਕਾਰ ਤੋੜਨ ਖਾਤਰ। ਮੰਗੇ 2.5 ਕਰਮ ਸੀਗੇ, ਆਕਾਰ ਬਣਾ ਲਿਆ ਆਕਾਸ਼ ਜਿੰਨਾ ਉੱਚਾ ਵਾ, ਫਿਰ ਜਗ੍ਹਾ ਨਾ ਮਿਲੀ ਰਾਜੇ ਕੋਲ ਹੋਰ। 2 ਕਰਮਾਂ ਤਾਂ ਮਿਲ ਗਈਆਂ, 2.5ਵੀਂ ਕਰਮ ਨਹੀਂ ਸੀ ਮਿਲਦੀ। ਫਿਰ ਗਰਮਾ ਹੁੰਦਾ ਬਹੁਤ ਭਾਰੀ ਹੋ ਜਾਣਾ ਆਪਣੇ ਆਪ ਨੂੰ। 5ਵੀਂ ਹੈ ਪ੍ਰਾਪਤੀ, ਮਨ ਚਾਹੀ ਵਸਤੂ ਹਾਸਲ ਕਰਨ ਦੇ ਯੋਗ ਹੋ ਜਾਣਾ। 6ਵੀਂ ਹੈ ਪਰਾਕੰਮਯ, ਸਭ ਦੇ ਮਨ ਦੀ ਗੱਲ ਜਾਣ ਲੈਣੀ, ਵੀ ਤੇਰੇ ਅੰਦਰ ਕਿਆ ਚੱਲ ਰਿਹਾ ਬਿਨਾਂ ਬੋਲੇ ਤੋਂ, ਉਹਨੂੰ ਪਰਾਕੰਮਯ ਕਹਿੰਦੇ। 7ਵੀਂ ਹੈ ਈਸਤਾ, ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ ਕਰਕੇ ਆਪਣੇ ਨਾਮ ਅਨੁਸਾਰੀ ਕਰ ਲੈਣਾ। ਇੱਕ ਹੁੰਦੀ ਹੈ ਵਸਤਾ 8ਵੀਂ, ਸਭ ਨੂੰ ਕਾਬੂ ਕਰ ਲੈਣਾ, ਸਾਰਿਆਂ ਦੇ ਉੱਪਰ ਆਪਣੀ ਵਿਲ ਪਾਵਨ ਨਾਲ ਉਹਨਾਂ ਨੂੰ ਆਪਣੇ ਵੱਸ 'ਚ ਕਰ ਲੈਣਾ, ਜਿਵੇਂ ਇਹ ਤੰਤਰਕ ਲੋਕ ਕਰਦੇ ਹੁੰਦੇ। ਇਹ ਜਿਹੜਾ ਬੁੱਧ ਧਰਮ ਦਾ ਇੱਕ ਫਿਰਕਾ ਹੈ ਵਜਰਯਾਨ, ਹੀਨਯਾਨ, ਮਹਾਯਾਨ ਔਰ ਵਜਰਯਾਨ। ਇਹ ਵਜਰਯਾਨ ਦੇ ਜਿਹੜੇ ਪੁੱਗੇ ਹੋਏ ਸਿੱਧ ਹੁੰਦੇ ਕੋਈ ਉਹ ਇਹਨਾਂ ਸਿੱਧੀਆਂ ਨੂੰ ਵਰਤਦੇ। ਪਰ ਗੁਰਬਾਣੀ ਫਰਮਾਉਂਦੀ ਹੈ ਵੀ ਇਹ ਸਾਰਾ ਮਾਇਆ ਦਾ ਪਸਾਰਾ ਹੈ, ਇਹ ਹਉਮੈ ਨੂੰ ਵਧਾਉਂਦੀਆਂ ਜਿਹੜੀਆਂ ਸਿੱਧੀਆਂ। ਜ਼ਿਕਰ ਹੈ ਕਬੀਰ ਧਰਤੀ ਅਰ ਆਕਾਸ਼ ਮੈਂ, ਦੋਏ ਤੂੰ ਬਰੀ ਅਵਧ, ਖਟ ਦਰਸ਼ਨ ਸੰਸੇ ਪਰੇ ਅਰ 84 ਸਿੱਧ। 84 ਸਿੱਧ ਜਿਹੜੇ ਮੰਨੇ ਪਰਮੰਨੇ, ਉਹ ਵੀ ਸ਼ੰਕਿਆਂ ਵਿੱਚ ਪਏ ਹੋਏ ਆ, ਡੁਐਲਿਟੀ 'ਚ ਫਸੇ ਹੋਏ ਆ। ਔਰ ਇਹ ਜਿਹੜੀ ਦੁਆਇਤ ਹੈ ਇਹ ਬਹੁਤ ਅਵੱਧ ਹੈ, ਇਹ ਨਾਸ਼ ਨਹੀਂ ਹੁੰਦੀ ਛੇਤੀ। ਸਿੱਧਾਂ ਨੂੰ ਵੀ ਆਪਣੀ ਲਪੇਟ 'ਚ ਲਿਆ ਹੋਇਆ ਇਹਨੇ, ਜਿਹੜੇ ਸਿੱਧੀਆਂ ਵਰਤਾਉਂਦੇ ਦਿਖਾਉਂਦੇ ਲੋਕਾਂ ਨੂੰ, ਉਹਨਾਂ ਦੇ ਅੰਦਰ ਸਹਿਜ ਨਹੀਂ ਹੁੰਦਾ। ਜਪਜੀ ਸਾਹਿਬ ਵਿੱਚ ਹੀ ਪਾਤਸ਼ਾਹ ਨੇ ਖੰਡਨ ਕਰਿਆ ਹੈ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਇਹ ਰਿੱਧੀਆਂ ਸਿੱਧੀਆਂ ਇਹ ਅਵਰਾ ਸਾਧ ਹੈ ਭਾਈ। ਨਾਮ ਦਾ ਜਿਹੜਾ ਪ੍ਰੇਮੀ ਬੰਦਾ ਹੁੰਦਾ, ਉਹਨੂੰ ਇਹਨਾਂ ਥਾਈਂ ਕੋਈ ਸਰੋਕਾਰ ਨਹੀਂ ਰਹਿ ਜਾਂਦਾ। ਔਰ ਸਾਡਾ ਗੁਰਬਾਣੀ ਦਾ ਜਿਹੜਾ ਗੁਰਮਤਿ ਦਾ ਮਾਰਗ ਹੈ ਗੁਰੂ ਦਾ, ਇਹ ਸਹਿਜ ਦਾ ਮਾਰਗ ਹੈ। ਜਿਹੜਾ ਇਹ ਨਾਥਾਂ ਸਿੱਧਾਂ ਜੋਗੀਆਂ ਦਾ ਮਾਰਗ ਹੈ, ਬਹੁਤ ਬਿਖੜਾ ਔਰ ਤ੍ਰੈਗੁਣਾ ਵਾਲਾ। ਇਹ ਸਭ ਕੁਝ ਕੋਲ ਹੁੰਦੇ ਹੋਏ ਵੀ ਬੇਚੈਨ ਹੁੰਦੇ ਆ, ਭਟਕੇ ਹੁੰਦੇ ਆ, ਲੋਕਾਂ ਨੂੰ ਉੱਲੂ ਬਣਾਉਂਦੇ। ਲੋਕ ਇਹਨਾਂ ਤੋਂ ਡਰਦੇ ਵੀ ਹੈ, ਪ੍ਰੇਮ ਰੱਖਦੇ ਇਹਨਾਂ ਪ੍ਰਤੀ ਵੀ ਇਹ ਬੜੇ ਸ਼ਕਤੀਆਂ ਵਾਲੇ ਆ, ਪਰੰਤੂ ਰੱਬ ਦੇ ਰਸਤੇ ਵਿੱਚ ਇਹ ਰੋੜਾਂ ਹੈ ਜਿਹੜੀਆਂ ਰਿੱਧੀਆਂ ਸਿੱਧੀਆਂ ਔਰ ਨਿਧੀਆਂ।
ਜ਼ਿਕਰ ਆਉਂਦਾ ਸ੍ਰੀ ਰਾਗ ਦੇ ਵੀ ਸ਼ੁਰੂਆਤ ਵਿੱਚ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਾਖੈ ਭਾਉ। ਜੇ ਮੈਂ ਸਿੱਧ ਵੀ ਹੋ ਜਾਵਾਂ, ਸਿੱਧੀਆਂ ਮੇਰੇ ਕੋਲ ਆ ਜਾਵੇਂ, ਰਿੱਧੀਆਂ ਵੀ ਆ ਜਾਵੇਂ, ਮੈਂ ਗੁਪਤ ਪ੍ਰਗਟ ਹੋਏ ਕਹਿ ਰਹਾ, ਘੜੀ ਵਿੱਚ ਪ੍ਰਗਟ ਹੋ ਜਾਵਾਂ, ਘੜੀ ਵਿੱਚ ਗੁਪਤ ਹੋ ਜਾਵਾਂ, ਲੋਕ ਮੇਰੇ ਵਿੱਚ ਪ੍ਰੇਮ ਰੱਖੇ ਵੀ ਬਹੁਤ ਬੜਾ ਇਹ ਤਾਂ ਸੰਤ ਹੈ ਕੋਈ, ਤਾਂ ਵੀ ਕਹਿੰਦੇ ਕੁਛ ਨਹੀਂ ਬਣਨਾ ਭਾਈ, ਮੈਨੂੰ ਤੇਰਾ ਨਾਮ ਨਾ ਭੁੱਲ ਜਾਵੇ, ਨਾਮ ਚਾਹੀਦਾ ਮੈਨੂੰ, ਇਹਨਾਂ ਰਿੱਧੀਆਂ ਸਿੱਧੀਆਂ ਦੀ ਕੋਈ ਲੋੜ ਨਹੀਂ। ਤਾਂ ਇਹਨਾਂ ਦੇ ਰਾਹੀਂ ਰੱਬ ਦੀ ਵਡਿਆਈ ਵੀ ਨਹੀਂ ਕਰੀ ਜਾ ਸਕਦੀ, ਕਿਉਂਕਿ ਹਉਮੈ ਅੰਦਰ ਪੈਦਾ ਹੁੰਦੀ ਹੈ। ਇਹ ਜਿਹੜੀਆਂ ਦੈਵੀ ਸ਼ਕਤੀਆਂ ਗਿਣਦੇ ਆ ਲੋਕ ਇਹਨਾਂ ਦੀਆਂ, ਇਹਨਾਂ ਦੇ ਵਿੱਚ ਇੱਕ ਤਾਂ ਉੱਪਰ ਗੱਲ ਆ ਗਈ ਲੈਵੀਟੇਸ਼ਨ ਦੀ, ਵੀ ਧਰਤੀ ਤੋਂ ਉੱਪਰ ਉੱਠ ਜਾਂਦਾ ਬੰਦਾ, ਹੌਲਾ ਹੋ ਜਾਂਦਾ, ਚੌਂਕੜਾ ਮਾਰ ਕੇ ਹਵਾ 'ਚ ਬਹਿ ਜਾਂਦਾ। ਇੱਕ ਹੁੰਦੀ ਹੈ ਬਾਈ ਲੋਕੇਸ਼ਨ, ਇਹ ਇੱਕ ਹੀ ਟਾਈਮ ਦੇ ਉੱਤੇ 2-3 ਜਗ੍ਹਾ ਪ੍ਰਗਟ ਹੋ ਜਾਣਾ ਕੋਈ ਬੰਦਾ, ਹੁਣ ਇਸ ਘੜੀ ਦਿੱਲੀ ਹੈ ਤੇ ਐਸੇ ਘੜੀ ਉੱਥੇ ਲੰਡਨ ਤੋਂ ਬੋਲ ਰਿਹਾ ਹੋਵੇ, ਉਹਨੂੰ ਬਾਈ ਲੋਕੇਸ਼ਨ ਕਹਿੰਦੇ ਆ। ਇੱਕ ਹੁੰਦੀ ਹੈ ਕਲੀਅਰ ਵੋਇੰਸ, ਕਲੀਅਰ ਵੋਇੰਸ ਹੁੰਦਾ ਇੱਥੇ ਬੈਠਾ ਬੰਦਾ ਅਮਰੀਕਾ ਦੇ ਵਿੱਚ ਕਿਸੇ ਸ਼ਹਿਰ 'ਚ ਕਿਆ ਹੋ ਰਿਹਾ ਉਹ ਦੱਸ ਸਕਦਾ, ਉਹਨੂੰ ਇੰਨੀ ਅੰਦਰ ਤੋਂ ਸੋਝੀ ਹੁੰਦੀ ਇਹ ਸਿੱਧੀਆਂ ਕਰਕੇ। ਇਹਨਾਂ ਨੂੰ ਸੰਸਾਰੀ ਲੋਕ ਸਮਝ ਜਾਂਦੇ, ਸਮਝ ਮਤਲਬ ਭਟਕ ਜਾਂਦੇ ਦੇਖ ਕੇ ਵੀ ਇਹ ਤਾਂ ਬਹੁਤ ਬੜੇ ਪੁੱਜੇ ਹੋਏ ਲੋਕ ਹੈ, ਇਹ ਤਾਂ ਸੰਤ ਹੈ। ਨਹੀਂ, ਇਹ ਦੁਨਿਆਵੀ ਸ਼ਕਤੀਆਂ, ਮਾਇਆਵੀ ਸ਼ਕਤੀਆਂ, ਇਹ ਨਾਮ ਨਾਲ ਇਹਨਾਂ ਦਾ ਕੋਈ ਤਾਲੁਕ ਨਹੀਂ ਹੈ। ਜਿਸ ਬੰਦੇ ਨੂੰ ਗੁਰਬਾਣੀ ਦੀ ਸਮਝ ਆ ਗਈ ਉਹ ਇਹਨਾਂ ਨੂੰ ਬਿਲਕੁਲ ਮਾਨਤਾ ਨਹੀਂ ਦਿੰਦਾ ਹੈ, ਕੋਈ ਕਿੱਡਾ ਹੀ ਸਿੱਧ ਹੋਵੇ ਕੋਈ ਮਾਨਤਾ ਨਹੀਂ ਹੈ। ਜਿਵੇਂ ਇੱਕ ਵਾਰ ਮਸਕੀਨ ਜੀ ਜ਼ਿਕਰ ਕਰਦੇ ਆ ਵੀ ਸਾਨੂੰ ਮੁਕੇਰੀਆਂ ਤੋਂ ਜੰਮੂ ਜਾਂਦਿਆਂ ਇੱਕ ਸਿੱਧ ਇੱਥੇ ਮਿਲਿਆ, ਨਾਲ ਜਾਣ ਦੀ ਜਿੱਦ ਕਰਦਾ ਸੀ, ਸਾਡੇ ਕੋਲ ਜਗ੍ਹਾ ਨਹੀਂ ਸੀ, ਉਸ ਅੱਗੇ ਸਾਡੇ ਤੋਂ ਮੂਹਰੇ ਪਹੁੰਚ ਗਿਆ। ਤਾਂ ਇਹ ਉਹਨਾਂ ਕੋਲ ਸ਼ਕਤੀਆਂ ਤਾਂ ਹੁੰਦੀਆਂ ਇਹੋ ਜਿਹੀਆਂ, ਪਰ ਸਾਨੂੰ ਗੁਰਮਤਿ ਅਨੁਸਾਰ ਇਹਨਾਂ ਦੀ ਕੋਈ ਮਤਲਬ ਨਹੀਂ ਹੈ। ਇਹਨਾਂ ਨੂੰ ਮਿਸਟਿਕ ਸ਼ਕਤੀਆਂ ਕਹਿੰਦੇ, ਮਿਸਟੀਸਿਜ਼ਮ ਹੁੰਦੀ ਹੈ। ਇਹ ਡਿਵਾਈਨ ਜਾਂ ਨੂਰਾਨੀ ਨਹੀਂ ਹੁੰਦੀਆਂ, ਇਹ ਮਾਇਆਵੀ ਸ਼ਕਤੀਆਂ। ਮਾਇਆਵੀ ਤੋਂ ਆਪ ਜੀ ਜਾਣਦੇ ਆ ਵੀ ਇਹਨਾਂ ਦੀ ਸਾਡੇ ਵਾਸਤੇ ਕੋਈ ਕੀਮਤ ਨਹੀਂ ਹੈ। ਸਾਨੂੰ ਸਾਇੰਟੀਫਿਕ ਨਜ਼ਰੀਆ ਰੱਖਣਾ ਚਾਹੀਦਾ, ਜਿਹੜਾ ਗੁਰਬਾਣੀ ਸਾਨੂੰ ਇਹ ਗੱਲ ਸਮਝਾਉਂਦੀ ਹੈ ਵੀ ਇਹਨਾਂ ਰਿੱਧੀਆਂ ਸਿੱਧੀਆਂ ਨਿਧੀਆਂ ਤੋਂ ਭਾਈ ਕੁਛ ਵੀ ਹਾਸਲ ਨਹੀਂ ਹੋਣਾ, ਇਹ ਤਾਂ ਹਉਮੈ ਦਾ ਰੂਪ ਹੈ, ਹਉਮੈ ਵੱਧਦੀ ਇਹਨਾਂ ਦੇ ਨਾਲ, ਇਸ ਕਰਕੇ ਇਹਨਾਂ ਨੂੰ ਛੱਡ ਕੇ ਨਾਮ ਨਾਲ ਜੁੜਨਾ। ਤੇ ਜਿਹੜੇ ਸਿੱਧ ਹੈ ਉਹ ਧਾਰਮਿਕ ਫਲਸਫੇ ਦੇ ਚੰਗੇ ਜਾਣੂ ਪੁਰਸ਼ ਤਾਂ ਹੁੰਦੇ, ਪੜ੍ਹੇ ਹੋਏ ਹੁੰਦੇ। ਗੁਰੂ ਨਾਨਕ ਪਾਤਸ਼ਾਹ ਨਾਲ ਵੀ ਉਹਨਾਂ ਨੇ ਸਿੱਧ ਗੋਸ਼ਟ ਕਰੀ ਹੈ। ਇਹਨਾਂ ਚੋਂ ਕੋਈ ਪੁੱਗਿਆ ਵਾ ਜੋਗੀ ਹੁੰਦਾ ਹੈ, ਸਿੱਧ ਹੁੰਦਾ ਹੈ, ਜਿਹਦੇ ਕੋਲ ਇਹ ਸ਼ਕਤੀਆਂ ਹੁੰਦੀਆਂ। 99% ਜਿਹੜੇ ਸਿੱਧ ਹੁੰਦੇ ਉਹ ਝੂਠੇ ਹੁੰਦੇ, ਉਹ ਵਿਖਾਵਾ ਕਰਦੇ ਹੁੰਦੇ, ਉਹ ਉਹਨਾਂ 'ਚ ਹੋਰ ਵੀ ਭੈੜੇ ਹੁੰਦੇ, ਆਪਣੀ ਰੋਜ਼ੀ ਰੋਟੀ ਖਾਤਰ ਲੋਕਾਂ ਨੂੰ ਉੱਲੂ ਬਣਾਉਂਦੇ। ਤੋ ਇਹ ਸੀ ਸਿੱਧੀਆਂ ਦਾ ਕੁਛ ਜ਼ਿਕਰ, ਬਾਕੀ ਡਿਟੇਲ ਵਿੱਚ ਹੋਰ ਵੀ ਕਿਸੇ ਨਾਲ ਪਰਸਨਲੀ ਕਰੀ ਜਾ ਸਕਦੀ ਹੈ, ਇਹਨਾਂ ਦੀ ਤਾਂ ਵਿਚਾਰ ਬਹੁਤ ਲੰਬੀ ਹੈ। ਸਾਨੂੰ ਗੁਰੂ ਪਾਤਸ਼ਾਹ ਨੇ ਇਹੀ ਸਮਝਾਇਆ ਵੀ ਇਹ ਹੁੰਦੇ ਹੋਏ ਸੰਸਾਰ ਦੇ ਵਿੱਚ, ਰਿੱਧੀਆਂ ਸਿੱਧੀਆਂ ਨਿਧੀਆਂ ਦੇ ਵਿੱਚ ਹੁੰਦੇ ਹੋਏ ਵੀ ਆਪਣੇ ਆਪ ਨੂੰ ਜੁਦਾ ਰੱਖਣਾ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਬਖਾਣੇ। ਸ਼ਬਦ ਦੇ ਵਿੱਚ ਸੁਰਤ ਰੱਖਣੀ ਹੈ, ਇਹਨਾਂ ਚੀਜ਼ਾਂ ਵੱਲ ਨਹੀਂ ਲਾਉਣੀ, ਰਿੱਧੀਆਂ ਸਿੱਧੀਆਂ ਔਰ ਨਿਧੀਆਂ ਵੱਲ। ਫੇਰ ਸੰਸਾਰ ਨੂੰ ਤਰਨਾ ਹੈ। ਇਹ ਭਵਜਲ ਜਿਹੜਾ ਹੈਗਾ ਰਿੱਧੀਆਂ ਸਿੱਧੀਆਂ ਨਿਧੀਆਂ ਦੇ ਨਾਲ ਭਰਿਆ ਹੋਇਆ, ਇਹਨਾਂ ਦੇ ਵਿੱਚ ਰਹਿੰਦੇ ਹੋਏ ਹੀ ਆਪਣੀ ਆਪ ਸੁਰਤ ਨੂੰ ਸ਼ਬਦ ਨਾਲ ਜੋੜਨਾ ਤੇ ਪ੍ਰਭੂ ਨਾਲ ਮਿਲਾਪ ਕਰਾਉਣਾ। ਕਈ ਦਫਾ ਸਾਨੂੰ ਖਿਆਲ ਪੈਦਾ ਹੋ ਜਾਂਦਾ ਵੀ ਜੀ ਜਿਹੜੇ 6 ਜਤੀ ਹੈ ਜਾਂ 9 ਨਾਥ ਹੈ, ਇਹ ਬੜੇ ਪੁੱਗੇ ਹੋਏ ਮਹਾਂਪੁਰਸ਼ ਨੇ। ਸਾਡੀ ਫਲਸਫਾ ਜਿਹੜੀ ਪੁਰਾਣਾ ਸਭਿਅਤਾ ਉਹਦੇ ਵਿੱਚ ਆਉਂਦੀਆਂ ਵੀ ਹੈ ਗੱਲਾਂ, ਪਰ ਗੁਰਬਾਣੀ ਮਾਨਤਾ ਨਹੀਂ ਦਿੰਦੀ ਹੈ। 6 ਜਤੀ ਕਿਹੜੇ? ਭੈਰੋਂ, ਲਛਮਣ, ਭੀਸ਼ਮ ਪਿਤਾਮਾ, ਦੱਤਾਤਰੇय, ਗੋਰਖ, ਹਨੂਮਾਨ। ਇਹਨਾਂ ਨੂੰ ਲੋਕ ਬੜਾ ਕਰਦੇ ਆ ਵੀ ਇਹ ਜਤੀ ਸੀਗੇ, ਇਹਨਾਂ ਨੇ ਜਤ ਰੱਖਿਆ ਵਾ ਸੀਗਾ, ਆਪਣੇ ਬੀਜ ਨੂੰ ਝੜਨ ਨਹੀਂ ਸੀ ਦਿੰਦੇ, ਮਤਲਬ ਇਸਤਰੀ ਦਾ ਸੰਗ ਨਹੀਂ ਸੀ ਕਰਦੇ ਕਿਸੇ ਵੀ ਐਨੀ ਹਾਓ, ਨਾ ਹੀ ਮਿਸਯੂਜ਼ ਕਰਦੇ ਸੀ ਆਪਣੇ ਸਰੀਰ ਨੂੰ। ਪਰ ਗੁਰਬਾਣੀ ਨੇ ਇਹਨਾਂ ਨੂੰ ਵੀ ਮਾਨਤਾ ਨਹੀਂ ਦਿੱਤੀ ਹੈ। ਕਬੀਰ ਜੀ ਫਰਮਾਉਂਦੇ 6 ਜਤੀ ਮਾਇਆ ਕੇ ਬੰਦਾ, ਨਵੇਂ ਨਾਥ ਸੂਰਜ ਅਰ ਚੰਦਾ। ਇਹ ਸਭ ਮਾਇਆ ਦੇ ਬੰਦੇ ਹੈ ਭਾਈ, ਇਹ ਰੂਹਾਨੀ ਨਹੀਂ ਹੈ। 9 ਨਾਥ ਵੀ ਇਸੇ ਤਰ੍ਹਾਂ ਹੈ, ਸੂਰਜ ਚੰਦ ਵੀ ਇਸੇ ਤਰ੍ਹਾਂ ਹੈ, ਸਭ ਮਾਇਆ ਹੈ। ਅਸੀਂ ਇਹਨਾਂ ਚੋਂ ਨਿਕਲ ਕੇ, ਇਹਨਾਂ ਰਿੱਧੀਆਂ ਸਿੱਧੀਆਂ ਨਿਧੀਆਂ ਚੋਂ ਨਿਕਲ ਕੇ ਨਾਮ ਨਾਲ ਜੁੜਨਾ ਹੈ।
ਦੇਖੋ ਕਿੰਨੀ ਪਵਿੱਤਰ ਵਿਚਾਰ ਹੈ ਗੁਰਬਾਣੀ ਦੀ। ਜਦੋਂ ਇਹ ਵਿਚਾਰ ਸਾਹਮਣੇ ਆ ਗਈ ਤਾਂ ਸਾਡਾ ਜਿਹੜਾ ਕਰਾ ਕੁਰਾ ਮਾਤਾਂ ਦੀਆਂ ਗੱਲਾਂ ਅਸੀਂ ਲੋਕਾਂ ਤੋਂ ਸੁਣਦੇ ਹਾਂ, ਕਰਦੇ ਹਾਂ, ਪ੍ਰਭਾਵਿਤ ਹੋ ਜਾਂਦੇ ਹਾਂ, ਸਾਡਾ ਬਿਲਕੁਲ ਮਨ ਉੱਧਰ ਨੂੰ ਜਾਊਗਾ ਨਹੀਂ, ਭਟਕੂਗਾ ਨਹੀਂ। ਕਿਉਂਕਿ ਸਮਝ ਆ ਜਾਣੀ ਵੀ ਜੇ ਜੋਗੀ ਕੋਈ ਹਵਾ 'ਚ ਵੀ ਬੈਠਾ ਚੌਂਕੜਾ ਮਾਰੀ ਤਾਂ ਇਹ ਸਿੱਧੀ ਹੈ, ਦੁਨਿਆਵੀ ਹੈ, ਮਾਇਆਵੀ ਹੈ। ਸਾਨੂੰ ਇਹਦੇ ਤਾਈਂ ਕੋਈ ਸਰੋਕਾਰ ਨਹੀਂ ਹੋਣਾ ਚਾਹੀਦਾ, ਸਾਨੂੰ ਬਹਿਕਣਾ ਨਹੀਂ ਚਾਹੀਦਾ ਉਹਦੇ ਪਿੱਛੇ ਲੱਗ ਕੇ ਵੀ ਇਹ ਤਾਂ ਬਹੁਤ ਪੁੱਗਿਆ ਵਾ, ਕੋਈ ਸੰਤ ਹੈ। ਸੰਤ ਨਹੀਂ ਹੁੰਦਾ ਉਹ, ਸੰਤ ਹੋਰ ਚੀਜ਼ ਹੈ। ਸਿੱਧੀਆਂ ਵਿੱਚ ਨਿਪੁੰਨ ਹੋਣ ਨੂੰ ਸੰਤਗਿਰੀ ਨਹੀਂ ਕਹਿੰਦੇ। ਸੰਤਗਿਰੀ ਹੁੰਦੀ ਹੈ ਹਉਮੈ ਟੁੱਟ ਕੇ ਨਾਮ ਨਾਲ ਜੁੜ ਜਾਣਾ, ਹਰ ਵਕਤ ਨਾਮ ਅੰਦਰ ਚੱਲਣਾ। ਸੋ ਇਹ ਥੋੜ੍ਹੀ ਜਿਹੀ ਵਿਚਾਰ ਆਪ ਜੀ ਨਾਲ ਸਾਂਝੀ ਕਰੀਏ ਰਿੱਧੀਆਂ ਸਿੱਧੀਆਂ ਨਿਧੀਆਂ ਦੀ, ਕਿਉਂਕਿ ਇਹ ਅਕਸਰ ਆਉਂਦੀ ਹੈ ਗੁਰਬਾਣੀ 'ਚ ਗੱਲ, ਲਗਭਗ ਹਰ ਇੱਕ ਅੰਗ ਦੇ ਉੱਤੇ ਆ ਜਾਂਦੀ ਹੈ ਕਿਸੇ ਨਾ ਕਿਸੇ ਰੂਪ 'ਚ। ਇਹਨਾਂ ਦਾ ਕੁਛ ਨਾ ਕੁਛ ਸਾਨੂੰ ਸਮਝ ਪਵੇ, ਫਿਰ ਸਾਨੂੰ ਹੋਰ ਕਲੈਰਿਟੀ ਹੋ ਜਾਂਦੀ ਹੈ, ਸਾਡਾ ਮਨ ਸਾਫ਼ ਹੋ ਜਾਂਦਾ ਹੈ, ਇਹਨਾਂ ਕਰਾਮਾਤਾਂ ਤੋਂ ਵੱਖ ਹੋ ਜਾਂਦਾ ਹੈ। ਇਹ ਕਰਾਮਾਤਾਂ ਅਗਰ ਪਰਮਾਤਮਾ ਆਪਣੇ ਹੁਕਮ ਵਿੱਚ ਕਰਦਾ ਹੈ ਉਹ ਮੁਬਾਰਕ ਹੈ, ਉਹਨੇ ਕਰਨੀ ਹੀ ਕਰਨੀ ਹੈ। ਇਹ ਸੰਸਾਰ ਇੱਕ ਬੁਝਾਰਤ ਉਹਨੇ ਬਣਾਈ ਵੀ, ਇਹ ਵੀ ਤਾਂ ਕਰਾਮਾਤ ਹੈ। ਸਰੀਰ ਕਿਵੇਂ ਚੱਲਦਾ ਹੈ, ਕਿਵੇਂ ਸੈੱਲ ਹੈ, ਇੱਕ ਇੱਕ ਸੈੱਲ ਛੋਟਾ, 3.5 ਕਰੋੜ ਰੋਮ ਹੁੰਦੇ, ਇੱਕ ਰੋਮ ਦੇ ਵਿੱਚ ਲੱਖਾਂ ਹੀ ਸੈੱਲ ਨੇ ਅੱਗੇ ਹੋਰ। ਤਾਂ ਉਹ ਸੈੱਲ ਜਿਹੜੇ ਅੱਖ ਨਾਲ ਦਿਖਦੇ ਵੀ ਨਹੀਂ, ਉਹ ਇੱਕ ਮਿਨੀ ਰੂਪ ਹੈ ਸਾਡੇ ਸਰੀਰ ਦਾ। ਜਿਵੇਂ ਸਰੀਰ ਖਾਂਦਾ ਹੈ, ਪੀਂਦਾ ਹੈ, ਹਾਜਤ ਕਰਦਾ ਹੈ ਔਰ ਚੱਲਦਾ ਫਿਰਦਾ, ਇਸੇ ਤਰੀਕੇ ਨਾਲ ਇੱਕ ਸੈੱਲ ਵੀ ਕਰਦਾ, ਉਹ ਭੋਜਨ ਵੀ ਕਰਦਾ ਹੈ। ਹਵਾ ਤੋਂ ਜਿਹੜਾ ਖੂਨ ਦੇ ਵਿੱਚ ਹਵਾ ਆਕਸੀਜਨ ਘੁਲੀ ਵੀ ਹੁੰਦੀ ਹੈ ਉਹਦੇ ਨਾਲ ਜਿਉਂਦਾ ਰਹਿੰਦਾ ਜਿਹੜਾ ਇੱਕ ਸੈੱਲ ਹੈ ਕੋਈ ਵੀ ਸਰੀਰ ਦਾ। ਔਰ ਉਹਦਾ ਭੋਜਨ ਵੀ ਹੈ, ਬਲੱਡ ਤੋਂ ਹੀ ਪ੍ਰਾਪਤ ਹੁੰਦਾ, ਔਰ ਉਹ ਨਿਕਾਸ ਵੀ ਕਰਦਾ ਹੈ ਕਾਰਬਨ ਡਾਈਆਕਸਾਈਡ ਦੇ ਰੂਪ 'ਚ। ਔਰ ਹਰ ਇੱਕ ਐਕਸ਼ਨ ਜੋ ਬੰਦਾ ਕਰਦਾ ਹੈ, ਡਾਈਜੈਸ਼ਨ ਔਰ ਬਾਹਰ ਫੇਂਕਣਾ ਉਹਨੂੰ, ਜਿਵੇਂ ਆਪਾਂ ਯੂਰੀਨ ਕਰਦੇ ਹਾਂ, ਸਟੂਲ ਪਾਸ ਕਰਦੇ ਹਾਂ, ਇਸੇ ਤਰੀਕੇ ਨਾਲ ਇੱਕ ਸੈੱਲ ਵੀ ਸਾਰਾ ਕੁਛ ਕਰਦਾ। ਇਹ ਵਿਸਮਾਦ ਹੀ ਹੈ, ਹੋਰ ਕਿਆ ਹੈ। ਮਤਲਬ ਚਮਤਕਾਰ ਹੈ ਇਹ ਇੱਕ ਕਿਸਮ ਦੀ ਕਰਾਮਾਤ ਹੈ। ਤਾਂ ਕਰਾਮਾਤ ਤੋਂ ਚੌਧਗਣਾ ਨਹੀਂ, ਪਰਮਾਤਮਾ ਕਰਦਾ ਹੀ ਰਹਿੰਦਾ, ਕਰਦਾ ਹੈ ਔਰ ਉਹ ਪੋਸੀਬਲ ਹੈ। ਲੇਕਿਨ ਕੋਈ ਬੰਦਾ ਕਰਾਮਾਤ ਕਰੇ ਉਹਨੂੰ ਗੁਰਮਤ ਪ੍ਰਵਾਨ ਨਹੀਂ ਕਰਦੀ, ਉਹ ਹਉਮੈ ਦਾ ਰੂਪ ਹੁੰਦਾ। ਇਹ ਬਾਤ ਜ਼ਰੂਰ ਗੁਰਮਤ 'ਚ ਆਉਂਦੀ ਹੈ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਗੁਰਮੁਖ ਜਨਾਂ ਦੇ ਚਰਨਾਂ 'ਚ ਸਿਮਰ ਬੇਨਤੀ ਹੈ ਬਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਾਰੇ ਰਿਐਕਟ ਕਰ ਰਹੇ हैं ਵਿਚਾਰਾਂ ਨੂੰ। ਗਿਆਨੀ ਗੁਰਵਿੰਦਰ ਸਿੰਘ ਜੀ, ਗਿਆਨੀ ਸਿੰਘ ਸਾਹਿਬ, ਗਿਆਨੀ ਰਣਜੀਤ ਸਿੰਘ ਜੀ, ਭਾਈ ਮਨਜੀਤ ਸਿੰਘ ਜੀ, ਔਰ ਬਾਕੀ ਵੀ ਸੱਜਣ ਕਦੇ ਨਾ ਕਦੇ ਹਾਜ਼ਰੀ ਲਾਉਂਦੇ। ਆ ਜਿਹੜੀ ਵਿਚਾਰ ਫੋਕੇ ਕਰਮ ਕਾਂਡਾਂ ਦੀ ਹੋ ਰਹੀ ਸੀਗੀ, ਬਹੁਤ ਭਾਈ ਹੈ ਦਿਲ ਨੂੰ। ਜਿਹੜੇ ਮ੍ਰਿਤਕ ਪ੍ਰਾਣੀ ਦੇ ਸੰਸਕਾਰ ਹੈ, ਉਹ ਗੱਲ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦੀ ਠੀਕ ਹੈ ਵੀ ਜੇ ਆਪਣੇ ਖੇਤਾਂ ਵਗੈਰਾ 'ਚ ਦੱਬੇ ਜਾਣਗੇ ਤਾਂ ਕਿਤੇ ਨਾ ਕਿਤੇ ਉੱਪਰ ਸਮਾਧ ਬਣਾ ਕੇ ਉਹ ਪੂਜਣ ਲੱਗ ਪੈਂਦੇ ਲੋਕ, ਉਸ ਪੱਖੋਂ ਇਹ ਗੱਲ ਠੀਕ ਹੈ। ਲੇਕਿਨ ਇੱਕ ਗੱਲ ਇਹਦੇ ਨਾਲ ਹੋਰ ਹੈ ਬਈ ਮਰਿਆਦਾ ਕੋਈ ਨਹੀਂ ਹੈ ਦੱਬਣ ਦੀ ਜਾਂ ਪਾਣੀ 'ਚ ਰੋੜਨ ਦੀ ਜਾਂ ਕੁਛ ਵੀ ਕਰਨੇ ਦੀ, ਇਹ ਕੋਈ ਮਰਿਆਦਾ ਨਹੀਂ ਹੈ ਸਿੱਖੀ 'ਚ। ਫੁੱਲ ਤਾਂ ਚੁਗਣਾ ਹੀ ਮਨਮੱਤ ਹੈ। ਵੈਸੇ ਮਰਿਆਦਾ ਤਾਂ ਇਹੀ ਹੈ ਵੀ ਸਮੇਂ ਦੇ ਹਿਸਾਬ ਨਾਲ ਜੇ ਵਗਦਾ ਪਾਣੀ ਕੋਲ ਹੈ ਉਹਦੇ 'ਚ ਖੜਾ ਦਿਓ, ਵਿਸਰਜਨ ਕਰ ਦਿਓ। ਨਹੀਂ ਕੋਈ ਪਾਣੀ ਨਹਿਰ ਕੋਈ ਦਰਿਆ ਕੋਈ ਨੇੜੇ ਹੈ ਤਾਂ ਦਬਾ ਦਿਓ ਸਿਵਿਆਂ ਦੇ ਵਿੱਚ ਹੀ, ਜਿੱਥੇ ਕੋਈ ਹੋਰ ਸਮਾਧ ਵਗੈਰਾ ਬਣਾਉਣ ਦਾ ਕੋਈ ਨਹੀਂ ਸ਼ੰਕਾ ਰਹਿੰਦਾ ਕਿਸੇ ਨੂੰ, ਮਤਲਬ ਖਿਆਲ ਨਹੀਂ ਆਉਂਦਾ। ਅਤੇ ਚਾਹੇ ਜਾਨਵਰਾਂ ਨੂੰ ਸਿੱਟ ਦਿਓ, ਜਾਨਵਰ ਦਾ ਕੋਈ ਬੰਦੇ ਦਾ ਕੋਈ ਮਹੱਤਵ ਨਹੀਂ ਹੈ। ਜੇ ਬੰਦੇ ਨੂੰ ਫੁੱਲ ਚੜ੍ਹਾ ਦਿਓ ਤਾਂ ਉਹਨੂੰ ਕੋਈ ਵੱਧ ਨਹੀਂ ਜਾਂਦਾ, ਜੇ ਉਹਨੂੰ ਵਿਸ਼ਟਾ 'ਚ ਰਲਾ ਦਈਏ ਤਾਂ ਉਹਦਾ ਕੁਛ ਘੱਟ ਨਹੀਂ ਜਾਂਦਾ, ਜੇ ਚੰਦਨ ਲਾ ਦਈਏ ਤਾਂ ਨਹੀਂ ਕੁਛ ਵੱਧ ਜਾਂਦਾ। ਸਾਧ ਸੰਗਤ ਜੀ, ਉਹ ਗੁਰਮਤਿ ਦਾ ਨਿਰਣਾ ਤਾਂ ਇਹੀ ਹੈ ਵੀ ਇਹ ਜਿਹੜਾ ਕੁਛ ਵੀ ਅਸੀਂ ਸੋਚ ਕੇ ਕਰਦੇ ਹਾਂ ਵੀ ਬੰਦੇ ਨੂੰ ਇਹਦਾ ਕੁਛ ਗਾਹਾਂ ਫਾਇਦਾ ਹੋਊਗਾ, ਐਸਾ ਕੁਛ ਨਹੀਂ ਹੈ। ਜਿਹੜਾ ਮਰ ਗਿਆ ਉਹ ਮਿੱਟੀ ਹੈ, ਖਤਮ ਹੋ ਗਿਆ। ਜੋ ਕੁਛ ਹਿਸਾਬ ਕਿਤਾਬ ਹੋਣਾ ਉਹ ਆਤਮਾ ਦਾ ਹੋਣਾ ਹੈ, ਉਹੀ ਅੱਗੇ ਜਾਂਦਾ ਜਿਹੜਾ ਜੀਵ ਹੈ, ਜਿਹਨੂੰ ਸੋਲ ਕਹਿੰਦੇ ਆਪਾਂ। ਬਾਕੀ ਸਰੀਰ ਤਾਂ ਇੱਥੇ ਹੀ ਰਹਿ ਜਾਂਦਾ। ਜੰਗ ਦੇ ਮੈਦਾਨ ਵਿੱਚ ਕਿੰਨੀਆਂ ਗਿਰਜਾਂ, ਕਿੰਨੇ ਕੁੱਤੇ ਖਿੱਚੀ ਫਿਰਦੇ ਸ਼ਹੀਦਾਂ ਨੂੰ, ਮੁਕਤੀ ਤਾਂ ਉਹਨਾਂ ਦੀ ਵੀ ਹੋਈ ਵੀ ਹੁੰਦੀ ਹੈ, ਸ਼ਹੀਦੀ ਉਹਨਾਂ ਦੀ ਵੀ ਹੋਈ ਵੀ ਹੁੰਦੀ ਹੈ ਕੈਰੋਂ ਪਾਂਡਵਾਂ ਦੇ ਯੁੱਧ ਵਿੱਚ।
ਕੈਰਵਾਂ ਦੇ ਸਰੀਰ ਨੂੰ ਖਾਧਾ ਗਿਰਜਾਂ ਨੇ। 12 ਜੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ। ਉੱਥੇ ਵੀ ਗਿਰਜਾਂ ਨੇ ਖਾਧੇ ਆ। ਯੋਧਾ ਜਿਹੜਾ ਹੁੰਦਾ ਸ਼ਹੀਦ, ਉਹਦੀ ਤਾਂ ਮੁਕਤੀ ਹੋਈ ਵੀ ਹੁੰਦੀ ਹੈ। ਬਾਕੀ ਰਹੀ ਗੱਲ ਸਾਡਿਆਂ ਸ਼ਹੀਦਾਂ ਦੀ, ਸਾਡੇ ਸ਼ਹੀਦਾਂ 'ਚੋਂ ਬਹੁਤ ਸਾਰਿਆਂ ਦਾ ਜਿਹੜੇ ਆ 25-30 ਹਜ਼ਾਰ ਜਸਵੰਤ ਸਿੰਘ ਖਾਲੜਾ ਨੇ ਕੱਢੀ ਸੀ ਲਿਸਟ, 25-30 ਹਜ਼ਾਰ ਬੱਚੇ ਸਾਡੇ, ਉਹਨਾਂ ਦਾ ਪਤਾ ਹੀ ਨਹੀਂ ਕਿਆ ਬਣਿਆ। ਉਹ ਵੀ ਤਾਂ ਗੁਰੂ ਨੂੰ ਪਿਆਰੇ ਸੀਗੇ, ਗੁਰੂ ਦੇ ਸਿਧਾਂਤ ਅਨੁਸਾਰ ਉਹਨਾਂ ਦੀ ਸ਼ਹੀਦੀ ਹੋਈ ਹੈ। ਤੋ ਗੁਰੂ ਸਾਹਿਬ ਨੇ ਵੀ ਮੈਦਾਨੇ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਦੇ ਵਿੱਚ ਰਾਤ ਨੂੰ ਇਸੇ ਤਰ੍ਹਾਂ ਨਿਕਲ ਗਏ ਉੱਥੋਂ। ਬੀਬੀ ਨੇ ਇੱਕ ਨੇ ਸੰਸਕਾਰ ਕਰਿਆ ਉਹਨਾਂ ਦਾ। ਜਿੰਨਾ ਕੁ ਵੀ ਹੋ ਸਕਿਆ, ਇੱਕ ਬੰਦਾ ਰਾਤ ਦੇ ਹਨੇਰੇ 'ਚ ਕਿੰਨਾ ਕੁਛ ਕਰ ਸਕਦਾ, ਸੋਚੀ ਹੋ ਜਾਣੀ ਚਾਹੀਦੀ ਹੈ। ਉੱਪਰੋਂ ਫੌਜ ਦਾ ਵੀ ਡਰ ਹੁੰਦਾ, ਔਰ ਉਹੀ ਗੱਲ ਹੋਈ, ਆਪਣੀ ਜਾਨ ਵੀ ਦੇਣੀ ਪਈ ਉਸੇ ਚਿਖਾ ਦੇ ਵਿੱਚ। ਜਿਉਂਦੇ ਜੀ ਨੂੰ ਚੱਕ ਕੇ ਮਿਲਟਰੀ ਨੇ ਸਿੱਟ ਦਿੱਤਾ ਵਿੱਚ ਬਲਦੀ ਚਿਖਾ ਵਿੱਚ। ਸੋ ਜਿਹੜਾ ਦਹੀਂ ਨਾਲ ਨਲਾਇਆ ਜਾਂਦਾ ਮ੍ਰਿਤਕ ਪ੍ਰਾਣੀ ਨੂੰ, ਇਹ ਵੀ ਕੋਈ ਸਰੀਰ ਦੀ ਮਿੱਟੀ ਨੂੰ ਤੁਸੀਂ ਜੋ ਮਰਜ਼ੀ ਕਰੀ ਜਾਓ, ਇਹਦਾ ਕੋਈ ਮਤਲਬ ਨਹੀਂ ਹੈ। ਸਤਿਕਾਰ ਹੁੰਦਾ, ਕਰਦੇ ਆਪਾਂ ਆਪਣੇ ਵਡੇਰਿਆਂ ਦਾ, ਪਰ ਉਹ ਅੰਧ ਵਿਸ਼ਵਾਸ 'ਚ ਨਹੀਂ ਨਾ ਜਾਣਾ ਚਾਹੀਦਾ। ਇਹਦੀ ਇੱਕ ਮਿਸਾਲ ਸਾਡੇ ਏਰੀਏ 'ਚ ਹੋਈ ਸੀ, ਜਦੋਂ ਬਾਬਾ ਜੀ ਨਸਲਪੁਰ ਵਾਲੇ ਬਾਬਾ ਅਜੀਤ ਸਿੰਘ ਜੀ, ਉਹਨਾਂ ਦਾ ਅਕਾਲ ਚਲਾਣਾ ਹੋਇਆ, ਤਾਂ ਉਹਨਾਂ ਦੀ ਭੂਆ ਦੇ ਪੁੱਤਰ, ਉਹਨਾਂ ਨੂੰ ਵੀ ਲੋਕ ਸੰਤੀ ਕਹਿੰਦੇ ਸੀਗੇ, ਨਾਲੇ ਰਹਿੰਦੇ ਹੁੰਦੇ ਸੀ ਸਹੇੜੀ ਪਿੰਡ 'ਚ। ਉਹ ਗਏ, ਜਦੋਂ ਪਹਿਲਾਂ ਜਾਂਦੇ ਸੀ ਚਾਨੀ ਹੱਥ ਲਾਉਂਦੇ ਹੁੰਦੇ ਸੀ ਉਹਨਾਂ ਦੇ, ਕਿਉਂਕਿ ਬਾਬਾ ਜੀ ਨੇ ਉਹਨਾਂ ਦੀ ਜਿਹੜੇ ਉਹਨਾਂ ਦੀ ਭੂਆ ਦੇ ਲੜਕੇ ਸੀ ਸੰਤ ਬਦਨਪੁਰ ਵਾਲੇ ਕਹਿੰਦੇ ਸੀ ਉਹਨਾਂ ਨੂੰ, ਸਹੇੜੀ ਰਹਿੰਦੇ ਹੁੰਦੇ ਸੀ। ਉਹਨਾਂ ਦੀ ਜ਼ਿੰਦਗੀ ਬਦਲੀ ਸੀਗੀ। ਉਹ ਜਿਹੜੇ ਬਦਨਪੁਰ ਵਾਲੇ ਸੀ, ਉਹ ਪਹਿਲੀ ਉਮਰ 'ਚ ਸ਼ਰਾਬਾਂ ਪੀਣੀਆਂ, ਚਾਦਰੇ ਲਾਉਣੇ, ਖੁੰਡੇ ਖੜਕਾਉਣੇ, ਮੇਲਿਆਂ ਦੇ ਉੱਤੇ ਮਤਲਬ ਫਸਾਦ ਕਰਨੇ, ਇਸ ਤਰ੍ਹਾਂ ਦਾ ਜੀਵਨ ਸੀ ਉਹਨਾਂ ਦਾ। ਉਹ ਸੁਧਰ ਕੇ ਬਿਲਕੁਲ ਸੰਤ ਬਣ ਗਏ ਸੀ। ਉਹ ਹਮੇਸ਼ਾ ਚਾਨੀ ਹੱਥ ਲਾਉਂਦੇ ਸੀ, ਭਰਾ ਲੱਗਦੇ ਸੀ ਰਿਸ਼ਤੇ 'ਚ ਵੈਸੇ। ਪਰ ਜਦੋਂ ਸੰਤਾਂ ਦਾ ਚਲਾਣਾ ਹੋਇਆ ਤਾਂ ਉਹ ਆਏ, ਸੰਗਤ ਵੀ ਦੇਖਦੀ ਰਹੀ, ਉਹਨਾਂ ਨੇ ਚਾਨੀ ਹੱਥ ਨਹੀਂ ਲਗਾਇਆ, ਬਸ ਫਤਿਹ ਹੱਥ ਜੋੜ ਕੇ ਦੂਰ ਤੋਂ ਬੁਲਾਤੀ। ਉਹ ਵੀ ਇੱਕ ਸੰਕੇਤ ਹੈ ਵੀ ਮਰੇ ਤੋਂ ਬਾਅਦ ਜਿਹੜਾ ਪ੍ਰਾਣੀ ਹੈ ਉਹ ਮਿੱਟੀ ਹੁੰਦਾ ਹੈ। ਮਿੱਟੀ ਦੇ ਚਾਨੀ ਹੱਥ ਲਾਉਣੇ ਯੋਗ ਨਹੀਂ ਹੈ। ਜਿੰਨਾ ਚਿਰ ਅੰਦਰ ਆਤਮਾ ਚੱਲਦੀ ਹੈ ਉਨਾ ਚਿਰ ਠੀਕ ਹੈ। ਆਪ ਤੋਂ ਬੜੇ ਦਾ ਸਤਿਕਾਰ ਕਰਨਾ, ਤੋ ਸਤਿਕਾਰ ਤਾਂ ਚਲੋ ਮਰੇ ਦਾ ਵੀ ਆਪਾਂ ਕਰਦੇ ਹਾਂ ਆਪਣੇ ਬਜ਼ੁਰਗਾਂ ਦਾ, ਪਰ ਉਹਨੂੰ ਅੰਧ ਵਿਸ਼ਵਾਸ 'ਚ ਨਹੀਂ ਲੈ ਕੇ ਜਾਣਾ ਵੀ ਜੇ ਨਹੀਂ ਨਲਾਉਂਗੇ ਤਾਂ ਪਤਾ ਨਹੀਂ ਕਿਆ ਹੋ ਜਾਊਗਾ। ਆਪਣੇ ਕੋਲ ਹੈਗਾ ਨਲਾ ਦਿਓ, ਕੋਈ ਹਰਜ ਨਹੀਂ, ਨਹੀਂ ਹੈ ਤਾਂ ਨਾ ਨਲਾਓ। ਫਿਰ ਹੋਰ ਬਹੁਤ ਸਾਰਾ ਇੱਕ ਨਾ ਸਾਡੇ ਏਰੀਏ ਵਿੱਚ ਤਾਂ ਹੈ ਉਹ ਰਸਮ ਵੀ ਮਰੇ ਹੋਏ ਪ੍ਰਾਣੀ ਦੇ ਪੈਰਾਂ ਕੰਨੀ ਹੇਠਾਂ ਇੱਕ ਕੰਡੀਰਾ ਜਿਹਾ ਰੱਖ ਕੇ ਨਾ, ਉਹਦੇ 'ਚ ਦਾਣੇ ਰੱਖੇ ਹੋਏ ਹੁੰਦੇ, ਉੱਥੇ ਲੋਕ ਬੀਬੀਆਂ ਦਾਣੇ ਚੜਾਉਂਦੀਆਂ, ਲੋਕ ਮੱਥਾ ਟੇਕਦੇ 10 ਰੁਪਏ ਦਾ। ਮੇਰੀ ਇੱਕ ਰਿਸ਼ਤੇਦਾਰੀ 'ਚ ਕਿਸੇ ਪ੍ਰਾਹੁਣੇ ਨੇ 50 ਰੁਪਏ ਦਾ ਮੱਥਾ ਟੇਕਤਾ ਸੀਗਾ। ਉਹਦੀ ਵਿਚਾਰਾਂ ਹੋਈਆਂ ਕਾਫੀ ਬਹੁਤ। ਇਹ ਵੀ ਇੱਕ ਵਿਚਾਰ ਹੈ ਇਹਨਾਂ ਲੋਕਾਂ ਦੀ ਅੰਧ ਵਿਸ਼ਵਾਸ ਵਿੱਚ ਵੀ ਮਰੇ ਹੋਏ ਪ੍ਰਾਣੀ ਦੇ 10 ਤੋਂ ਵੱਧ ਦਾ ਮੱਥਾ ਨਹੀਂ ਟੇਕਣਾ। ਉਹਨੂੰ ਪਤਾ ਨਹੀਂ ਸੀ, ਉਹਨੇ 50 ਦਾ ਟੇਕ ਦਿੱਤਾ। ਚਲੋ ਉਹ ਸੰਪੰਨ ਸੀ ਘਰ ਤੋਂ, ਇਸ ਕਰਕੇ। ਹੁਣ ਇਹ ਜਿਹੜੇ ਐਸੇ ਵਿਸ਼ਵਾਸ ਬਣੇ ਹੋਏ ਹੈ, ਜੁੜੇ ਹੋਏ ਹੈ, ਇਹਨਾਂ ਦਾ ਕੋਈ ਮਤਲਬ ਨਹੀਂ ਹੈ ਸਿੱਖੀ ਦੇ ਵਿੱਚ। ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ, ਇਹ ਹੁਕਮ ਹੈ ਗੁਰਬਾਣੀ 'ਚ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਸੁੰਦਰ ਜੀ, ਉਹਨਾਂ ਨੇ ਇਹ ਲਿਖ ਲਈ ਸੀ, ਉਹਨਾਂ ਨੇ ਜੋ ਕੁਛ ਕਿਹਾ ਸੀਗਾ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਰਾਮਕਲੀ ਸੱਦ ਵਿੱਚ ਆਉਂਦਾ ਜ਼ਿਕਰ, ਤਾਂ ਉੱਥੇ ਜ਼ਿਕਰ ਆਉਂਦਾ ਵੀ ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸਤਨਾਮ ਕਰਤਾਰ, ਇਹ ਤਾਂ ਆਉਂਦਾ ਹੋਰ ਜਗ੍ਹਾ ਗੁਰਬਾਣੀ 'ਚ, ਲੇਕਿਨ ਉੱਥੇ ਇਹ ਆਉਂਦਾ ਵੀ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਇਹਨਾਂ ਦੋਹਾਂ ਸ਼ਲੋਕਾਂ ਦਾ ਤੁਕਾਂ ਦਾ ਭਾਵ ਇਹੀ ਬਣਦਾ ਵੀ ਸਾਡੇ ਵਾਸਤੇ ਤਾਂ ਸਤਨਾਮ ਕਰਤਾਰ ਹੀ ਸਭ ਕੁਛ ਹੈ। ਪਿੰਡ ਪੱਤਲ ਕਿਰਿਆ ਦੀਵਾ, ਜੋ ਕੁਛ ਮਰੇ ਹੋਏ ਪ੍ਰਾਣੀ ਦੇ ਨਿਮਿਤ ਕਰਿਆ ਜਾਂਦਾ ਹੈ, ਸਿੱਖ ਵੀ ਕਰੀ ਜਾਂਦੇ ਦੇਖਾ ਦੇਖੀ। ਔਰ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ, ਇਹਦਾ ਭਾਵ ਇਹ ਹੈ ਬਈ ਇਹਨਾਂ ਨੂੰ ਹਰੀ ਦੇ ਸਰੋਵਰ 'ਚ ਪਾਉਣਾ ਹੈ। ਹੁਣ ਹਰੀ ਦਾ ਸਰੋਵਰ ਨਾ ਤਾਂ ਕੀਰਤ ਪ੍ਰਸਾਦ ਹੈ ਜਿੱਥੇ ਪਾਏ ਜਾਂਦੇ, ਸਤਲੁਜ ਨਦੀ 'ਚ ਪਾਏ ਜਾਂਦੇ, ਨਾ ਹੀ ਬਿਆਸਾ ਦੇ ਵਿੱਚ ਹਰੀ ਦਾ ਸਰੋਵਰ ਹੈ, ਉਹ ਵੀ ਦਰਿਆ ਹੈ। ਤੇ ਨਾ ਹੀ ਕਟਾਣਾ ਸਾਹਿਬ ਲੁਧਿਆਣੇ ਦੇ ਏਰੀਏ ਦੇ ਲੋਕ ਕਟਾਣਾ ਸਾਹਿਬ ਨਹਿਰ ਦੇ ਵਿੱਚ ਪਾਉਂਦੇ।
ਉਧਰ ਦੀ ਇਹੀ ਰਵਾਇਤ ਹੈ ਉਹਨਾਂ ਪਿੰਡਾਂ ਦੀ। ਤੋ ਇਹ ਜਿਹੜੀ ਇਸ ਤਰ੍ਹਾਂ ਦੀਆਂ ਰਵਾਇਤਾਂ ਬਣੀਆਂ ਹੋਈਆਂ ਇਹ ਸਮੇਂ ਦੀ ਹੈ ਜਾਂ ਫੈਸਿਲਿਟੀ ਦੇ ਹਿਸਾਬ ਨਾਲ ਹੈ। ਆਪਣਾ ਨੇੜੇ ਤੇੜੇ ਜਿੱਥੇ ਵੀ ਹੈ ਪਾ ਲੈਂਦੇ। ਦਿੱਲੀ ਵਾਲੇ ਲੋਕ ਉੱਧਰ ਹੀ ਆਪਣਾ ਕਰ ਲੈਂਦੇ। ਔਰ ਕੋਈ ਇਹ ਜਿਵੇਂ ਭਾਈ ਗੁਰਵਿੰਦਰ ਸਿੰਘ ਨੇ ਦੱਸਿਆ ਇਹਦੇ ਬਾਰੇ ਕੋਈ ਨਿਸ਼ਚਿਤ ਗੱਲ ਨਹੀਂ ਹੈ ਵੀ ਇੱਕਣੇ ਪਾਉਣੇ ਆ ਜਾਂ ਨਹੀਂ ਪਾਉਣੇ ਆ। ਫੁੱਲ ਚੁਗਣੇ ਹੀ ਵੈਸੇ ਸਿੱਖ ਦੇ ਠੀਕ ਨਹੀਂ ਹੈ। ਇਹ ਵੀ ਹਰਿਦੁਆਰ ਦੀ ਬੁਰਾਈ ਹੈ ਜਿਹੜੀ ਅਸੀਂ ਇਕੱਠੀ ਕਰਕੇ ਉੱਥੋਂ ਚੱਕ ਲਿਆਂਦੀ ਹੈ ਤੇ ਇੱਧਰ ਆਪਾਂ ਕਰਨ ਲੱਗੇ ਹੋਏ। ਤੋ ਹਰ ਸਰ ਪਾਵੇ ਦਾ ਮਤਲਬ ਹੈ ਹਰੀ ਦੇ ਸਰੋਵਰ ਚ ਪਾਉਣੇ ਆ। ਇਹ ਇੱਕ ਕਾਵਕ ਢੰਗ ਹੈ ਗੱਲ ਕਹਿਣ ਦਾ ਵੀ ਹਰੀ ਦੇ ਸਰੋਵਰ ਯਾਨੀ ਸਾਧ ਸੰਗਤ ਤੋਂ ਕੁਰਬਾਨ ਕਰਨੇ ਆ। ਹਰੀ ਦਾ ਸਰੋਵਰ ਤਾਂ ਸਾਧ ਸੰਗਤ ਹੈ। ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਹਰੀ ਦੇ ਸਰੋਵਰ ਚ ਪਾਉਣੇ ਯਾਨੀ ਹਰੀ ਦੇ ਸਰੋਵਰ ਤੋਂ ਕੁਰਬਾਨ ਕਰਨੇ। ਮਤਲਬ ਇਹ ਹੈ ਦੂਜੇ ਸ਼ਬਦਾਂ 'ਚ ਵੀ ਇਹਨਾਂ ਨੂੰ ਚੁਗਣ ਦੀ ਲੋੜ ਨਹੀਂ, ਨਾ ਕੁਛ ਕਰਨ ਦੀ ਲੋੜ। ਫੁੱਲ ਵੀ ਉਹਨਾਂ ਨੂੰ ਕਹਿੰਦੇ ਜਿਹੜੀਆਂ ਥੋੜ੍ਹੀਆਂ ਜਿਹੀਆਂ ਹਸਤੀਆਂ ਐਵੇਂ 20-50 ਛੋਟੇ ਛੋਟੇ ਟੁਕੜੇ ਕਰਕੇ ਚੁਗ ਲੈਂਦੇ, ਬਾਕੀ ਦੀਆਂ ਉੱਕਣੇ ਪਈਆਂ ਹੁੰਦੀਆਂ ਸਵਾਹ ਦੇ ਵਿੱਚ, ਉਹਨਾਂ ਨੂੰ ਫੁੱਲ ਕਿਹਾ ਜਾਂਦਾ। ਹਿੰਦੀ ਵਾਲੇ ਉਹਨਾਂ ਨੂੰ ਹਸਤੀਆਂ ਕਹਿੰਦੇ। ਉਹ ਹਰਿਦੁਆਰ ਲੈ ਕੇ ਜਾਂਦੇ। ਅਸੀਂ ਕੋਈ ਕੀਰਤਪੁਰ ਸਾਹਿਬ, ਕੋਈ ਕਟਾਣਾ ਸਾਹਿਬ, ਕੋਈ ਗੋਇੰਦਵਾਲ ਸਾਹਿਬ, ਅਲੱਗ-ਅਲੱਗ ਆਪਣੀ ਦੇਖ ਕੇ ਨੇੜੇ ਤੇੜੇ ਪਾ ਦਿੰਦੇ ਕਿਉਂਕਿ ਚੱਲਦਾ ਪਾਣੀ ਹੋਣਾ ਚਾਹੀਦਾ। ਅਗਰ ਚੱਲਦਾ ਪਾਣੀ ਨਹੀਂ ਹੈ ਤਾਂ ਦੱਬੀਆਂ ਵੀ ਠੀਕ ਹੈ। ਦੱਬਣੀਆਂ ਇਹ ਮਰਿਆਦਾ 'ਚ ਵੀ ਲਿਖੀ ਹੋਈ ਗੱਲ ਹੈ ਵੀ ਜਾਂ ਉੱਥੇ ਹੀ ਦਬਾ ਦਿਓ, ਟੋਆ ਪੱਟ ਕੇ ਧਰਤੀ ਬਰਾਬਰ ਕਰ ਦਿਓ, ਜਾਂ ਚੱਲਦੇ ਪਾਣੀ 'ਚ ਪਾ ਦਿਓ। ਇੱਕ ਨਿੱਜੀ ਵਿਚਾਰ ਵੀ ਹੈ ਦਾਸਰੇ ਦੇ ਨਾਲ ਘਟਨਾ ਸਾਡੇ ਆਪਣੇ ਮੇਰੇ ਮਾਤਾ ਜੀ ਜਦੋਂ ਅਕਾਲ ਚਲਾਣਾ ਹੋਇਆ ਉਹਨਾਂ ਦਾ, ਅਸੀਂ ਇਹੋ ਜਿਹਾ ਕੁਛ ਕਰਿਆ ਨਹੀਂ। ਬੜੀਆਂ ਵਿਚਾਰਾਂ ਦੀਆਂ ਵੀ ਲੋਕਾਂ ਨੇ ਕਰੀਆਂ ਵੀ ਇਹਨਾਂ ਨੇ ਕੁਛ ਵੀ ਨਹੀਂ ਕਰਿਆ। ਉਹ ਮੜੀ ਢੱਕਦੇ ਹੁੰਦੇ ਇੱਕ ਦੂਜੇ ਦਿਨ ਕਿਸੇ ਚਾਦਰ ਨਾਲ ਜਾਂ ਲੋਈ ਨਾਲ, ਅਸੀਂ ਉਹ ਵੀ ਨਹੀਂ ਢੱਕੀ। ਸਾਡੇ ਜਿਹੜੇ ਮਾਮਾ ਜੀ ਦੇ ਲੜਕੇ ਸੀਗੇ ਉਹ ਆ ਕੇ ਢੱਕ ਗਏ ਕਿਉਂਕਿ ਪਿੰਡ ਤੋਂ ਕਿਲੋਮੀਟਰ ਦੂਰ ਹੈ ਮੜੀਆਂ। ਸਾਨੂੰ ਕਿਸੇ ਨੇ ਦੱਸਿਆ ਵੀ ਤੁਹਾਡੇ ਮਾਤਾ ਜੀ ਦੀ ਮੜੀ ਢੱਕੀ ਪਈ ਹੈ ਵੀ ਤੁਸੀਂ ਤਾਂ ਕਹਿੰਦੇ ਸੀ ਅਸੀਂ ਢੱਕਣੀ ਨਹੀਂ ਹੈ। ਫਿਰ ਅਸੀਂ ਦੇਖ ਕੇ ਆਏ ਵਾਕਈ ਢੱਕੀ ਹੋਈ। ਉਹ ਪਤਾ ਕਰਿਆ ਵੀ ਸਾਡੇ ਮਾਮਾ ਜੀ ਦਾ ਲੜਕਾ ਬਾਹਰ ਦੀ ਬਾਹਰ ਆ ਕੇ ਢੱਕ ਕੇ ਚਲਾ ਗਿਆ। ਵਿਸ਼ਵਾਸ ਵਹਿਮ ਕਰਦੇ ਹੁਣ ਕਿਆ ਕਰਿਆ ਜਾਵੇ, ਕਿੰਨਿਆਂ ਨੂੰ ਹਟਾ ਸਕਦਾ ਬੰਦਾ। ਸੋ ਇਸ ਤਰ੍ਹਾਂ ਅਸੀਂ ਫੁੱਲ ਵੀ ਚੱਕ ਕੇ ਭਾਖੜਾ ਨਹਿਰ ਦੇ ਵਿੱਚ ਚੱਲਦਾ ਪਾਣੀ ਹੈ ਉਹਦੇ ਵਿੱਚ ਵਿਸਰਜਨ ਕਰਤਾ ਸੀ ਫੁੱਲਾਂ ਦਾ। ਸਣੇ ਸਾਰੀ ਉਹ ਰਾਖ ਚੱਕ ਕੇ ਬੋਰੀਆਂ 'ਚ 2 ਥੈਲਿਆਂ 'ਚ ਪਾਈ, ਉਹ ਦਰਿਆ ਇਹਦੇ 'ਚ ਨਹਿਰ ਦੇ ਵਿੱਚ ਰੋੜ ਦਿੱਤੀ ਸੀਗੀ। ਸੋ ਇਹਦੇ ਬਾਰੇ ਕੋਈ ਪਰਮਾਨੈਂਟ ਜਾਂ ਪੱਕਾ ਕੋਈ ਕਾਨੂੰਨ ਨਹੀਂ ਹੈ। ਇਸ ਤਰ੍ਹਾਂ ਦੀ ਕੋਈ ਮਰਿਆਦਾ ਨਹੀਂ ਵੀ ਇੱਕਣੇ ਕਰਨਾ ਹੈ। ਪੰਜਵੇਂ ਪਾਤਸ਼ਾਹ ਦਾ ਸਰੀਰ ਦੋਹੇ ਤਰ੍ਹਾਂ ਦੀ ਬਾਤ ਆਉਂਦੀ ਹੈ ਇਤਿਹਾਸ 'ਚ। ਇੱਕ ਤਾਂ ਇਹ ਆਉਂਦੀ ਵੀ ਸੰਸਕਾਰ ਕਰਕੇ ਉਹਨਾਂ ਦਾ ਵਿਸਰਜਨ ਹੋਇਆ, ਇੱਕ ਵਿਚਾਰ ਇਹ ਵੀ ਹੈ ਵੀ ਸੰਸਕਾਰ ਨਹੀਂ ਕੀਤਾ, ਉਹਨਾਂ ਨੂੰ ਦਰਿਆ ਦੇ ਵਿੱਚ ਹੀ ਵਿਸਰਜਨ ਕਰ ਦਿੱਤਾ ਗਿਆ ਮ੍ਰਿਤਕ ਦੇਹ ਨੂੰ। ਤੋ ਅਲੱਗ-ਅਲੱਗ ਉਹ ਹੈ। ਜਿਹੜੇ ਸਾਡੇ 8ਵੇਂ ਗੁਰੂ ਸਾਹਿਬ ਸੀ ਉਹਨਾਂ ਦਾ ਦਿੱਲੀ ਹੋਇਆ ਸੰਸਕਾਰ। 6ਵੇਂ ਪਾਤਸ਼ਾਹ ਦਾ ਕੀਰਤਪੁਰ ਸਾਹਿਬ ਹੋਇਆ। ਤੋ ਇਹ ਕੋਈ ਨਿਸ਼ਚਿਤ ਗੱਲ ਨਹੀਂ ਹੈ ਵੀ ਇਹਦੇ ਵੀ ਕਿੱਥੇ ਫੁੱਲ ਚੁਗਣੇ ਆ ਜਾਂ ਨਹੀਂ ਚੁਗਣੇ, ਜਾਂ ਪਾਉਣੇ ਜਾਂ ਕਿੱਥੇ ਪਾਉਣੇ, ਐਸਾ ਕੁਝ ਵੀ ਨਹੀਂ ਹੈ। ਇਹ ਮਨ ਦੇ ਉੱਪਰ ਇੱਕ ਬੋਝ ਹੈ ਵਾਧੂ ਦਾ। ਇਹਨਾਂ ਨੂੰ ਤਾਂ ਜੇ ਨਾਮ ਦੇ ਨਾਲ ਜੁੜ ਗਿਆ ਬੰਦਾ ਇਹ ਤਾਂ ਹਟਣੇ ਚਾਹੀਦੇ, ਲੇਕਿਨ ਹਟਦੇ ਹੈ ਨਹੀਂ ਕਿਉਂਕਿ ਸਾਡੀ ਚੇਤਨਾ 'ਚ ਬੈਠੀਆਂ ਇਹ ਗੱਲਾਂ ਹਜ਼ਾਰਾਂ ਸਾਲਾਂ ਤੋਂ ਪੰਡਤ ਨੇ ਪਾਈਆਂ ਹੋਈਆਂ। ਹੁਣ ਵੀ ਸਾਡੇ ਅੰਦਰ ਪਈਆਂ। ਦਾਸਰਾ ਕਈ ਵਾਰ ਕਹਿੰਦਾ ਹੁੰਦਾ ਵੀ ਬਾਹਰੋਂ ਅਸੀਂ ਸਿੱਖ ਹੈ, ਗੁਰੂ ਦਾ ਰੂਪ ਹੈ, ਦਾੜਾ ਸਜਾਇਆ ਹੋਇਆ ਪ੍ਰਕਾਸ਼ ਹੈ, ਅੰਦਰ ਸਾਡੇ ਪੰਡਤ ਬੈਠਾ ਹੈ। ਉਹ ਪੰਡਤ ਨਾਚ ਨਚਾ ਰਿਹਾ ਹੁਣ ਵੀ ਆਪਣਾ, ਵੀ ਪਾਦੇ ਨੂੰ ਪੁੱਛ ਕੇ ਕਰਨਾ ਹਰ ਗੱਲ। ਅੱਗੇ ਕਹਾਵਤ ਵੀ ਹੁੰਦੀ ਸੀ ਵੀ ਤੈਨੂੰ ਕਿਹਾ ਪਾਦੇ ਨੇ ਦੱਸਿਆ ਵੀ ਤੂੰ ਕਾਹਤੇ ਕਰਦਾ ਇਹ ਕੰਮ। ਮਤਲਬ ਹੈ ਚੂਨੇ 'ਚ ਕਹਿੰਦੇ ਨਾ ਵੀ ਇੱਟ ਲਾਦੀ ਜਾਂ ਲੀਕ ਮਾਰਤੀ ਪੱਥਰ ਪਰ ਲਕੀਰ ਹੈ, ਇਸ ਤਰ੍ਹਾਂ ਦੀ ਗੱਲ ਪੰਡਤ ਦੀ ਮੰਨੀ ਜਾਂਦੀ ਸੀ ਪਾਦੇ ਦੀ। ਇੱਥੋਂ ਤੱਕ ਹੈ ਵੀ ਜੇ ਘਰ ਦਾਣੇ ਲੈ ਕੇ ਆਉਣੇ, ਫਸਲ ਆਈ ਹੈ ਨਵੀਂ, ਪਹਿਲਾਂ ਪੰਡਤ ਉਹਨੂੰ ਆ ਕੇ ਕੁਛ ਮੰਤਰ ਪੜ੍ਹ ਕੇ ਤਾਂ ਉਹਨੂੰ ਘਰ ਲਿਆਉਂਦੇ ਹੁੰਦੇ ਸੀ। ਇਹੋ ਜਿਹੀਆਂ ਵਿਚਾਰਾਂ ਹੁਣ ਵੀ ਬਹੁਤ ਹੈ, ਚੱਲ ਰਿਹਾ ਅੰਧਕਾਰ ਹੈ ਬਿਲਕੁਲ। ਜਿੰਨਾ ਇਸ ਅੰਧਕਾਰ 'ਚੋਂ ਕੋਈ ਬਾਹਰ ਨਿਕਲ ਜੂਗਾ ਹੌਲਾ ਫੁੱਲ ਹੋ ਜੂਗਾ, ਜਿੰਨਾ ਫਸਿਆ ਰਹੂਗਾ ਸਾਰੀ ਉਮਰ ਲੰਘ ਜਾਂਦੀ ਹੈ ਬੰਦੇ ਦੀ ਇਹਨਾਂ ਕਰਮ ਕਾਂਡਾਂ 'ਚ, ਭਰਮਾਂ 'ਚ। ਜਿੱਥੇ ਭਰਮ ਹੈ ਉੱਥੇ ਨਾਮ ਦਾ ਟਿਕਾਅ ਹੋ ਹੀ ਨਹੀਂ ਸਕਦਾ। ਨਾਮ ਜਿੱਥੇ ਪ੍ਰਗਟ ਹੋ ਗਿਆ ਉੱਥੇ ਭਰਮ ਰਹਿ ਨਹੀਂ ਸਕਦਾ। ਤੋ ਇਹ ਜਿਹੜੇ ਮਹਾਂਪੁਰਸ਼ ਹੁੰਦੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੁੰਦਾ, ਉਹ ਕਰਕੇ ਵੀ ਦਿਖਾਉਂਦੇ ਆ। ਲੇਕਿਨ ਅਸੀਂ ਲੋਕ ਫਿਰ ਵੀ ਲਕੀਰ ਦੇ ਫਕੀਰ ਕਰੀ ਜਾਂਦੇ, ਫਿਰ ਐਂ ਵੀ ਕਹਿ ਦਿੰਦੇ ਵੀ ਉਹ ਤਾਂ ਸੰਤ ਤੇ ਉਹਨਾਂ ਦਾ ਜੋ ਮਰਜ਼ੀ ਹੋਇਆ, ਵੀ ਆਪਾਂ ਦਾ ਤਾਂ ਹੋਣਾ ਚਾਹੀਦਾ। ਅਹੀਆਂ ਜਿਹੀਆਂ ਦਲੀਲਾਂ ਘੜੀਆਂ ਹੋਈਆਂ ਲੋਕਾਂ ਨੂੰ ਕਰਦੇ ਆ ਲੋਕ। ਇੱਕ ਸੋਟੀ ਜੀ ਮਾਰਦੇ ਹੁੰਦੇ, ਕਪਾਲ ਕਿਰਿਆ ਕਰਦੇ ਆਪਣੇ ਬਜ਼ੁਰਗਾਂ ਦੇ ਸਿਰ 'ਚ।
ਫਿਰ ਜਿਵੇਂ ਭਾਈ ਗੁਰਵਿੰਦਰ ਸਿੰਘ ਨੇ ਦੱਸਿਆ, ਘੜਾ ਭੰਨਦੇ ਆ ਰਸਤੇ 'ਚ, ਅੱਧ ਵਿੱਚ ਜਾ ਕੇ ਅਰਥੀ ਨੂੰ ਰੱਖ ਕੇ ਮੋਢਾ ਬਦਲਦੇ ਆ, ਫਿਰ ਆ ਕੇ ਚੜ੍ਹਦੇ ਦੱਖਣ ਕੰਨੀ ਦੇ ਪਾਸੇ ਉੱਤਰ ਵੱਲ ਸਿਰ ਰੱਖਣਾ ਹੁੰਦਾ ਇਹਨਾਂ ਦਾ। ਇਸ ਤਰ੍ਹਾਂ ਦਾ ਵਿਸ਼ਵਾਸ ਹੈ। ਐਸਾ ਕੁਝ ਵੀ ਨਹੀਂ ਹੈ ਗੁਰਮਤਿ 'ਚ, ਸਾਰੀਆਂ ਹੀ ਦਿਸ਼ਾਵਾਂ ਉਸੇ ਦੀਆਂ। ਜੇ ਹੁੰਦੀਆਂ ਤਾਂ ਗੁਰੂ ਸਾਹਿਬ ਲਿਖ ਕੇ ਜਾਂਦੇ ਵੀ ਭਾਈ ਏਕਣ ਸੰਸਕਾਰ ਕਰਨਾ। ਉਹਨਾਂ ਨੇ ਤਾਂ ਕੋਈ ਇਹੋ ਜਿਹੀ ਗੱਲ ਕਹੀ ਨਹੀਂ। ਉਹਨਾਂ ਸਗੋਂ ਇਹ ਕਿਹਾ ਵੀ ਭਰਮ 'ਚੋਂ ਬਾਹਰ ਨਿਕਲੋ। ਹੁਣ ਭਰਮ 'ਚੋਂ ਬਾਹਰ ਅਸੀਂ ਕਿੰਨਾ ਕੁ ਨਿਕਲਦੇ ਹਾਂ ਗੁਰਬਾਣੀ ਦੀ ਰੋਸ਼ਨੀ ਵਿੱਚ, ਇਹ ਤਾਂ ਹੁਣ ਸਾਡੇ ਕਰਮ ਹੈ। ਜਿਹੋ ਜਿਹਾ ਬੰਦੇ ਨੂੰ ਕਰਿਆ ਮਹਾਰਾਜ ਨੇ ਲਾਇਆ ਵਾ, ਬੰਦਾ ਉਸ ਤਰ੍ਹਾਂ ਕਰੀ ਜਾਂਦਾ। ਜਿਹੜਾ ਸੰਗਤ ਵਿੱਚ ਆ ਕੇ ਪੂਰੀ ਤਰ੍ਹਾਂ ਇਹ ਸਾਰਾ ਹੀ ਜਿਹੜਾ ਜੂੜਾ ਇਹਨੂੰ ਵੱਢ ਕੇ ਪਰੇ ਸਿੱਟ ਦੇਵੇ, ਸੱਪ ਦੀ ਕੁੰਜ ਦੀ ਤਰ੍ਹਾਂ ਲਾਹ ਕੇ ਪਰੇ ਮਾਰੇ, ਉਹ ਉਸੇ ਦੇ ਅੰਦਰ ਨਾਮ ਚੱਲ ਸਕਦਾ। ਇਹ ਨਾਮ ਹੈ ਜਿਹੜਾ, ਇਹ ਤਾਂ ਗੁੱਲੀ ਡੰਡਾ ਆਪਣਾ, ਜਿਹੜਾ ਭਰਮ ਹੈ ਇਹ ਤਾਂ ਗੁੱਲੀ ਡੰਡਾ ਹੈ। ਗੁੱਲੀ ਡੰਡੇ ਨੇ ਕਣਕ ਦੱਬ ਲੈਣੀ ਹੈ ਅਖੀਰ ਨੂੰ। ਜੇ ਕਣਕ ਤਕੜੀ ਹੈ ਤਾਂ ਗੁੱਲੀ ਡੰਡਾ ਮਰੂਗਾ, ਜੇ ਗੁੱਲੀ ਡੰਡਾ ਤਕੜਾ ਹੋ ਗਿਆ ਕਣਕ ਨੇ ਦਬ ਜਾਣਾ। ਜੇ ਭਰਮ ਭਾਰੂ ਹੋ ਗਏ ਤਾਂ ਨਾਮ ਨਹੀਂ ਟਿਕ ਸਕਦਾ ਅੰਦਰ। ਜੇ ਨਾਮ ਅੰਦਰ ਪ੍ਰਗਟ ਹੋ ਗਿਆ ਤਾਂ ਭਰਮ ਨਹੀਂ ਰਹਿ ਸਕਦੇ ਅੰਦਰ। ਇਸ ਕਰਕੇ ਹਾਂਜੀ ਸਾਧ ਸੰਗਤ ਜੀ, ਫੋਨ ਕਰਕੇ ਡਿਸਟਰਬੈਂਸ ਹੋਈ। ਗੁਰਬਾਣੀ ਦਾ ਵਾਕ ਹੈ, ਮਨਮੁਖ ਦੇਹੀ ਭਰਮ ਪਧਾਰੋ, ਗੁਰਮੁਖ ਦੇਹੀ ਸ਼ਬਦ ਪਧਾਰੋ। ਮਨਮੁਖ ਬੰਦੇ ਦਾ ਜਿਹੜਾ ਪਤੀ ਹੈ ਉਹ ਭਰਮ ਹੁੰਦਾ ਹੈ, ਭਰਮ ਦੇ ਨਾਲ ਚੱਲਦਾ। ਜਿਵੇਂ ਔਰਤ ਆਪਣੇ ਘਰ ਵਾਲੇ ਨਾਲ ਚੱਲਦੀ ਹੈ, ਤਾਂ ਜਿਹੜਾ ਗੁਰਮੁਖ ਬੰਦਾ ਹੈ ਉਹਦਾ ਪਤੀ ਸ਼ਬਦ ਹੁੰਦਾ ਹੈ, ਉਹ ਸ਼ਬਦ ਨਾਲ ਚੱਲਦਾ ਹੈ, ਨਾਮ ਨਾਲ ਚੱਲਦਾ ਹੈ। ਇਹ ਅੰਤਰ ਹੈ ਦੋਵਾਂ 'ਚ। ਮਨਮੁਖ ਨੇ ਹਰ ਇੱਕ ਗੱਲ ਭਰਮ ਵਾਲੀ ਕਰਨੀ ਹੈ, ਭਰਮ ਦੇ ਵਿੱਚ ਰਹਿ ਕੇ ਕਰਨੀ ਹੈ, ਭਰਮ ਪਾਉਣਾ ਹੈ, ਆਪ ਵੀ ਭਰਮ 'ਚ ਹੈ, ਦੂਜੇ ਨੂੰ ਵੀ ਭਰਮ 'ਚ ਪਾਊਗਾ। ਜਿਹੜਾ ਗੁਰਮੁਖ ਹੈ ਉਹਨੇ ਭਰਮ ਤੋੜਨਾ ਹੈ। ਭਰਮ ਦਾ ਜਿਹੜਾ ਕਿਲਾ ਵੀ ਬਹੁਤ ਕਠੋਰ ਹੈ, ਸਖਤ ਹੈ, ਬੱਜਰ ਹੈ। ਇਹਨੂੰ ਨਾਮ, ਬਾਣੀ, ਸ਼ਬਦ ਇਹੀ ਤੋੜ ਸਕਦੇ ਹਾਂ, ਹੋਰ ਕੋਈ ਚੀਜ਼ ਨਹੀਂ। ਔਰ ਉਹ ਵੀ ਸੰਗਤ ਦੇ ਵਿੱਚ। ਜੇ ਇਕੱਲਾ ਆਪਣੇ ਆਪ ਤੋਂ ਨਾਮ ਦੀ ਗੱਲ ਕਰੇ ਉਹ ਵੀ ਠੀਕ ਨਹੀਂ ਹੈ। ਸਮਝ ਨਹੀਂ ਆਉਣੀ ਵੀ ਗੁਰਬਾਣੀ ਕਹਿੰਦੀ ਕਿ ਉਹਨੂੰ ਗਲਤ ਅਰਥਾਂ 'ਚ ਲਾਏਗਾ, ਉਲਟੇ ਅਰਥਾਂ 'ਚ ਲਗਾ ਲਏਗਾ। ਤੋ ਕਿਉਂਕਿ ਨਾਮ ਦੀ ਜਿਹੜੀ ਗੁਰਬਾਣੀ ਦੀ ਵਿਆਖਿਆ ਉਹ ਸੰਗਤ ਵਿੱਚ ਹੁੰਦੀ ਹੈ। ਸੰਗਤ ਤੋਂ ਭਾਵ ਕੋਈ ਗੁਰਮੁਖ ਬੰਦਾ ਵੀ ਹੋ ਸਕਦਾ, ਕਿਉਂਕਿ ਸੰਗਤ ਵਿੱਚ ਦੋ ਵੀ ਹੋ ਸਕਦੇ ਹੈ। ਸੰਗਤ ਤਾਂ ਅਸਲ 'ਚ ਇੱਕ ਨਾਲ ਵੀ ਹੋ ਸਕਦੀ ਹੈ, ਕਿਉਂਕਿ ਇੱਕ ਮਹਾਂਪੁਰਸ਼ ਹੈ, ਇੱਕ ਉਹਦੇ ਅੰਦਰ ਪਰਮਾਤਮਾ ਪ੍ਰਗਟ ਹੋਇਆ ਵਾ, ਦੋ ਬਣ ਜਾਂਦੇ। ਦੋ ਬੰਦੇ ਹੈ ਤਾਂ ਵੀ ਸੰਗਤ ਹੈ, 5 ਹੈ ਤਾਂ ਵੀ ਸੰਗਤ ਹੈ, ਜੇ 10,000 ਹੈ ਤਾਂ ਵੀ ਸੰਗਤ ਹੈ, ਜੇ ਲੱਖ ਹੈ ਤਾਂ ਵੀ ਸੰਗਤ ਹੈ। ਸੰਗਤ ਦਾ ਮਤਲਬ ਇਹੀ ਹੈ ਵੀ ਜਦੋਂ ਜਿੱਥੇ ਇੱਕ ਦੀ ਵਿਚਾਰ ਹੋਵੇ, ਬਸ ਬੇਸਿਕ ਕ੍ਰਾਈਟੀਰੀਆ ਇਹ ਹੈ। ਇੱਕ ਤੋਂ ਬਿਨਾਂ ਦੂਜੇ ਦੀ ਬਾਤ ਨਾ ਹੋਵੇ। ਹਾਂ, ਇੱਕ ਨੂੰ ਦ੍ਰਿੜਤਾ ਕਰਨ ਖਾਤਰ ਦੂਜੇ ਦੀ ਗੱਲ ਕਹੀ ਜਾਂਦੀ ਹੈ। ਇਹ ਤਾਂ ਗੁਰਬਾਣੀ ਦੇ ਵਿੱਚ ਡੁਅਲਿਟੀ ਕਿੰਨੀ ਦੱਸੀ ਗਈ ਹੈ। ਆ ਜਿੰਨੀ ਵੀ ਵਿਚਾਰਾਂ ਹੋਰ ਹੋ ਰਹੀਆਂ ਹੋਰ ਮੱਤ ਵਿੱਚ, ਉਹ ਸਾਰੀ ਡੁਅਲਿਟੀ ਤਾਂ ਹੈ। ਉਹਨਾਂ ਦਾ ਹਵਾਲਾ ਦੇ ਕੇ ਆਪਣੀ ਗੱਲ ਕਹੀ ਹੈ। ਮਤਲਬ ਇਹ ਹੈ ਵੀ ਇੱਕ ਦੇ ਗੱਲ ਉੱਤੇ ਹੀ ਜ਼ੋਰ ਹੋਣਾ ਚਾਹੀਦਾ, ਇੱਕ ਦੇ ਨਾਲ ਹੀ ਜੁੜਨ ਦੀ ਗੱਲ ਹੋਣੀ ਚਾਹੀਦੀ ਹੈ। ਉਹੀ ਸੰਗਤ ਹੁੰਦੀ ਹੈ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ। ਇੱਕ ਤੋਂ ਬਿਨਾਂ ਦੂਜੇ ਦੀ ਗੱਲ ਜਿੱਥੇ ਹੋ ਰਹੀ ਹੈ, ਯਾਨੀ ਦੂਜੇ ਨੂੰ ਵਡਿਆਇਆ ਜਾ ਰਿਹਾ ਕਿਸੇ ਵੀ ਰੂਪ 'ਚ, ਉਹ ਸੰਗਤ ਨਹੀਂ ਹੋ ਸਕਦੀ। ਕੇਵਲ ਵਾਹਿਗੁਰੂ ਦੀ, ਰਾਮ ਦੀ ਸੰਗਤ, ਬਸ ਉਸ ਤੋਂ ਉਰੇ ਕੁਛ ਨਹੀਂ ਹੋ ਰਿਹਾ। ਸਿੱਖਾਂ ਦੇ ਤਾਂ ਬੜੇ ਚੰਗੇ ਭਾਗ ਹੈ, ਸਾਨੂੰ ਗੁਰਬਾਣੀ ਦੀ ਸੰਗਤ ਮਿਲਦੀ ਰਹਿੰਦੀ ਹੈ। ਸੁਬਾਹ ਸ਼ਾਮ ਰੇਡੀਓ ਰਾਹੀਂ, ਟੈਲੀਵਿਜ਼ਨ ਰਾਹੀਂ, ਨੈੱਟ ਦੇ ਰਾਹੀਂ। ਵੈਸੇ ਵੀ ਜ਼ਿੰਦਗੀ ਦੇ ਵਿੱਚ ਕੋਈ ਭੋਗ ਆ ਗਿਆ, ਕੋਈ ਅਖੰਡ ਪਾਠ ਸਾਹਿਬ ਆ ਗਿਆ, ਕਦੇ ਨਾ ਕਦੇ ਆਪਾਂ ਰੋਜ਼ ਇਹ ਕੰਨਾਂ 'ਚ ਪੈਂਦੀ ਰਹਿੰਦੀ ਹੈ। ਤੋ ਜਦੋਂ ਇਹ ਪੈਂਦੀ ਰਹੇਗੀ ਤਾਂ ਬੰਦੇ ਦਾ ਜਿਹੜਾ ਪਤੀ ਹੈ ਉਹ ਸ਼ਬਦ ਬਣ ਜਾਏਗਾ, ਭਰਮਾਂ 'ਚੋਂ ਬਾਹਰ ਆ ਜਾਏਗਾ। ਭਰਮ ਤੋੜਦੀ ਹੈ ਬਾਣੀ। ਇਹ ਜਿਹੜਾ ਭਰਮ ਜਾਲ ਹੈ, ਭਰਮ ਦਾ ਜਿਹੜਾ ਗੜ੍ਹ ਹੈ, ਕੇਵਲ ਔਰ ਕੇਵਲ ਬਾਣੀ ਤੋੜ ਸਕਦੀ ਹੈ ਸੰਗਤ 'ਚ, ਹੋਰ ਕੋਈ ਤਰੀਕਾ ਨਹੀਂ। ਤੋ ਦਿਓ ਆਗਿਆ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਅੱਜ ਦੀਆਂ ਸਾਰੀਆਂ ਵਿਚਾਰਾਂ ਸੁਬਾਹ ਤੋਂ ਹੁਣ ਤਾਈਂ ਜਿੰਨੀਆਂ ਹੋਈਆਂ, ਉਹ ਸਾਰੀਆਂ ਸਿੰਘ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਦੇ ਨਾਂ, ਫਸਟ ਅਮੰਗ ਇਕੁਅਲਸ ਅੱਜ ਦੇ ਦਿਨ ਵਾਸਤੇ। ਜਿਵੇਂ ਕੈਬਨਿਟ ਵਿੱਚ ਪ੍ਰਧਾਨ ਮੰਤਰੀ ਹੁੰਦਾ, ਸਾਰੇ ਇੱਕ ਹੁੰਦੇ, ਇੱਕ ਜਿਹੇ ਹੁੰਦੇ, ਪਰ ਪ੍ਰਧਾਨ ਮੰਤਰੀ ਪਹਿਲੇ ਨੰਬਰ 'ਤੇ ਹੁੰਦਾ।
ਸਾਰੇ ਹੀ ਵਿਲੱਖਣ ਹੈ, ਸਾਰੇ ਹੀ ਸਤਿਕਾਰਤ ਹੈ, ਸਾਰੇ ਹੀ ਇੱਕ ਤੋਂ ਇੱਕ ਚੜ੍ਹੰਦੀਆਂ। ਅੱਜ ਦਾ ਦਿਨ ਭਾਈ ਗੁਰਵਿੰਦਰ ਸਿੰਘ ਜੀ ਦਾ, ਕੱਲ ਨੂੰ ਕਿਸੇ ਹੋਰ ਦਾ ਵੀ ਹੋ ਸਕਦਾ, ਉਹ ਲਹਿਦਾ ਬਾਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਚੇ ਇਹ ਨਾ ਆਖੀਐ ਬਹਿਨ ਜੋ ਪਿੰਡਾ ਧੋਏ, ਸੁਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸ਼ਲੋਕ ਮਹਿਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ। ਸੁੱਚੇ ਅੱਗੇ ਰੱਖਿਓਨ ਕੋਈ ਨ ਪਿਟਿਓ ਜਾਏ। ਸੁੱਚਾ ਹੋਇ ਕੈ ਜੀਵਿਆ ਲੱਗਾ ਪੜਨ ਸ਼ਲੋਕ। ਕੋਥੀ ਜਾਏ ਸਟਿਆ ਕਿਸ ਇਹ ਲੱਗਾ ਧੋਖ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ। ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਪਾਪੀ ਸਿਉ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਜਿਤ ਮੁਖ ਨਾਮ ਨਾ ਉਚਰੈ ਬਿਨਾ ਮੈਂ ਰਸ ਖਾਹੈ। ਨਾਨਕ ਇਹ ਮੈਂ ਜਾਣੀਐ ਤਿਤ ਮੁਖ ਥੁੱਕਾਂ ਪਾਹੈ। ਮਹੱਲਾ ਪਹਿਲਾ। ਭੰਡ ਜੰਮੀਐ ਭੰਡ ਨਿਮੀਐ ਭੰਡ ਮੰਗਣ ਵਿਆਹ। ਭੰਡੋ ਹੋਵੈ ਦੋਸਤੀ ਭੰਡੋਂ ਚੱਲੈ ਰਾਹ। ਭੰਡ ਮੁਆ ਭੰਡ ਭਾਲੀਐ ਭੰਡ ਹੋਵੈ ਬੰਧਾਨ। ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਭੰਡੋਂ ਹੀ ਭੰਡ ਉਪਜੈ ਭੰਡੈ ਬਾਝ ਨਾ ਕੋਏ। ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀਐ ਭਾਗਾਂ ਰਤੀ ਚਾਰ। ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ। ਪੌੜੀ। ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ। ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ। ਜਾਂ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰਬ ਹੰਡੀਐ। ਮੰਦਾ ਕਿਸੇ ਨ ਆਖੀਐ ਪਰ ਅੱਖਰ ਇਹੋ ਬੁਝੀਐ। ਮੂਰਖੈ ਨਾਲ ਨਾ ਲੁਝੀਐ। ਮੰਦਾ ਕਿਸੇ ਨ ਆਖੀਐ ਪਰ ਅੱਖਰ ਇਹੋ ਬੁਝੀਐ। ਮੂਰਖੈ ਨਾਲ ਨਾ ਲੁਝੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਦੇ ਯੋਗ ਸਤਿਕਾਰ ਦੇ ਯੋਗ ਸਾਰੀ ਸੰਗਤ ਜੀਓ, ਗੁਰੂ ਖਾਲਸਾ ਜੀਓ, ਗੁਰਬਾਣੀ ਵਿਚਾਰ ਦੇ ਗੁਰਮੁਖ ਜਨੋ, ਆਪਣੀ ਤੁੱਛ ਬੁੱਧੀ ਅਨੁਸਾਰ ਅੱਜ ਦੀ ਲੜੀਵਾਰ ਆਸਾ ਕੀ ਵਾਰ ਦੀ ਵਿਚਾਰ ਹਾਜ਼ਰ ਹੈ। ਧੰਨ ਧੰਨ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਅੱਜ ਦੀ ਵਿਚਾਰ ਵਿੱਚ ਸੁੱਚਾ ਹੋਣ ਦਾ ਤਰੀਕਾ ਦੱਸਦੇ ਆ। ਜੋ ਪੰਡਤ ਜਿਵੇਂ ਸਮਝਦਾ ਹੈ ਉਹਦਾ ਪਰਦਾ ਵੀ ਉਘੇੜਦੇ ਆ। ਪਹਿਲਾਂ ਪੰਡਤ ਨਹਾ ਕੇ ਆਪ ਸੁੱਚਾ ਹੁੰਦਾ, ਉਹ ਸਮਝਦਾ ਵੀ ਮੈਂ ਨਹਾ ਕੇ ਸੁੱਚਾ ਹੋ ਗਿਆ। ਇਹ ਭੁੱਲ ਜਾਂਦਾ ਹੈ ਵੀ ਮੇਰੇ ਅੰਦਰ ਕਿੰਨੀ ਗੰਦਗੀ ਹੈ, ਔਰ ਕੰਨਾਂ ਵਿੱਚ, ਅੱਖਾਂ ਵਿੱਚ, ਢਿੱਡ ਵਿੱਚ, ਹਰ ਜਗ੍ਹਾ ਮੈਲ ਹੈ। ਪੰਡਤ ਸਮਝਦਾ ਵੀ ਮੈਂ ਸੁੱਚਾ ਹੋ ਗਿਆ। ਪੰਡਤ ਨੂੰ ਤਾਂ ਕਹੀ ਹੋਈ ਗੱਲ ਹੈ, ਅਸੀਂ ਆਪਾਂ ਵੀ ਸਮਝਦੇ ਹਾਂ ਲਗਭਗ। ਫਿਰ ਸੁੱਚੇ ਚੌਂਕੇ ਪਰ ਆ ਕੇ ਬਹਿ ਜਾਂਦਾ। ਜਜਮਾਨਾਂ ਦੇ ਘਰ 'ਚ ਇਹੀ ਕੁਛ ਹੁੰਦਾ ਸੀ ਉਦੋਂ, ਹੁਣ ਵੀ ਹੋ ਰਿਹਾ ਕਿਸੇ ਨਾ ਕਿਸੇ ਦੇ। ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ। ਫਿਰ ਥਾਲ ਵਗੈਰਾ ਸੁੱਚੇ ਸਮਝ ਕੇ ਉਹਨਾਂ ਨੂੰ ਸਫਾਈ ਕਰਕੇ ਅੱਗੇ ਰੱਖ ਦਿੰਦੇ ਉਹਦੇ। ਕੋਈ ਉਹਨਾਂ ਨੂੰ ਹੋਰ ਨਾ ਹੱਥ ਲਾਵੇ, ਪਿੱਟ ਨਾ ਜਾਵੇ ਕੋਈ। ਸੁੱਚਾ ਹੋਏ ਕੈ ਜੀਵਿਆ ਲੱਗਾ ਪੜਨ ਸ਼ਲੋਕ। ਫਿਰ ਆਪਣੇ ਆਪ 'ਚ ਸੁੱਚਾ ਹੋ ਕੇ ਸ਼ਲੋਕ ਪੜ੍ਹ ਕੇ ਛਕਣ ਲੱਗ ਪਿਆ। ਕੋਥੀ ਜਾਏ ਸੱਟਿਆ ਕਿਸੇ ਲੱਗਾ ਦੋ। ਇਹ ਗਲਤ ਜਗ੍ਹਾ ਅੰਨ ਨੂੰ ਪਾ ਰਿਹਾ ਪੰਡਤ, ਇਹ ਦੋਖ ਕਿਹਨੂੰ ਲੱਗੂਗਾ? ਸੁੱਚਾ ਤਾਂ ਸਮਝਦਾ ਆਪਣੇ ਆਪ ਨੂੰ, ਪਰ ਇਹੋ ਜਿਹਾ ਪਵਿੱਤਰ ਅੰਨ ਸਰੀਰ ਦੇ ਨਾਲ ਲੱਗ ਕੇ ਮਲ ਬਣ ਜਾਂਦਾ, ਸਟੂਲ ਬਣ ਜਾਂਦਾ, ਤੇ ਦੋਸ਼ ਕਿਹਨੂੰ ਲੱਗਿਆ ਭਾਈ? ਫਿਰ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ।
ਇਹ ਪੰਜ ਦੇਵਤੇ ਗਿਣੇ ਗਏ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਨਮਕ ਤੇ ਪੰਜਵਾਂ ਘਿਓ। ਫਿਰ ਸਮਝਦੇ ਅਸੀਂ ਵੀ ਇਹ ਪਵਿੱਤਰ ਹੋ ਗਿਆ। ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਫਿਰ ਪਾਪੀ ਸਰੀਰ ਦੇ ਵਿੱਚ ਇਹਨੂੰ ਆਪਾਂ ਪਾ ਦਿੰਨੇ ਪਵਿੱਤਰ ਭੋਜਨ ਨੂੰ, ਮੂੰਹ ਦੀਆਂ ਥੁੱਕਾਂ ਵੀ ਇਹਦੇ ਪਰ ਪੈਂਦੀਆਂ। ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਮੈ ਰਸ ਖਾਹੈ। ਹੁਣ ਪਾਤਸ਼ਾਹ ਆਪਣਾ ਪੱਖ ਦੱਸ ਰਹੇ ਵੀ ਜਿਹੜੀ ਰਸਨਾ ਤੋਂ ਨਾਮ ਦਾ ਉਚਾਰਨ ਨਹੀਂ ਹੁੰਦਾ, ਬਿਨਾਂ ਨਾਮ ਦੇ ਉਚਾਰਨ ਤੋਂ ਉਹ ਰਸ ਕਰਦੇ ਆ, ਖਾਂਦੇ ਆ। ਨਾਨਕ ਇਹ ਵੈ ਜਾਣੀਏ, ਤਿਤ ਮੁਖ ਥੁੱਕਾਂ ਪਾਹੈ। ਆਏ ਸਮਝ ਲਓ ਪਾਤਸ਼ਾਹ ਫਰਮਾ ਰਹੇ ਵੀ ਅਜਿਹੇ ਮੂੰਹ ਵਿੱਚ ਥੁੱਕਾਂ ਪੈਣੀਆਂ। ਜਿਹੜਾ ਰਸ ਦੇ ਤੌਰ ਤੇ ਛਕਦਾ ਹੈ, ਨਾਮ ਕਦੇ ਜ਼ੁਬਾਨ ਤੇ ਆਉਂਦਾ ਨਹੀਂ। ਤੋ ਕਹਿਣ ਦਾ ਭਾਵ ਇਹ ਹੈ ਵੀ ਨਾਮ ਕਹਿਤ ਗੋਬਿੰਦ ਕਾ, ਸੋਚੀ ਪਈ ਰਸਨਾ। ਐਕਣ ਸੁੱਚਾ ਹੋਣਾ ਰਸਨਾ ਨੇ, ਨਾਮ ਜਪ ਕੇ ਪ੍ਰਭੂ ਦਾ, ਨਾ ਕਿ ਹੋਰ ਨਹਾਉਣ ਧੋਣ ਕਰਨੇ ਦੇ ਨਾਲ ਜਾਂ ਕੁੱਲੀਆਂ ਚੁੱਲੀਆਂ ਕਰਨ ਦੇ ਨਾਲ। ਮਹਲਾ ਪਹਿਲਾ। ਭੰਡ ਜੰਮੀਐ, ਭੰਡ ਨਿੰਮੀਐ, ਭੰਡ ਮੰਗਣ ਵਿਆ। ਭੰਡ ਔਰਤ ਨੂੰ ਕਿਹਾ ਜਾਂਦਾ ਸੀ। ਕਿੱਸਾ ਸਾਹਿਤ ਨੇ ਬਹੁਤ ਔਰਤ ਨੂੰ ਨਿੰਦਿਆ। ਹਾਲਾਂਕਿ ਗੁਰੂ ਸਾਹਿਬ ਫਰਮਾਉਂਦੇ ਵੀ ਭੰਡ ਤੋਂ ਹੀ ਜੰਮਦੇ ਆ। ਭੰਡ ਦੇ ਅੰਦਰ ਹੀ ਪਹਿਲਾਂ ਸਾਡੀ ਨਿਊ ਰੱਖ ਹੁੰਦੀ ਹੈ, ਕੁੱਖ ਵਿੱਚ। ਭੰਡ ਦੇ ਨਾਲ ਹੀ ਮੰਗਣਾ ਵਿਆਹ ਹੁੰਦਾ। ਭੰਡੋਂ ਹੋਵੇ ਦੋਸਤੀ, ਭੰਡੋਂ ਚੱਲੇ ਰਾਹ। ਇਸੇ ਜਿਹਨੂੰ ਤੁਸੀਂ ਭਾਈ ਭੰਡ ਕਹਿੰਦੇ ਹੋ, ਉਹਦੇ ਨਾਲ ਹੀ ਦੋਸਤੀ ਚੱਲਦੀ ਹੈ। ਸਾਡਾ ਰਸਤਾ ਵੀ ਸੰਸਾਰ ਦਾ ਇਸੇ ਦੇ ਨਾਲ ਅੱਗੇ ਚੱਲਦਾ ਹੈ। ਭੰਡ ਮੂਆ ਭੰਡ ਭਾਲੀ ਹੈ, ਭੰਡ ਹੋਵੇ ਬੰਦਾ। ਜੇ ਔਰਤ ਮਰ ਜੇ ਫਿਰ ਆਪਾਂ ਨਵੀਂ ਔਰਤ ਨੂੰ ਢੂੰਡਦੇ ਹੋਰ, ਤੇ ਇਸੇ ਔਰਤ ਦੇ ਨਾਲ ਸਾਡਾ ਬੰਧਨ ਬੰਨਿਆ ਜਾਂਦਾ ਸੰਸਾਰ ਦੇ ਵਿੱਚ। ਸੋ ਕਿਉ ਮੁੰਡਾ ਆਖੀਏ, ਜਿਤ ਜੰਮੈ ਰਾਜਾ। ਜਿਹੜੀ ਔਰਤ ਰਾਜਿਆਂ ਨੂੰ ਜਨਮ ਦਿੰਦੀ ਹੈ, ਉਹਨੂੰ ਮੰਦਾ ਕਿਉਂ ਕਿਹਾ ਜਾਵੇ? ਔਰਤ ਦੇ ਹੱਕ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਆਵਾਜ਼ ਉਠਾਈ ਹੈ। ਉਹਨਾਂ ਸਮਿਆਂ ਦੇ ਵਿੱਚ ਜਦੋਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ, ਔਰ ਕਈ ਧਰਮਾਂ ਵਿੱਚ ਹੁਣ ਵੀ ਹੈ, ਜਿਵੇਂ ਔਰਤ ਮਸੀਤ ਵਿੱਚ ਨਹੀਂ ਜਾ ਸਕਦੀ। ਹਿੰਦੂ ਧਰਮ ਵਿੱਚ ਵੀ ਔਰਤ ਨਾਲ ਵਿਤਕਰਾ ਹੁੰਦਾ, ਜਿਵੇਂ ਉਹ ਜਨੇਊ ਨਹੀਂ ਪਹਿਨ ਸਕਦੀ। ਕਿਸੇ ਹੱਦ ਤੱਕ ਥੋੜਾ ਬਹੁਤ, ਜ਼ਿਆਦਾ ਨਹੀਂ, 2-4% ਸਿੱਖੀ ਵਿੱਚ ਵੀ ਇਹ ਚੀਜ਼ ਨੇ ਘਰ ਕਰਿਆ ਹੋਇਆ ਹੈ। ਜਿਵੇਂ ਔਰਤ ਕੀਰਤਨ ਕਰ ਸਕਦੀ ਹੈ, ਲੇਕਿਨ ਸ੍ਰੀ ਦਰਬਾਰ ਸਾਹਿਬ 'ਚ ਨਹੀਂ ਅਲਾਉਡ ਹੈ ਹੁਣ ਤੱਕ। ਇਹ ਮਰਿਆਦਾ ਦੇ ਤਹਿਤ ਜਿਹੜੇ ਉੱਥੇ ਦੇ ਸਾਡੇ ਪੁਜਾਰੀ ਉਹ ਕਹਿ ਦਿੰਦੇ ਵੀ ਮਰਿਆਦਾ ਨਹੀਂ ਹੈ ਉਰੇ। ਗੁਰੂ ਸਾਹਿਬ ਨੇ ਕਿਸੇ ਔਰਤ ਨੂੰ ਪਹਿਲਾਂ ਕੀਰਤਨ ਕਰਨ ਨਹੀਂ ਲਾਇਆ। ਉਹ ਆਪਣੀ ਜਗ੍ਹਾ ਭਾਵੇਂ ਠੀਕ ਹੋਵੇ, ਪਰ ਗੱਲ ਇਹ ਹੈ ਵੀ ਸਾਰੇ ਜਦ ਬਰਾਬਰ ਕਹਿ ਦਿੱਤੇ ਗੁਰੂ ਮਹਾਰਾਜ ਨੇ, ਤੇ ਔਰਤ ਪਵਿੱਤਰ ਹੈ ਹੀ ਨਹੀਂ, ਤਾਂ ਔਰਤ ਕਿਉਂ ਨਹੀਂ ਕਰ ਸਕਦੀ? ਸੋਚਣ ਵਾਲੀ ਬਾਤ ਹੈ। ਅੱਜ ਕੱਲ੍ਹ ਕਾਫੀ ਵਿਚਾਰ ਵੀ ਹੋ ਰਹੀ ਹੈ ਇਹਦੇ ਉੱਤੇ। ਕੁਛ ਜਿਹੜੇ ਸਾਡੇ ਸੰਕੀਰਨ ਟਾਈਪ ਲੋਕ ਹੈ, ਉਹ ਇਹਦਾ ਵਿਰੋਧ ਵੀ ਕਰਦੇ। ਪੰਜਾਂ ਪਿਆਰਿਆਂ ਵਿੱਚ ਔਰਤ ਦੇ ਲੱਗਣ ਦੀ ਵੀ ਬਾਤ ਆਉਂਦੀ ਹੈ, ਕਿਉਂਕਿ ਉਸ ਟਾਈਮ ਤਾਂ 5 ਸਿੱਖੇ ਉੱਠੇ ਸੀਗੇ, ਉਹ 5 ਪਿਆਰਿਆਂ ਵਿੱਚ ਇਹ ਰਵਾਇਤ ਬਣੀ ਹੋਈ ਹੈ ਸਾਡੀ। ਪਰ ਜੇ ਸਿਧਾਂਤਕ ਤੌਰ ਤੇ ਦੇਖੀਏ ਤਾਂ ਔਰਤ ਜਦ ਬਰਾਬਰ ਹੈ ਮਰਦ ਦੇ ਹਰ ਗੱਲ ਵਿੱਚ, ਇਹਦੇ ਬਾਰੇ ਵੀ ਸੋਚਣਾ ਚਾਹੀਦਾ। ਭੰਡੋ ਹੀ ਭੰਡ ਉਪਜੈ, ਭੰਡੇ ਬਾਝ ਨਾ ਕੋਇ। ਔਰਤ ਤੋਂ ਹੀ ਔਰਤ ਪੈਦਾ ਹੁੰਦੀ ਹੈ, ਭੰਡ ਤੋਂ ਬਿਨਾਂ ਕੋਈ ਨਹੀਂ ਹੈ ਹੋਰ। ਨਾਨਕ ਭੰਡੇ ਬਾਹਰਾ, ਇੱਕੋ ਸੱਚਾ ਸੋਇ। ਇੱਕ ਪਰਮਾਤਮਾ, ਇੱਕ ਵਾਹਿਗੁਰੂ ਹੀ ਔਰਤ ਤੋਂ ਬਾਹਰ ਹੈ, ਜਿਹੜਾ ਔਰਤ ਤੋਂ ਨਹੀਂ ਜਨਮ ਲੈਂਦਾ, ਅਜੂਨੀ ਹੈ। ਬਾਕੀ ਸਾਰੀ ਸ੍ਰਿਸ਼ਟੀ ਔਰਤ ਤੋਂ ਪੈਦਾ ਹੁੰਦੀ ਹੈ। ਇੱਥੋਂ ਤੱਕ ਵੀ ਜ਼ਿਕਰ ਹੈ ਸਾਧ ਸੰਗਤ ਜੀ, ਆਪਾਂ ਜਿਹੜਾ ਗੁਰੂ ਦਾ ਕਨਸੈਪਟ ਮੰਨਦੇ ਹਾਂ, ਸਰੀਰਕ ਰੂਪ ਵਿੱਚ ਵੀ ਗੁਰੂ ਹੋਇਆ, ਔਰ ਵਿਵੇਕ ਗਿਆਨ ਦੇ ਰੂਪ ਵਿੱਚ ਵੀ ਗੁਰੂ ਹੈ, ਗੁਰਬਾਣੀ ਵੀ ਗੁਰੂ ਹੈ। ਜਿਹੜਾ ਸਰੀਰਕ ਤੌਰ ਤੇ ਗੁਰੂ ਹੈ, ਉਹ ਔਰਤ ਦੇ ਪੇਟ ਤੋਂ ਆਇਆ। ਇਹ ਗੱਲ ਦਾ ਜਿਹੜੀ ਗਵਾਹੀ ਹੈ ਗੁਰਬਾਣੀ ਦਿੰਦੀ ਹੈ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਇਆ। ਇਸੀ ਕਰਕੇ ਨਾਨਕ ਭੰਡੇ ਬਾਹਰਾ, ਇੱਕੋ ਸੱਚਾ ਸੋਇ। ਇੱਕ ਪਰਮਾਤਮਾ ਹੀ ਜੂਨੀ ਹੈ, ਜਿਹੜਾ ਕੁੱਖ 'ਚ ਨਹੀਂ ਆਉਂਦਾ, ਜੂਨੀਆਂ 'ਚ ਨਹੀਂ ਆਉਂਦਾ।
ਬਾਕੀ ਸਭ ਜੂਨੀਆਂ ਚ ਆਉਂਦੇ ਭਾਈ। ਜਿਤ ਮੁਖ ਸਦਾ ਸਲਾਹੀਐ ਭਾਗਾਂ ਰਤੀ ਚਾਰ। ਜਿਹੜੇ ਮੁਖ ਤੋਂ, ਜਿਹੜੀ ਰਸਨਾ ਤੋਂ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ, ਉਹ ਸੁੰਦਰ ਭਾਗਾਂ ਵਾਲੀ ਬਣ ਜਾਂਦੀ। ਉਹ ਬੰਦਾ ਚੰਗਿਆਂ ਭਾਗਾਂ ਵਾਲਾ ਬਣ ਜਾਂਦਾ, ਉਹਦਾ ਮੁਖ ਵੀ ਤੇ ਉਹਦਾ ਅੰਦਰ ਵੀ ਰੁਸ਼ਨਾ ਹੋ ਜਾਂਦਾ। ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ। ਉਸ ਪ੍ਰਭੂ ਦੇ ਦਰਬਾਰ ਵਿੱਚ ਉਹੀ ਮੁਖ ਉਜਲੇ ਹੈ ਜਿਹੜੇ ਨਾਮ ਜਪਦੇ ਆ। ਬਾਕੀ ਜਿਹੜੇ ਕਿਰਿਆ ਵਿਸ਼ੇਸ਼ ਨਾਲ ਜੁੜੇ ਹੋਏ ਹੈ, ਸੰਸਾਰਕ ਡੁਐਲਿਟੀ ਨਾਲ ਜੁੜੇ ਹੋਏ ਹੈ, ਉਹਨਾਂ ਦੇ ਮੂੰਹ ਉੱਥੇ ਉਜਲੇ ਨਹੀਂ ਹੋ ਸਕਦੇ। ਉੱਥੇ ਕੇਵਲ ਔਰ ਕੇਵਲ ਨਾਮ ਵਾਲਿਆਂ ਦੀ ਵਡਿਆਈ ਹੁੰਦੀ ਹੈ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਹੋਰ ਜੋ ਕੁਝ ਵੀ ਬੰਦਾ ਕਰਦਾ ਉਹ ਪ੍ਰਵਾਨ ਨਹੀਂ ਹੈ ਉੱਥੇ। ਏਕੇ ਚੋਂ ਨਿਕਲੇ ਹੋਏ ਕਰਮ ਧਰਮ ਉਹ ਪ੍ਰਵਾਨ। ਪੌੜੀ ਸਭ ਕੋ ਆਖੈ ਆਪਣਾ, ਜਿਸ ਨਾਹੀ ਸੋ ਚੁਣ ਕੱਢੀਐ। ਸਾਰੇ ਪ੍ਰਭੂ ਨੂੰ ਆਪਣਾ ਗਿਣਦੇ ਆ। ਜਿਹੜਾ ਨਹੀਂ ਗਿਣਦਾ ਉਹ ਉੱਥੇ ਵੱਖ ਕਰ ਲਿਆ ਜਾਂਦਾ। ਫਿਰ ਧਰਮਰਾਜ ਦੀ ਕਚਹਿਰੀ 'ਚ, ਜਿਹੜੀ ਸੱਚੀ ਕਚਹਿਰੀ ਹੈ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਛੱਡੀ। ਜੋ ਕੁਛ ਬੰਦਾ ਉਹਦੇ ਕਰਕੇ ਗਿਆ ਵਾ ਹੁੰਦਾ ਹੈ, ਉਹਨੂੰ ਉਹ ਲੇਖਾ ਦੇਣਾ ਪੈਂਦਾ, ਹਿਸਾਬ ਚੁਕਤਾ ਉਹਨੂੰ ਕਰਾਉਣਾ ਪੈਂਦਾ ਉੱਥੇ। ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਭਗਤ ਰਵਿਦਾਸ ਜੀ ਦਾ ਵਚਨ। ਜਿਹੜਾ ਜਿਹੜਾ ਉਰੇ ਕਰਕੇ ਜਾਂਦਾ ਬੰਦਾ ਸਾਹਮਣੇ ਰੱਖ ਦਿੰਦੇ ਉਹ ਪੱਤਰੀ ਕੱਢ ਕੇ ਵੀ ਤੂੰ ਆਹ ਕੁਛ ਕਰਕੇ ਆਇਆ ਭਾਈ। ਮੰਨਣਾ ਪੈਂਦਾ ਜਦ ਕਰਿਆ ਵਾ ਹੁੰਦਾ, ਫੇਰ ਸਜ਼ਾ ਦਿੰਦੇ ਉਹਨੂੰ। ਜਾਂ ਰਹਿਣਾ ਨਹੀਂ ਐਤ ਜੱਗ, ਤਾਂ ਕਾਇਦ ਗਾਰਬ ਹੰਢੀਏ। ਗੁਰੂ ਪਾਤਸ਼ਾਹ ਇਹ ਫਰਮਾਉਂਦੇ ਵੀ ਜਦ ਇੱਥੇ ਰਹਿਣਾ ਹੀ ਨਹੀਂ ਹੈ, ਅੰਤ ਨੂੰ ਜਾਣਾ ਇੱਥੋਂ, ਫਿਰ ਕਾਹਤੇ ਇੰਨਾ ਹਉਮੈ ਕਰੀਏ, ਗੁਹਾਨ ਕਰੀਏ। ਗਾਰਬ ਹੰਕਾਰ ਕਿਉਂ ਕਰਿਆ ਜਾਵੇ। ਮੰਦਾ ਕਿਸੇ ਨਾ ਆਖੀਐ, ਪੜ੍ਹ ਅੱਖਰ ਇਹੋ ਬੁੱਝੀਐ। ਅੱਖਰਾਂ ਨੂੰ ਪੜ੍ਹ ਕੇ ਇਹੀ ਗੱਲ ਬੁੱਝਣੀ ਹੈ ਵੀ ਕਿਸੇ ਨੂੰ ਮੰਦਾ ਨਹੀਂ ਬੋਲਣਾ। ਮੰਦੇ ਤੋਂ ਮਤਲਬ ਹੈ ਫਿੱਕਾ ਬੋਲਣਾ ਜਾਂ ਗਾਲੀ ਗਲੋਚ। ਕਿਸੇ ਨੂੰ ਉਪਦੇਸ਼ ਕਰਨਾ ਉਹਨੂੰ ਮੰਦਾ ਨਹੀਂ ਕਿਹਾ ਜਾਂਦਾ। ਉਹ ਤਾਂ ਸੱਚਾਈ ਹੁੰਦੀ ਹੈ। ਸੱਚਾਈ ਦੱਸ ਕੇ ਕਿਸੇ ਬੰਦੇ ਨੂੰ ਆਪਣੇ ਵਿਚਾਰਾਂ ਦਾ ਕੈਲ ਕਰ ਲੈਣਾ, ਉਹ ਤਾਂ ਸਾਰੀ ਬਾਣੀ ਵਿੱਚ ਹੈ। ਉਹਨੂੰ ਅਗਰ ਕੋਈ ਬੁਰਾ ਸਮਝਦਾ ਤਾਂ ਉਹਦੀ ਖਾਮ ਖਿਆਲੀ ਹੈ। ਜਿਵੇਂ ਜੈਨੀਆਂ ਨੂੰ ਉਪਦੇਸ਼ ਕਰਿਆ, ਇੱਕ ਜੈਨੀ ਉਜੜ ਪਾਹੈ, ਜਾਂ ਫੋਲ ਫਦੀਅਤ ਮੂੰਹ ਲੈਣ, ਪੜਾਸਾ ਪਾਣੀ ਦੇਖ ਸਗਾਹੀ। ਫਿਰ ਇਸ ਤਰ੍ਹਾਂ ਦੇ ਵਿਚਾਰ ਜੈਨੀਆਂ ਦੀ 3-4 ਜਗ੍ਹਾ ਆਉਂਦੀ ਹੈ ਗੁਰਬਾਣੀ 'ਚ। ਉਹਨੂੰ ਅਗਰ ਕੋਈ ਬੁਰਾ ਸਮਝਦਾ ਹੈ, ਉਹ ਸੱਚ ਹੈ। ਸੱਚ ਕਦੇ ਵੀ ਨਿੰਦਿਆ ਨਹੀਂ ਹੁੰਦੀ ਜਿਹੜੀ ਮੂੰਹ ਪਰ ਕਿਹਾ ਜਾਂਦਾ। ਸੱਚ ਪਿੱਠ ਪਿੱਛੇ ਸੱਚ ਵੀ ਕਿਹਾ ਜਾਵੇ ਉਹ ਵੀ ਨਿੰਦਿਆ ਦਾ ਹੀ ਭਾਗੀ ਬਣਦਾ ਬੰਦਾ। ਪਰ ਜਦੋਂ ਉਹਨਾਂ ਦੇ ਤੀਰਥਾਂ ਪਰ ਜਾ ਕੇ ਇਹ ਬਾਤ ਕਹੀ ਪਾਤਸ਼ਾਹ ਨੇ, ਤਾਂ ਉਹ ਮੰਦਾ ਨਹੀਂ ਕਹੀ ਜਾ ਸਕਦੀ ਗੱਲ। ਉਹ ਬਿਲਕੁਲ ਸੱਚ ਗੱਲ ਹੈ। ਸੱਚ ਗੱਲ ਕਦੇ ਬੁਰੀ ਨਹੀਂ ਹੁੰਦੀ। ਔਰ ਮੂਰਖ ਹੈ ਨਾਲ ਨਾ ਲੁੱਝੀਏ। ਜਿੱਥੇ ਕੋਈ ਗਾਹਾਂ ਤੇ ਮੂਰਖਤਾਈ ਕਰਦਾ ਹੈ, ਨਹੀਂ ਸਮਝ ਉਹਨੂੰ ਹੈ, ਉੱਥੇ ਚੁੱਪ ਕਰ ਜਾਓ। ਉਹਦੇ ਨਾਲ ਲੜਨ ਦਾ ਕੋਈ ਫਾਇਦਾ ਨਹੀਂ ਹੋਣਾ। ਕਿਉਂਕਿ ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸਟ ਕਰ ਰਹੀ ਹੈ। ਸੰਤ ਨਾਲ ਬੋਲੋ, ਪੁੱਛੋ, ਆਪਣੀ ਕਹੋ ਵੇਦਨਾ ਉਹਦੇ ਅੱਗੇ, ਕੁਛ ਮਿਲੂਗਾ। ਜੇ ਅਸੰਤ ਹੋਵੇ ਅੱਗੇ, ਉੱਥੇ ਚੁੱਪ ਕਰਨਾ ਚੰਗਾ। ਉਹੀ ਬਾਤ ਇੱਥੇ ਆ ਰਹੀ ਹੈ, ਮੂਰਖ ਹੈ ਨਾਲ ਨਾ ਲੁੱਝੀਏ। ਸਾਧ ਸੰਗਤ ਜੀ, ਉਹ ਜਿਹੜੇ ਸੰਸਕਾਰ ਕੁਦਰਤੀ ਹੈ ਉਹ ਕਰਨੇ ਚਾਹੀਦੇ ਹੈ। ਜਿਹੜੇ ਨਖਿੱਧ ਹੈ ਉਹ ਛੱਡਣੇ ਚਾਹੀਦੇ ਹੈ। ਗੁਰਮਤਿ ਦਾ ਅਸੂਲ ਹੈ। ਜੈਨੀਆਂ ਨੂੰ ਇਹੀ ਸਮਝਾਇਆ ਸੀ ਵੀ ਸਿਰ ਖੁਆਹੈਂ ਪੀਐ ਮਲਵਾਣੀ, ਝੂਠਾ ਮੰਗ ਮੰਗ ਖਾਹੀ, ਫੋਲ ਫਦੀਹਤ ਮੂੰਹ ਲੈਣ, ਪੜਾਸਾ ਪਾਣੀ ਦੇਖ ਸਕਾਹੀ। ਤੁਸੀਂ ਭਾਈ ਨਚਕੁੰਡੀ ਨਾਲ ਵਾਲ ਪੜਦੇ ਆ, ਜਿਹੜਾ ਰੱਬ ਦਾ ਹੁਕਮ ਹੈ ਉਹਨੇ ਲਾਏ ਹੋਏ। ਔਰ ਝੂਠਾ ਭਾਂਡਿਆਂ ਦਾ ਧੋਣ ਪੀਨੇ, ਉਹਦੇ ਨਾਲ ਤੁਸੀਂ ਸਮਝਦੇ ਆ ਸਾਡੇ ਅੰਦਰ ਪਵਿੱਤਰਤਾ ਆਊਗੀ, ਅਸੀਂ ਬਹੁਤ ਨੀਵੇਂ ਹੋ ਗਏ। ਇਹ ਨਖਿੱਧ ਸੰਸਕਾਰ ਹੈ। ਇਹੋ ਜਿਹੀ ਇੱਕ ਸਾਖੀ ਗੁਰੂ ਅੰਗਦ ਦੇਵ ਜੀ ਦੇ ਜੀਵਨ 'ਚ ਵੀ ਆਉਂਦੀ ਹੈ। ਭਾਈ ਮਾਣਾ ਸੇਵਾ ਕਰਦਾ ਹੁੰਦਾ ਸੀ ਲੰਗਰ ਦੇ ਵਿੱਚ, ਤੇ ਆਪ ਲੰਗਰ 'ਚੋਂ ਛਕਦਾ ਨਹੀਂ ਸੀਗਾ ਹੁੰਦਾ। ਉਹ ਜਿਹੜੀ ਜੂਠ ਹੁੰਦੀ ਸੀਗੀ ਭਾਂਡਿਆਂ ਦੀ, ਉਹ ਖਾ ਪੀ ਕੇ ਗੁਜ਼ਾਰਾ ਕਰਦਾ ਹੁੰਦਾ ਸੀ। ਉਹਨੂੰ ਸਮਝਾਇਆ
ਮਾਤਾ ਖੀਵੀ ਜੀ ਨੇ ਵੀ, ਪਰ ਉਹ ਨਹੀਂ ਸਮਝਿਆ। ਅਖੀਰ ਨੂੰ ਬਾਤ ਚਲੇਗੀ ਗੁਰੂ ਜੀ ਕੋਲ, ਸ੍ਰੀ ਗੁਰੂ ਜੀ ਕੋਲ, ਗੁਰੂ ਅੰਗਦ ਦੇਵ ਜੀ ਕੋਲ ਬਾਤ ਜਾਰੀ। ਉਹਨਾਂ ਨੇ ਆਪ ਆ ਗਏ। ਉਹ ਇੱਕ ਦਿਨ ਉਹ ਭਾਈ ਮਾਣੇ ਦੇ ਅੱਗੇ ਉਹਨਾਂ ਨੇ ਪਰੋਸਿਆ ਖਾਣਾ। ਉਹ ਚਾਹੁੰਦਾ ਨਹੀਂ ਸੀ, ਕਿਉਂਕਿ ਖਾਧਾ ਨਹੀਂ ਸੀ ਕਦੇ। ਉਹ ਤਾਂ ਧੌਣ ਪੀਂਦਾ ਹੁੰਦਾ ਸੀ, ਸੰਗਤ ਦਾ ਜੂਠਾ ਖਾਂਦਾ ਹੁੰਦਾ ਸੀ। ਉਸ ਤੋਂ ਬਾਅਦ ਗੁਰੂ ਸਾਹਿਬ ਨੇ ਉਹਨੂੰ ਸਮਝਾਇਆ ਵੀ ਮਾਣਾ ਜੀ, ਹੁਣ ਤੁਸੀਂ ਪਵਿੱਤਰ ਹੋ ਗਏ ਨਾਮ ਜਪ ਕੇ। ਹੁਣ ਅਗਰ ਤੁਸੀਂ ਗੰਦੀ ਚੀਜ਼ ਨੂੰ ਯਾਨੀ ਝੂਠ ਨੂੰ ਅੰਦਰ ਪਾਉਂਗੇ ਤਾਂ ਕਿਹਨੂੰ ਦੋਸ਼ ਲੱਗੂਗਾ? ਫਿਰ ਅੱਜ ਤੋਂ ਬਾਅਦ ਤੁਸੀਂ ਇਹ ਕਰਮ ਨਹੀਂ ਕਰਨਾ, ਲੰਗਰ 'ਚੋਂ ਛਕਣਾ। ਸੋ ਝੂਠ ਪੀਣੀ ਇਹ ਕੋਈ ਮਨੁੱਖੀ ਕਰਮ, ਚੰਗਾ ਕਰਮ ਨਹੀਂ ਹੈ। ਕੋਈ ਲੱਖ ਦਲੀਲਾਂ ਦੇਈ ਜਾਵੇ, ਨਹੀਂ ਇਹ ਠੀਕ ਹੈ ਕਰਮ, ਇਹ ਨਖਿੱਧ ਕਰਮ ਹੈ। ਫਿਰ ਫੋਲ ਫਦੀਹਤ ਮੂੰਹ ਲੈਣ, ਪੜਾਸਾ ਪਾਣੀ ਦੇਖ ਸਦਾਹੀ। ਗੰਦਗੀ ਨੂੰ ਫੋਲ ਕੇ ਉਹਦਾ ਪੜਾਸਾ ਲੈਣਾ, ਪਾਣੀ ਤੋਂ ਸੰਗ ਕਰਨੀ। ਪਾਣੀ ਨਹੀਂ, ਜੀਵ ਹੱਤਿਆ ਹੋ ਜਾਊਗੀ, ਉਹ ਤੋਂ ਸੰਗਣਾ। ਇਹ ਨਖਿੱਧ ਕਰਮ। ਗੁਰੂ ਨਾਨਕ ਪਾਤਸ਼ਾਹ ਨੇ ਮਾਊਂਟ ਆਬੂ ਤੇ ਜਾ ਕੇ, ਪਹਾੜ ਤੇ ਜੈਨੀਆਂ ਦੇ ਧਰਮ ਸਥਾਨ ਦੇ ਉੱਪਰ ਇਹ ਬਾਤ ਕਹੀ। ਸੱਚੀ ਬਾਤ ਹੈ, ਚੰਗਾ ਕਰਮ ਹੈ ਜੇ ਉਧਰੋਂ ਹਟਾ ਕੇ ਇੱਧਰ ਆ ਜਾਵੇ ਬੰਦਾ। ਪਿਆਰ ਨਾਲ ਸਮਝਾਇਆ ਉਹਨੂੰ, ਹਟੇ ਨਹੀਂ ਹਟੇ ਜੁਦੀ ਬਾਤ ਹੈ। ਇਸੇ ਤਰੀਕੇ ਨਾਲ ਮੱਕੇ ਦੇ ਵੀ ਜਾ ਕੇ, ਇਸੇ ਤਰ੍ਹਾਂ ਹਰਿਦੁਆਰ ਜਾ ਕੇ, ਕੁਰਸ਼ੇਤਰ ਜਾ ਕੇ ਗੁਰੂ ਸਾਹਿਬ ਨੇ ਉਹਨਾਂ ਦੇ ਮੂੰਹਾਂ ਦੇ ਉੱਤੇ ਹੀ ਉਹ ਗੱਲਾਂ ਕਹੀਆਂ ਜਾਂਦੀਆਂ, ਜਿਹਨੂੰ ਅੱਜ ਵੀ ਲੋਕ, ਕਈ ਅਣਭੋਲ ਸਿੱਖ ਵੀ ਸ਼ਾਇਦ ਨਿੰਦਿਆ ਦੀ ਗੱਲ ਕਰ ਦਿੰਦੇ ਵੀ ਨਿੰਦਿਆ ਨਹੀਂ ਕਰੀਦੀ ਕਿਸੇ ਦੀ। ਇਸ ਤਰ੍ਹਾਂ ਹੁੰਦਾ ਆਇਆ, ਹੋ ਰਿਹਾ ਹੁਣ ਵੀ। ਭਾਈ ਸੱਚ ਕਹਿਣਾ ਨਿੰਦਿਆ ਨਹੀਂ ਹੁੰਦੀ। ਨਿੰਦਿਆ ਹੋਰ ਚੀਜ਼ ਹੈ। ਨਿੰਦਿਆ ਦੀ ਜਿਹੜੀ ਭਾਵਨਾ ਹੁੰਦੀ ਹੈ, ਉੱਥੇ ਕਿਸੇ ਨੂੰ ਨੀਵਾਂ ਦਿਖਾਉਣਾ ਹੁੰਦਾ। ਜਿਹੜਾ ਕ੍ਰਿਟੀਸਾਈਜ਼ ਕਰਨਾ ਹੈ, ਕਿਸੇ ਪਰ ਟੀਕਾ ਟਿੱਪਣੀ ਕਰਨੀ ਹੈ ਪ੍ਰੇਮ ਨਾਲ, ਵੀ ਉਹ ਬਦਲ ਕੇ ਸਹੀ ਰਾਹ ਪਰ ਆ ਜਾਏ, ਉਹ ਸਹੀ ਗੱਲ ਹੈ, ਉਹ ਚੰਗੀ ਗੱਲ ਹੈ। ਆਫਟਰ ਆਲ ਦੁਨੀਆ ਬਦਲੂਗੀ ਕਿਵੇਂ ਜੇ ਦਲੀਲ ਨਹੀਂ ਦੇਵਾਂਗੇ? ਉਹੀ ਬਾਤ ਗੁਰੂ ਸਾਹਿਬ ਨੇ ਫਰਮਾਈ ਹੈ। ਟਿੱਪਣੀ ਕਰਨ ਦੇ ਵਿੱਚ ਭਾਵਨਾ ਇਹ ਹੁੰਦੀ ਹੈ ਵੀ ਇਹ ਬੰਦਾ ਵੀ ਸਹੀ ਰਾਹ ਤੇ ਆ ਜਾਵੇ, ਹਮਦਰਦੀ ਹੁੰਦੀ ਹੈ ਉਹਦੇ ਨਾਲ। ਨਿੰਦਿਆ ਦੇ ਵਿੱਚ ਹਮਦਰਦੀ ਨਹੀਂ ਹੁੰਦੀ। ਨਿੰਦਿਆ ਦੇ ਵਿੱਚ ਤਾਂ ਉਹਨੂੰ ਬਹੁਤ ਨੀਵਾਂ ਕਰਨਾ ਹੁੰਦਾ, ਆਪਣੀ ਬਾਤ ਨੂੰ ਜਸਟੀਫਾਈ ਕਰਨਾ ਹੁੰਦਾ। ਉਸ ਤਰ੍ਹਾਂ ਨਹੀਂ ਕਰਨਾ। ਔਰ ਜੇ ਕਿਸੇ ਦੇ ਔਗਣ ਦੱਸ ਕੇ ਬੰਦੇ ਨੂੰ ਤਕਲੀਫ ਹੁੰਦੀ ਹੈ ਵੀ ਮੈਂ ਇਹਨੂੰ ਦੱਸ ਰਿਹਾ ਪਰ ਮੈਂ ਕਿਆ ਕਰਾਂ, ਗੱਲ ਦੱਸਣੀ ਵੀ ਜ਼ਰੂਰੀ ਹੈ, ਫਿਰ ਉਹ ਦੱਸਣਾ ਬਿਲਕੁਲ ਠੀਕ ਹੈ, ਉਹ ਨਿੰਦਿਆ ਨਹੀਂ ਹੁੰਦੀ। ਜੇ ਖੁਸ਼ੀ ਹੁੰਦੀ ਹੈ ਕਿਸੇ ਦਾ ਔਗਣ ਦੇਖ ਕੇ, ਫਿਰ ਅਸੀਂ ਉਹਨੂੰ ਉਹ ਗੱਲ ਕਹਿੰਦੇ ਹਾਂ, ਦਲੀਲ ਕਹਿੰਦੇ ਹਾਂ, ਫਿਰ ਉਹ ਬਹੁਤ ਬੁਰੀ ਗੱਲ ਹੈ, ਉਹੀ ਨਿੰਦਿਆ ਹੁੰਦੀ ਹੈ ਅਸਲ 'ਚ। ਸੋ ਗੁਰੂ ਨਾਨਕ ਪਾਤਸ਼ਾਹ ਦਾ ਜਗ੍ਹਾ ਜਗ੍ਹਾ ਘੁੰਮ ਕੇ ਸਾਰੀ ਦੁਨੀਆ ਦੇ ਵਿੱਚ ਲਗਭਗ ਰਟਨ ਕਰਿਆ ਉਹਨਾਂ ਨੇ। ਕਿਸੇ ਨੂੰ ਇਹ ਨਹੀਂ ਕਿਹਾ ਵੀ ਜ਼ਬਰਦਸਤੀ ਸਾਡੇ ਧਰਮ ਵਿੱਚ ਆ ਜਾਓ। ਨੋ, ਪ੍ਰੇਮ ਦਾ ਸੁਨੇਹਾ ਦਿੱਤਾ ਹੈ। ਜਿਹੜੇ ਆਏ ਹੈ ਉਹ ਮੁਬਾਰਕ। ਸਾਧ ਸੰਗਤ ਜੀ, ਇਹ ਕੋਈ ਗਲਤ ਗੱਲ ਨਹੀਂ ਵੀ ਆਪਾਂ ਸਾਰੇ ਹੀ ਕਿਸੇ ਟਾਈਮ ਹਿੰਦੂ ਜਾਂ ਮੁਸਲਮਾਨ ਸੀਗੇ, ਉੱਥੋਂ ਹੀ ਚੁਣ ਕੇ ਇੱਧਰ ਨਿਕਲ ਕੇ ਇੱਧਰ ਆਏ। ਤੋ ਸੰਸਕਾਰ ਕਿਉਂਕਿ ਸਾਡੇ ਕੋਲ ਪੰਡਤਾਂ ਤੋਂ ਆਏ ਹੋਏ ਆ, ਸਦੀਆਂ ਤੋਂ, ਬਾਪ ਦਾਦਿਆਂ ਤੋਂ, ਇਸੇ ਕਰਕੇ ਉਹ ਚੱਲੀ ਜਾ ਰਹੇ। ਭਾਈ ਰਣਜੀਤ ਸਿੰਘ ਜੀ ਜਿਹਦਾ ਜ਼ਿਕਰ ਕਰ ਰਹੇ ਸੀਗੇ ਵੀ ਇੱਕ ਗ੍ਰੰਥੀ ਇਹਨਾਂ ਨੂੰ ਹਟਾਵੇ। ਗ੍ਰੰਥੀ ਦੇ ਵੱਸ ਦੀ ਗੱਲ ਨਹੀਂ ਹੈ, ਵਿਦਵਾਨਾਂ ਦੇ ਵੀ ਵੱਸ ਦੀ ਗੱਲ ਨਹੀਂ। ਇਹ ਬਹੁਤ ਹੌਲੀ ਹੌਲੀ ਆਪਣੇ ਆਪ ਤੋਂ ਜਿਉਂ ਜਿਉਂ ਪ੍ਰਚਾਰ ਹੋਈ ਜਾਏਗਾ ਸਦੀਆਂ ਤੱਕ, ਫਿਰ ਇਹਨਾਂ ਨੇ ਆਪੇ ਹੀ ਹਟਣਾ। ਕੁਛ ਹਟ ਵੀ ਗਏ, ਕੁਛ ਨਵੇਂ ਵੀ ਪਈ ਜਾਂਦੇ। ਇਹ ਤਾਂ ਮਨੁੱਖੀ ਸੋਚ ਹੈ। ਜੋ ਸਾਨੂੰ ਪੰਡਤ ਨੇ ਬਿਠਾਈ ਹੋਈ ਹੈ ਅੰਦਰ ਬਾਪ ਦਾਦਿਆਂ ਤੋਂ, ਸਾਡੇ ਅੰਦਰ ਤੋਂ ਜਾਂਦੀ ਉਹ ਨਹੀਂ ਹੈ। ਸੋਚ ਸਾਡੀ ਪੰਡਤ ਵਾਲੀ ਹੈ, ਬਣੇ ਹੋਏ ਅਸੀਂ ਸਿੱਖ ਹੈ, ਕਿਉਂਕਿ ਅਸੀਂ ਨਿਕਲੇ ਹੋਏ ਹਿੰਦੂ ਧਰਮ ਚੋਂ ਜਾਂ ਮੁਸਲਮਾਨ ਧਰਮ ਚੋਂ, ਉਹੀ ਕਰਮ ਕਰੀ ਜਾਂਦੇ। ਸੋ ਚਲੋ, ਪਾਂਦੀ ਦਾ ਕੰਮ ਟੁਰਨਾ, ਅੱਗੋਂ ਟੋਰਨ ਵਾਲਾ ਜਾਣੇ। ਗੁਰੂ ਨਾਨਕ ਸਾਹਿਬ ਨੇ ਵੀ ਸਾਰੇ ਹੋਕਾ ਦਿੱਤਾ। ਕਿੰਨੇ ਕੁ ਸਿਮਰ ਗਏ ਸੀ ਆਪ ਸੋਚੋ ਜਰਾ। ਅਸਲ ਵਿੱਚ ਤਾਂ ਇੱਕੋ ਹੀ ਨਿਕਲੇ ਪੂਰੇ ਉਹਨਾਂ ਦੇ, ਜਿੱਥੇ ਗੁਰਿਆਈ ਟਿਕਾਈ ਫਿਰ ਉਹਨਾਂ ਨੇ, ਗੁਰੂ ਅੰਗਦ ਦੇਵ ਜੀ, ਭਾਈ ਲਹਿਣਾ ਜੀ। ਕੁਛ ਹੋਰ ਥੋੜੇ ਬਹੁਤੇ ਫਰਕ ਨਾਲ, ਬਹੁਤਾ ਨਹੀਂ। ਬਾਬਾ ਬੁੱਢਾ ਜੀ ਵਰਗੇ ਉਹ ਵੀ ਆਏ, ਨਿਕਲੇ। ਲੇਕਿਨ ਜ਼ਿਆਦਾਤਰ ਲੋਕ ਤਾਂ ਹੁਣ ਵੀ ਉਹੀ ਕੁਛ ਕਰ ਰਹੇ। ਮੱਕੇ 'ਚ ਵੀ ਉਹੀ ਕੁਛ ਹੋ ਰਿਹਾ, ਹਰਿਦੁਆਰ ਵੀ ਉਹੀ ਕੁਛ ਹੋ ਰਿਹਾ, ਸਿੱਖਾਂ ਵਿੱਚ ਵੀ ਲਗਭਗ ਬਹੁਤ ਕੁਛ ਐਸਾ ਹੋ ਰਿਹਾ। ਤੋ ਇਹ ਪ੍ਰਮਾਤਮਾ ਦਾ ਨਿਯਮ ਹੈ, ਉਹਦੇ ਹੁਕਮ ਵਿੱਚ ਹੀ ਹੋ ਰਿਹਾ ਸਾਰਾ ਕੁਛ।
ਤੇ ਗੁਰੂ ਸਾਹਿਬ ਨੇ ਹੋਕਾ ਵੀ ਉਹਦੇ ਹੁਕਮ ਵਿੱਚ ਹੀ ਦਿੱਤਾ ਹੈ। ਜਿਨ੍ਹਾਂ ਨੂੰ ਸਮਝ ਹੁੰਦੀ ਹੈ ਉਹ ਲੈ ਲੈਂਦੇ, ਉਹ ਸਮਝ ਨੂੰ ਦੂਜੇ ਨਹੀਂ ਲੈਂਦੇ। ਹੁਣ ਜਿਹੜਾ ਸਿੱਖ ਆਨੰਦ ਕਾਰਜ ਦੀ ਜਗ੍ਹਾ ਫੇਰੇ ਕਰਨੇ ਚਾਹੁੰਦਾ ਵੀ ਸਾਡੇ ਪਹਿਲਾਂ ਹੁੰਦੇ ਆਏ ਆ ਇਸ ਤਰ੍ਹਾਂ, ਉਹਨੂੰ ਕਿਆ ਕਹੋਗੇ? ਨਹੀਂ ਹਟੇਗਾ ਉਹ। ਸਮਝਾਓ ਬੁਝਾਓ ਨਹੀਂ ਹਟਦਾ ਤੇ ਲੈਟ ਹਿਮ ਡੂ, ਕਰੀ ਜਾਣ ਦੋ। ਜੇ ਸਮਝ ਆ ਜਾਊਗੀ ਆਪੇ ਹਟ ਜਾਊਗਾ। ਕੋਸ਼ਿਸ਼ ਜ਼ਰੂਰ ਕਰਨੀ ਬਣਦੀ। ਸਿੱਖ ਪ੍ਰਚਾਰਕ ਜਿਹੜਾ ਹੈ ਉਹਦਾ ਫਰਜ਼ ਬਣਦਾ ਵੀ ਉਹ ਪ੍ਰਚਾਰੇ ਗੱਲ ਨੂੰ, ਗੁਰੂ ਦੀ ਨੂੰ। ਕੋਈ ਮੰਨਦਾ ਨਹੀਂ ਮੰਨਦਾ ਉਹ ਤਾਂ ਜੁਦੀ ਗੱਲ ਹੈ, ਮੰਨਣਾ ਕਿੰਨਿਆਂ ਕੁ ਨੇ ਹੁੰਦਾ। ਜਦ ਰੱਬ ਦਾ ਰੂਪ ਗੁਰੂ ਸਾਰੀ ਦੁਨੀਆ 'ਚ ਹੋਕਾ ਦਿੰਦਾ ਫਿਰ ਰਿਹਾ, ਉਹ ਤੋਂ ਨਹੀਂ ਬਹੁਤੇ ਲੋਕ ਸਮਝ ਰਹੇ ਤੇ ਫਿਰ ਸਾਡੀ ਤਾਂ ਪਾਇਆ ਹੀ ਕੁਛ ਨਹੀਂ ਹੈ। ਇੱਕ ਬੰਦਾ ਕਿਆ ਕਰ ਸਕਦਾ? ਰੱਬ ਰੂਪ ਤੋਂ ਨਹੀਂ ਸਮਝ ਰਹੇ ਲੋਕ। ਕਈ ਤੋਂ ਮਾਰਨ ਵਾਸਤੇ ਤਿਆਰ ਹੋ ਗਏ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਬੁਰੇ ਬੁਰੇ ਸ਼ਬਦ ਵੀ ਬੋਲ ਰਹੇ ਸੀਗੇ, ਤਵੀਆਂ ਤੇ ਵੀ ਬਿਠਾ ਦਿੱਤੇ ਗਏ। ਸੋ ਇਹ ਤਾਂ ਉਹਦਾ ਹੁਕਮ ਹੈ, ਹੁਕਮ ਨੇ ਵਰਤਣਾ ਹੈ। ਪਰ ਆਪਣੇ ਭਾਣੇ ਦੇ ਵਿੱਚ ਸੰਤ ਜਾਂ ਮਹਾਂਪੁਰਸ਼ ਨੂੰ ਵੀ ਭੇਜ ਦਿੰਦਾ, ਉਹਨੇ ਸਮਝਾਉਣਾ ਵੀ ਹੁੰਦਾ ਦੁਨੀਆ ਨੂੰ। ਕੁਛ ਸਮਝ ਵੀ ਜਾਂਦੇ ਉਹਨੇ, ਨਾਸ਼ ਹੁੰਦਾ ਨਹੀਂ ਕਦੇ ਵੀ ਇਸ ਚੀਜ਼ ਦਾ। ਤੇ ਗੁਰੂ ਦੀ ਜਿਹੜੀ ਗੁਰਬਾਣੀ ਸਾਡੇ ਕੋਲ ਆਈ ਹੈ ਸੰਦੇਸ਼ ਰੂਪ 'ਚ, ਇਹਦਾ ਕਦੇ ਨਾਸ਼ ਨਹੀਂ ਹੋਣਾ, ਇਹ ਅਮਰ ਹੈ, ਚੱਲਦੀ ਰਹਿਣੀ ਹੈ ਸੰਸਾਰ ਦੇ ਵਿੱਚ। ਕੋਈ ਦਿਨ ਐਸੀ ਗੱਲ ਵੀ ਹੋ ਸਕਦੀ ਵੀ ਸਾਰੀ ਦੁਨੀਆ ਹੀ ਸਿੱਖ ਬਣ ਜੇ। ਆਫਟਰ ਆਲ ਸਾਰੀ ਦੁਨੀਆ ਦੇ ਵਿੱਚ ਹੁਣ ਵੀ ਕਿਤੇ ਨਾ ਕਿਤੇ ਉਹਨਾਂ ਦੇ ਸ਼ਹਿਰਾਂ ਦੇ ਵਿੱਚ ਤਾਂ ਹੁਣ ਵੀ ਪ੍ਰਚਾਰ ਹੋ ਰਿਹਾ। ਉੱਥੇ ਵੀ ਗੁਰਦੁਆਰੇ ਸਾਹਿਬ ਬਣੇ, ਬਾਣੀ ਦਾ ਪ੍ਰਚਾਰ ਵੀ ਹੁੰਦਾ। ਖਾਸੇ ਲੋਕ ਉੱਧਰਲੇ ਜਿਹੜੇ ਆ ਉਹ ਸਿੱਖ ਬਣ ਵੀ ਗਏ ਹੈ। ਤਾਂ ਆਉਣ ਵਾਲੇ ਸਮੇਂ ਵਿੱਚ ਤਾਂ ਕੁਛ ਵੀ ਪੋਸੀਬਲ ਹੈ। ਆਫਟਰ ਆਲ ਗੁਰੂ ਦਾ ਗਿਆਨ ਹੈ, ਪਰਮਾਤਮਾ ਦਾ ਗਿਆਨ ਹੈ। ਗੁਰ ਪਰਮੇਸ਼ਰ ਹੈ ਵੀ ਹੋਗ, ਗੁਰੂ ਪਰਮੇਸ਼ਰ ਵੀ ਹੈ, ਹੁਣ ਵੀ ਹੈ, ਹੋਏ ਰਹੇਗਾ ਵੀ। ਤੋ ਪਰਮਾਤਮਾ ਦੇ ਬਰਾਬਰ ਹੁੰਦਾ ਗੁਰੂ ਦਾ ਦਰਜਾ। ਇਸ ਕਰਕੇ ਜਿਹੜੀ ਗੁਰੂ ਦੀ ਗੱਲ ਹੈ ਉਹ ਅਲਟੀਮੇਟਲੀ ਦੁਨੀਆ ਦੇ ਵਿੱਚ ਆਉਣੀ ਹੈ। ਸੱਚ ਜੋ ਹੋਇਆ, ਵਿਵੇਕ ਜੋ ਹੋਇਆ, ਸਾਡਾ ਆਪਣਾ ਉਦਮ ਹੈ। 20-50 ਸਾਲ ਦੀ ਉਮਰ ਹੈ, ਅਸੀਂ ਆਪਣਾ ਕਰਕੇ ਚਲੇ ਜਾਣਾ, ਗਾਹਾਂ ਕਿਸੇ ਹੋਰ ਨੇ ਸਾਂਭਣੀ ਇਹੀ ਗੱਲ। ਤੋ ਪ੍ਰਚਾਰ ਜ਼ਰੂਰ ਹੋਣਾ ਚਾਹੀਦਾ, ਨਿਮਰਤਾ ਦੇ ਨਾਲ, ਨੀਵੇਂ ਹੋ ਕੇ ਗੱਲ ਸਮਝਾਉਣ ਦੀ ਹੋਵੇ, ਨਾ ਕਿ ਕਿਸੇ ਦੇ ਅੰਦਰ ਨੂੰ ਦਿਖਾਉਣ ਦੀ ਗੱਲ ਹੋਵੇ। ਗੁਰੂ ਨਾਨਕ ਸਾਹਿਬ ਦਾ ਕਲਾਵਾ ਬਹੁਤ ਵੱਡਾ ਹੈ, ਸਾਰੇ ਸਮਾ ਸਕਦੇ ਇਹਦੇ 'ਚ, ਔਰ ਸਾਰਿਆਂ ਖਾਤਰ ਸਾਂਝਾ, ਇਕੱਲੇ ਸਿੱਖਾਂ ਖਾਤਰ ਨਹੀਂ ਹੈ। ਸਾਰੀ ਦੁਨੀਆ ਖਾਤਰ, ਚਾਰੇ ਵਰਨਾਂ ਖਾਤਰ ਸਾਂਝਾ ਉਪਦੇਸ਼ ਹੈ। ਕੋਈ ਵੀ ਸਿੱਖ ਲੋ ਇਹਨੂੰ, ਨਾਮ ਕੋਈ ਵੀ ਜਪ ਸਕਦਾ ਹੈ। ਗੋਡ ਕਹੇ ਜਿਹਦੀ ਗੱਲ ਹੈ, ਮੁਬਾਰਕ ਹੈ। ਅੱਲਾ ਕਹੇ ਮੁਬਾਰਕ ਹੈ। ਸਾਰੇ ਨਾਂ ਤਾਂ ਆਏ ਹੈ ਗੁਰਬਾਣੀ 'ਚ। ਜਿਹੋ ਜਿਹਾ ਵੀ ਕੋਈ ਨਾਂ ਰੱਖਦਾ ਰੱਬ ਦਾ ਉਹ ਮੁਬਾਰਕ ਹੈ, ਲੇਕਿਨ ਕਹਿਣਾ ਚਾਹੀਦਾ। ਇਹੀ ਪਵਿੱਤਰਤਾ ਦਾ ਕਾਰਨ ਬਣ ਸਕਦਾ। ਹੋਰ ਕੋਈ ਕਿਸੇ ਕਿਸਮ ਦੀ ਨਹਾਉਣ ਧੋਣ ਨਾਲ ਕੋਈ ਪਵਿੱਤਰਤਾ ਨਹੀਂ ਜੁੜੀ ਹੋਈ। ਸਮਝਣਾ ਚਾਹੀਦਾ ਬੰਦੇ ਨੂੰ ਇਸ ਗੱਲ ਨੂੰ। ਗੁਰੂ ਨਾਨਕ ਸਾਹਿਬ ਦਾ ਹੋਕਾ ਹੀ ਇਹੀ ਹੈ ਬਈ ਨਾਮ ਜਪੋ, ਨਾਮ ਉਚਰੋ, ਨਾਮ ਨੂੰ ਧਿਆਓ, ਨਾਮ ਨੂੰ ਹਿਰਦੇ 'ਚ ਵਸਾਓ। ਇਹੀ ਹੋਕਾ ਹੈ। ਪਵਿੱਤਰਤਾ ਆਪਣੇ ਆਪ ਆ ਜਾਏਗੀ। ਜਿੱਥੇ ਨਾਮ ਆ ਗਿਆ ਉੱਥੇ ਅਪਵਿੱਤਰ ਰਹਿੰਦਾ ਹੀ ਨਹੀਂ ਬੰਦਾ। ਜੇ ਨਾ ਵੀ ਨਾ ਆਵੇ ਉਹ ਬੰਦਾ ਜਿਹਦੇ ਅੰਦਰ ਨਾਮ ਪ੍ਰਗਟ ਹੋ ਗਿਆ, ਉਹ ਤਾਂ ਵੀ ਪਵਿੱਤਰ ਹੈ। ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ। ਚੋਰ ਨੇ ਨਹਾ ਕੇ ਵੀ ਚੋਰ ਰਹਿਣਾ, ਸਾਧ ਨਾ ਨਹਾ ਕੇ ਵੀ ਨਹਾਤਾ ਹੋਇਆ, ਕਿਉਂਕਿ ਅੰਦਰ ਦੀ ਸੁੱਚਮ ਆ ਗਈ, ਉਹਦੇ ਅੰਦਰ ਪਵਿੱਤਰਤਾ ਆ ਗਈ ਹੈ। ਇਹ ਕਈ ਵਾਰ ਦੇਖਿਆ ਗਿਆ, ਬਾਬਾ ਜੀ ਨਥਲਪੁਰ ਵਾਲੇ ਵੀ ਕਈ ਵਾਰ 2-2 ਦਿਨ ਵੀ ਨਹਾਉਂਦੇ ਨਹੀਂ ਸੀ ਹੁੰਦੇ ਮੌਜ ਵਿੱਚ, ਹਾਲਾਂਕਿ ਰੋਜ਼ ਨਹਾਉਂਦੇ ਸੀ। ਕਈ ਵਾਰ ਸਾਨੂੰ ਦੱਸਣ ਖਾਤਰ ਲੋਕਾਂ ਨੂੰ, ਸੰਗਤ ਨੂੰ 2-2 ਦਿਨ ਵੀ ਨਹੀਂ ਸੀ ਨਹਾਉਂਦੇ। ਮੌਜ ਹੁੰਦੀ ਹੈ ਸਾਧੂ ਦੀ, ਉਹਨੂੰ ਸਿਧਾਂਤ ਦਾ ਪਤਾ ਹੁੰਦਾ ਹੈ। ਇੱਕ ਵਾਰੀ ਕਿਸੇ ਆਪਣਾ ਲੁਧਿਆਣੇ ਜ਼ਿਲ੍ਹੇ 'ਚ ਕੋਈ ਮਹਾਂਪੁਰਸ਼ ਹੈ, ਉਹਨਾਂ ਦੇ ਡੇਰੇ 'ਚ ਕਿਸੇ ਨੇ ਸਵਾਲ ਪੁੱਛ ਲਿਆ ਵੀ ਜੀ ਤੁਹਾਨੂੰ ਨਹਾਉਣ ਦੀ ਕਿਹੜੀ ਲੋੜ ਹੈ ਰੋਜ਼, ਤੁਸੀਂ ਤਾਂ ਨਹਾਤੇ ਹੋਏ। ਉਹ ਕਹਿਣ ਲੱਗੇ ਭਾਈ ਬਾਣੀ ਨਾਲ ਨਹਾਉਣ ਤਾਂ ਹੋ ਜਾਂਦਾ ਨਾਮ ਨਾਲ, ਪਰ ਜੇ ਅਸੀਂ ਇੱਕ ਦਿਨ ਵੀ ਛੱਡ ਦਿੱਤਾ ਨਹਾਉਣਾ, ਸੰਗਤ ਨੇ ਕਈ ਦਿਨ ਛੱਡ ਦੇਣਾ। ਸੰਗਤ ਵਾਸਤੇ, ਲੋਕਾਂ ਵਾਸਤੇ ਕਰਨਾ ਪੈਂਦੀ ਹੁੰਦੀ ਉਹ ਗੱਲ। ਜਿਵੇਂ ਗੁਰੂ ਸਾਹਿਬ ਤਾਂ ਆਪ ਨਿਰੰਕਾਰ ਰੂਪ ਸੀਗੇ, ਉੱਧਰੋਂ ਸਰਸਾ ਚੜਿਆ ਵਾ ਮੂਹਰੇ ਤੋਂ, ਪਿੱਛੋਂ ਫੌਜਾਂ ਆ ਰਹੀਆਂ 22 ਧਾਰ ਦੀਆਂ। ਉੱਥੇ ਵੀ ਆਸਾ ਕੀ ਵਾਰ ਦਾ ਦੀਵਾਨ ਸਜਾਇਆ। ਗੁਰੂ ਸਾਹਿਬ ਨੂੰ ਤਾਂ ਮੇਰਾ ਖਿਆਲ ਨਹੀਂ ਵੀ ਜ਼ਰੂਰਤ ਹੋਣੀ, ਕਿਉਂਕਿ ਉਹ ਤਾਂ ਖੁਦੇ ਨਿਰੰਕਾਰ ਰੂਪ ਸੀਗੇ। ਉਹ ਸਾਡੇ ਵਾਸਤੇ ਪਿਰਤ ਪਾਈ ਹੈ ਵੀ ਕੋਈ ਵੀ ਘੜੀ ਆ ਜਾਏ ਔਖੀ ਤੋਂ ਔਖੀ, ਨਾਮ ਨਹੀਂ ਛੱਡਣਾ, ਨਿਤਨੇਮ ਨਹੀਂ ਛੱਡਣਾ।
ਸੋ ਕਈ ਗੱਲਾਂ ਆਪਣੇ ਖਾਤਰ ਹੁੰਦੀਆਂ, ਕਈ ਦੂਜਿਆਂ ਖਾਤਰ ਕਰੀਆਂ ਜਾਂਦੀਆਂ ਹੁੰਦੀਆਂ। ਉਹਦੀ ਭਾਵਨਾ ਦੇਖਣੀ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਪੱਛਮ ਵੱਲ ਨੂੰ ਪਾਣੀ ਸਿੱਟਿਆ ਸੂਰਜ ਦੀ ਬਜਾਏ, ਲਹਿੰਦੇ ਵੱਲ ਨੂੰ। ਹੁਣ ਇਹ ਲਕੀਰ ਦਾ ਫਕੀਰ ਨਹੀਂ ਬਣਨਾ ਵੀ ਅਸੀਂ ਵੀ ਪੱਛਮ ਨੂੰ ਪਾਣੀ ਸਿੱਟੀਏ। ਇਹਦੇ ਪਿੱਛੇ ਕੋਈ ਗੱਲ ਹੈ, ਭਾਵਨਾ, ਉਹ ਪਕੜਨੀ ਹੈ ਵੀ ਭਾਈ ਸੂਰਜ ਤਾਂ ਬਹੁਤ ਉੱਚਾ ਹੈ, ਨਾ ਹੀ ਉਹ ਕੋਈ ਦੇਵਤਾ ਹੈ ਜਿਵੇਂ ਤੁਸੀਂ ਸਮਝਦੇ ਹੋ। ਉਹ ਇੱਕ ਗਰਮ ਅੱਗ ਦਾ ਗੋਲਾ ਹੈ ਜਿਹ ਤੋਂ ਧਰਤੀ ਵੀ ਬਣੀ ਹੈ, ਹੋਰ ਧਰਤੀਆਂ ਬਣੀਆਂ। ਤੁਸੀਂ ਉਹਦੀ ਪੂਜਾ ਦੀ ਬਜਾਏ ਪਰਮਾਤਮਾ ਨੂੰ ਪੂਜੋ ਤਾਂ ਜਿਹਨੇ ਸੂਰਜ ਬਣਾਇਆ, ਜਿਹਨੇ ਚੰਦਰਮਾ ਬਣਾਇਆ, ਧਰਤੀ ਬਣਾਈ, ਆਪਾਂ ਬਣਾਏ ਆ, ਉਹਨੂੰ ਪੂਜੋ। ਤਾਂ ਇੱਕ ਨਾਲ ਜੁੜੋ, ਇਹ ਹੋਕਾ ਹੈ। ਤੋ ਕਈ ਵਾਰ ਕੋਈ ਭਗਤ, ਕੋਈ ਮਹਾਂਪੁਰਸ਼, ਕੋਈ ਗੁਰੂ ਕੋਈ ਕਰਮ ਕਰਦਾ ਹੁੰਦਾ ਹੈ, ਉਹ ਉਸ ਤਰ੍ਹਾਂ ਨਹੀਂ ਲੈਣਾ ਹੁੰਦਾ, ਉਹਦੇ ਪਿੱਛੇ ਭਾਵਨਾ ਹੁੰਦੀ, ਉਹ ਲੈਣੀ ਹੁੰਦੀ ਹੈ। ਪੈਰ ਕਰਨੇ ਮੱਕੇ ਵੱਲ ਨੂੰ, ਇਹ ਕੋਈ ਚੰਗਾ ਕਰਮ ਤਾਂ ਨਹੀਂ ਹੈ। ਨਾ ਹੀ ਗੁਰੂ ਸਾਹਿਬ ਦਾ ਇਹ ਆਸ਼ਾ ਹੋ ਸਕਦਾ ਵੀ ਰੱਬ ਦੇ ਘਰ ਵੱਲ ਨੂੰ ਪੈਰ ਕਰੇ। ਉਹਦਾ ਇੱਕ ਭਾਵ ਸੀਗਾ ਵੀ ਲੋਕ ਇਕੱਠੇ ਹੋ ਜਾਣਗੇ, ਇਹ ਸਮਝ ਕੇ ਵੀ ਇਹ ਕਾਫਰ ਹੈ, ਨਿੰਦਕ ਹੈ, ਇਹ ਪੈਰ ਕਰਦਾ ਇੱਧਰ ਨੂੰ। ਹੋਏ ਇੱਟਾਂ ਪੱਥਰ ਵੀ ਚੱਕੇ, ਪ੍ਰੇਮ ਨਾਲ ਸਮਝਾ ਦਿੱਤਾ ਕਾਜੀ ਨੂੰ ਵੀ ਨਹੀਂ, ਅੱਲਾ ਚਾਰ 'ਚ ਫਿਰੇ ਹੈ, ਇੱਕ ਪਾਸੇ ਨਹੀਂ ਹੈ। ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਨੂੰ ਸੰਦੇਸ਼ ਹੈ ਵੀ ਅਸੀਂ ਮੱਕੇ ਵੱਲ ਨੂੰ ਪੈਰ ਕਰੀਏ, ਨੋ, ਨਾ ਹੀ ਉਹਨਾਂ ਦਾ ਕੋਈ ਇਰਾਦਾ ਸੀ। ਗੱਲ ਹੋਰ ਸੀ, ਉਹ ਪਕੜਨੀ ਵਿੱਚੋਂ, ਸਿਧਾਂਤ ਪਕੜਨਾ। ਚਲੋ ਕੋਈ ਨਾ ਕੋਈ ਅਪਸ਼ਬਦ ਜ਼ਰੂਰ ਨਿਕਲ ਜਾਂਦਾ। ਹਾਂ ਮੈਂ ਬੰਦਾ ਪੱਕਾ ਨਹੀਂ ਹੈ, ਪਰਫੈਕਟ ਨਹੀਂ ਹੈ। ਦਿਓ ਆਗਿਆ, ਮਾਫ ਕਰ ਦਿਓ। ਕਿਸੇ ਵੀ ਅਪਸ਼ਬਦ ਵਾਸਤੇ ਖਿਮਾ ਦਾ ਜਾਚਕ ਦਾ ਆਸਰਾ ਦਿਓ। ਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ। ਸਿੰਘ ਸਾਹਿਬ, ਭਾਈ ਰਣਜੀਤ ਸਿੰਘ ਜੀ, ਤੁਹਾਡੀ ਕਿਸੇ ਵੀ ਬਾਤ ਦੇ ਨਾਲ ਅਸਹਿਮਤੀ ਨਹੀਂ ਹੈ। ਮੇਰਾ ਨਹੀਂ ਖਿਆਲ ਹੈ ਵੀ ਕੋਈ ਜਿਹੜੀ ਤੁਸੀਂ ਅੱਜ ਵਿਚਾਰ ਦਿੱਤੀ ਹੈ, ਵਿਆਖਿਆ ਕਰੀ ਹੈ, ਉਹਦੇ ਨਾਲ ਕੋਈ ਅਸਹਿਮਤ ਹੋਏਗਾ। ਨੋ। ਗੁਰਮਤਿ ਦਾ ਜਿਹੜਾ ਮੋਟਾ ਵਿਸ਼ਾ ਹੈ ਉਹ ਤੁਸੀਂ ਛੂਹਿਆ, ਉਹ ਠੀਕ ਹੈ ਗੱਲ। ਵਿਸਰਜਨ ਕਰਨਾ ਹੀ ਠੀਕ ਹੈ ਤਾਂ ਕਿ ਯਾਦ ਨਾ ਕੋਈ ਬਾਕੀ ਰਹਿ ਜਾਏ ਉਹਦੀ ਸਰੀਰਕ ਤੌਰ 'ਤੇ। ਉਂਝ ਆਪਾਂ ਰੋਜ਼ ਯਾਦ ਕਰੀਏ ਆਪਣੇ ਬਜ਼ੁਰਗਾਂ ਨੂੰ, ਅੱਛੀ ਗੱਲ ਹੈ। ਸੋ ਜਿਹੜਾ ਵੈਸੇ ਸਿਧਾਂਤ ਹੈ ਗੁਰਮਤਿ ਦਾ ਵੀ ਜਿਵੇਂ ਮਰਜ਼ੀ ਕਰੋ, ਕੋਈ ਇਤਰਾਜ਼ ਨਹੀਂ, ਉਹ ਆਪਣੀ ਜਗ੍ਹਾ ਠੀਕ ਹੈ। ਜਿਹੜੇ ਇੱਕ ਨਾਲ ਜੁੜ ਜਾਂਦੇ ਉਹ ਕਰ ਸਕਦੇ ਆ, ਕਰਦੇ ਆ। ਲੇਕਿਨ ਜਿਹੜਾ ਜਨਰਲ ਆਮ ਸਿੱਖ ਹੈ, ਉਹਦੇ ਵਾਸਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਉਹਨੂੰ ਕਿਸੇ ਵੀ ਘੜੀ ਇਸ ਤਰ੍ਹਾਂ ਲੱਗੇ ਨਾ ਵੀ ਮੇਰਾ ਬਾਪੂ ਮੇਰੇ ਖੇਤ ਵਿੱਚ ਹੈ, ਫਲਾਣੀ ਜਗ੍ਹਾ, ਉਹਨੂੰ ਵਿਸਰਜਨ ਕਰਨਾ, ਰਾਖ ਨੂੰ, ਉਹੀ ਸਭ ਤੋਂ ਵਧੀਆ ਕਰਮ ਹੈ। ਔਰ ਸਿੱਖ ਹਿਸਟਰੀ 'ਚ ਇਹੀ ਹੁੰਦਾ ਆਇਆ। ਪੰਡਿਤ ਵੀ ਇਹੀ ਕੁਝ ਕਰਦਾ, ਕਿਉਂਕਿ ਹਿੰਦੂ ਧਰਮ ਵਿੱਚ ਵੀ ਇਸ ਤਰ੍ਹਾਂ ਹੁੰਦਾ। ਉਹਦੀ ਰੀਸ ਨਾ ਕਰਦੇ ਹੋਏ ਸਿੱਖੀ ਦੇ ਗੁਰਮਤਿ ਮਾਰਗ ਤੋਂ ਆਪਾਂ ਸੋਝੀ ਲਈਏ। ਜਿਹੜੀ ਵਿਚਾਰ ਸਿੱਧੇ 'ਚ ਆਉਂਦੀ ਹੈ ਰਾਮਕਲੀ ਸੱਦ ਵਿੱਚ, ਉਹ ਵਿਚਾਰ ਨਾਲ ਚੱਲੀਏ, ਫਿਰ ਠੀਕ ਹੈ, ਕੋਈ ਇਤਰਾਜ਼ ਨਹੀਂ। ਵਿਸਰਜਨ ਕਰਨਾ ਸਭ ਤੋਂ ਬੈਸਟ ਤਰੀਕਾ ਹੈ, ਕੋਈ ਡਾਊਟ ਨਹੀਂ ਹੈ। ਤੋ ਤੁਹਾਡੀ ਕਿਸੇ ਵੀ ਗੱਲ ਨਾਲ ਮੇਰਾ ਨਹੀਂ ਖਿਆਲ ਹੈ ਵੀ ਅਸਹਿਮਤੀ ਹੋਊਗੀ, ਕਿਸੇ ਦੀ ਵੀ ਸਹਿਮਤੀ ਹੈ ਜੀ, 100% ਸਹਿਮਤੀ ਹੈ। ਸਿੱਖੀ ਦੇ ਨੁਕਤੇ ਨਿਗਾਹ ਤੋਂ ਇਸ ਤਰ੍ਹਾਂ ਕਰਨਾ ਜ਼ਿਆਦਾ ਅੱਛਾ ਹੈ ਹੋਰਾਂ ਕਰਮਾਂ ਨਾਲੋਂ। ਕੋਈ ਪੁੱਗਿਆ ਵਾ ਜੋ ਮਰਜ਼ੀ ਕਰੇ, ਇਤਰਾਜ਼ ਕੋਈ ਨਹੀਂ। ਔਰ ਇਹ ਜਿਹੜੇ ਸਾਧੂ ਲੋਕ ਹੈ, ਇਹ ਪਾਣੀ ਦੇ ਵਿੱਚ ਬੋਡੀ ਨੂੰ ਵਿਸਰਜਨ ਕਰਨੇ ਨੂੰ ਜ਼ਿਆਦਾ ਪਵਿੱਤਰ ਗਿਣਦੇ ਹੈ। ਪਿੱਛੇ ਜੇ ਸਾਡੇ ਡਿਸਟ੍ਰਿਕਟ 'ਚ ਵੀ 2-3 ਪੁਰਸ਼ਾਂ ਦਾ ਹੋਇਆ ਇਸ ਤਰ੍ਹਾਂ, ਉਹ ਵੀ ਗੱਲ ਕੋਈ ਜ਼ਿਆਦਾ ਠੀਕ ਨਹੀਂ ਹੈ। ਉਹ ਬੋਡੀ ਵੈਸੇ ਤਾਂ ਚਲੋ ਜਾਨਵਰ ਖਾ ਲੈਂਦੇ, ਉਹਨਾਂ ਦਾ ਭੋਜਨ ਬਣ ਜਾਂਦਾ, ਮੱਛੀਆਂ ਦਾ, ਡੱਡੂਆਂ ਦਾ, ਪਰ ਫਿਰ ਵੀ ਪਾਣੀ ਤਾਂ ਜ਼ਰੂਰ ਪੋਲਿਊਟ ਹੁੰਦਾ ਹੀ ਹੈ। ਔਰ ਇੱਕ ਗੱਲ ਹੋਰ ਵੀ ਹੈ, ਸਾਡੇ ਲਾਗ ਜਿਹੜੀ ਭਾਖੜਾ ਨਹਿਰ ਜਾਂਦੀ ਹੈ ਨਾ, ਉੱਥੇ ਪਿੱਛੇ ਜਦ 5-7 ਸਾਲ ਪਹਿਲਾਂ ਖਾੜਕੂਬਾਦ ਵਿੱਚ ਚੌਂਕੀਆਂ ਲੱਗੀਆਂ ਸੀ ਪੁਲਿਸ ਦੀਆਂ ਕਿਲੋਮੀਟਰ 'ਤੇ, ਤਾਂ ਕਿ ਨਹਿਰ ਨਾ ਕੋਈ ਤੋੜੇ। ਇੱਕ ਵਾਰ ਟੁੱਟ ਗਈ ਸੀਗੀ ਜਾਂ ਤੋੜ ਦਿੱਤੀ ਗਈ ਸੀ। ਉਹ ਇਤਰਾਜ਼ ਕਰਦੇ ਸੀ। ਉਹਨਾਂ ਨੇ ਇੱਕ ਕਿਸੇ ਬੰਦੇ ਨੂੰ ਇਹ ਪੁੱਛਿਆ ਵੀ ਸੀ ਘੇਰ ਕੇ ਵੀ ਦੱਸ ਵੀ ਇਹਦੇ 'ਚ ਕੀ ਹੈ ਥੈਲਿਆਂ 'ਚ। ਉਹ ਸਮਝਦੇ ਸੀ ਵੀ ਸ਼ਾਇਦ ਕਿਸੇ ਦਾ ਮਰਡਰ ਕਰਕੇ ਸਿੱਟਣ ਚੱਲੇ ਆ। ਉਹਨਾਂ ਨੇ ਫੋਲ ਕੇ ਵੀ ਦੇਖੀ ਸੀ, ਔਰ ਇਹ ਕਿਹਾ ਸੀਗਾ ਵੀ ਜਿਹਨੇ ਵੀ ਗੇਰਨੀ ਹੈ ਖੋਲ ਕੇ ਬੋਰੀ ਨੂੰ ਉੱਪਰ ਤੋਂ ਉਹ ਗੇਰੀ ਜਾਵੇ, ਬੰਦ ਬੋਰੀ ਨਾ ਗੇਰੀ ਜਾਵੇ, ਤਾਂ ਕਿ ਇਹਦੇ ਪਿੱਛੇ ਕੋਈ ਹੋਰ ਭਾਵਨਾ ਨਾ ਕਿਸੇ ਦੀ ਆ ਜਾਏ, ਕੋਈ ਗੈਰ ਕਾਨੂੰਨੀ ਗੱਲ ਨਾ ਹੋ ਜਾਏ।
ਤੋ ਅਸਾਂ ਵੀ ਉਹੀ ਉਸ ਤਰ੍ਹਾਂ ਹੀ ਕਰਿਆ ਸੀਗਾ। ਇਲਾਕੇ 'ਚ ਇਸ ਗੱਲ ਦਾ ਪਤਾ ਸੀਗਾ, ਬੋਰੀ ਨੂੰ ਖੋਲ ਕੇ ਉੱਪਰੋਂ ਸਵਾਹ ਵਿੱਚ ਪਾਈ ਸੀਗੀ, ਸਾਰੀ ਰਾਖ ਵਿੱਚ ਪਾਤੀ ਸੀਗੀ ਨਹਿਰ ਦੇ। ਇਹ ਤਾਂ ਕਾਮਨ ਸੈਂਸ ਦੀਆਂ ਬਾਤਾਂ ਹੈ। ਇੱਕ ਸਿੱਖ ਨੂੰ ਜਿਹੜਾ ਬਾਣੀ ਨਾਲ ਜੁੜ ਗਿਆ, ਉਹਦੇ ਵਾਸਤੇ ਤਾਂ ਜਿਵੇਂ 7407 ਵਾਲੇ ਭਾਈ ਸਾਹਿਬ ਜੀ ਨੇ ਕਹੀ ਹੈ ਬਾਤ, ਉਹਦੇ ਵਾਸਤੇ ਤਾਂ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ, ਮਟੀਰੀਅਲ ਹੈ। ਪਰ ਸਾਰੇ ਸਿੱਖ ਤਾਂ ਜੁੜੇ ਹੋਏ ਨਹੀਂ ਨਾ ਹੁੰਦੇ। ਕੋਈ 10% ਜੁੜਿਆ, ਕੋਈ 20 ਜੁੜਿਆ, ਕੋਈ 40 ਜੁੜਿਆ, ਕੋਈ 50 ਜੁੜਿਆ, ਉਹਨਾਂ ਨੂੰ ਜ਼ਰੂਰ ਗਲਤਫਹਿਮੀ ਲੱਗ ਸਕਦੀ ਹੈ। ਔਰ ਜਿਹੜੀ ਗੱਲ ਹੈ ਗ੍ਰੰਥੀਆਂ ਦੀ, ਉਹ ਗੱਲ ਬਿਲਕੁਲ ਸਹੀ ਹੈ। ਪੈਸੇ ਵੀ ਘੱਟ ਦਿੱਤੇ ਜਾਂਦੇ ਤੇ ਗ੍ਰੰਥੀ ਵੀ ਵਿਚਾਰੇ ਘੱਟ ਪੜ੍ਹੇ ਵੀ ਹੁੰਦੇ। ਮੇਨ ਕਾਰਨ ਇਹਦਾ ਇਹ ਹੈ ਵੀ ਅਸੀਂ ਜੁੜੇ ਹੋਏ ਸਦੀਆਂ ਤੋਂ ਹੈ। ਪੰਡਤ ਦੀਆਂ ਜਿਹੜੀਆਂ ਸੰਗਲਾਂ ਸਾਡੇ ਪੈਰਾਂ 'ਚ ਪਾਈਆਂ ਹੋਈਆਂ ਪੰਡਤ ਨੇ, ਉਹਨਾਂ ਕਰਕੇ ਨਿਕਲਣਾ ਵੀ ਔਖਾ। ਕਿਵੇਂ ਵੇਦ ਕੀ ਪੁੱਤਰੀ ਸਿਮਰਤ ਭਾਈ, ਸਾਂਕਲ ਜੇਵਰੀ ਲਹਿ ਆਈ। ਇਹ ਤਾਂ ਸਾਡੇ ਪੈਰਾਂ 'ਚ ਬੇੜੀਆਂ ਪਹਿਲਾਂ ਹੀ ਪਾਈਆਂ ਪਈਆਂ ਪੰਡਤ ਨੇ ਹਜ਼ਾਰਾਂ ਸਾਲਾਂ ਤੋਂ, ਵੀ ਇਸ ਤਰ੍ਹਾਂ ਕਰਨਾ। ਅਸੀਂ ਉਹ ਤੋਂ ਬਾਹਰ ਨਿਕਲਣਾ ਬੜਾ ਔਖਾ ਲੱਗਦਾ ਸਾਨੂੰ। ਬਾਣੀ ਕੱਢ ਸਕਦੀ ਹੈ, ਬਾਣੀ ਨਾਲ ਜੁੜਦੇ ਨਹੀਂ। ਜੇ ਜੁੜਦੇ ਹਾਂ ਤਾਂ ਇੰਨੀ ਉਹ ਗੱਲ ਹੈ ਵੀ ਅਸੀਂ ਪਾਠ ਕਰਵਾ ਲੈਂਦੇ ਕਿਸੇ ਤੋਂ, ਆਪਣੇ ਆਪ 'ਚ ਸ਼ਾਂਤੀ ਕਰਕੇ ਬਹਿ ਜਾਂਦੇ ਹਾਂ ਵੀ ਅਸੀਂ ਤਾਂ ਪਾਠ ਕਰਵਾ ਲਿਆ। ਪਾਠ ਕਰਵਾ ਲੈਣਾ ਚੰਗੀ ਗੱਲ ਹੈ, ਪਰ ਪਾਠ ਆਪ ਕਰਨਾ ਉਸ ਤੋਂ ਵੀ ਚੰਗੀ ਗੱਲ ਹੈ, ਤਾਂ ਕਿ ਕੁਝ ਪਤਾ ਵੀ ਚੱਲੇ ਵੀ ਅਸੀਂ ਕਿਆ ਪੜ੍ਹਦੇ ਹਾਂ, ਕਿਆ ਸਾਨੂੰ ਸੰਦੇਸ਼ ਹੈ ਗੁਰੂ ਸਾਹਿਬ ਦਾ, ਕਿਆ ਸਿੱਖਿਆ ਹੈ, ਉਹ ਜ਼ਰੂਰੀ ਹੈ। ਰਾਗੀ ਸਿੰਘਾਂ ਦੀ ਆਪਣੀ ਟ੍ਰੈਜਡੀ ਹੈ ਵਿਚਾਰਿਆਂ ਦੀ। ਉਹਨਾਂ ਨੂੰ ਨਾ ਤਾਂ ਯੋਗ ਪੱਤਾ ਦਿੱਤਾ ਜਾਂਦਾ, ਤੇ ਮਾਫ਼ ਕਰਨਾ ਰਾਗੀ ਸਿੰਘ ਵੀ ਉਨੇ ਯੋਗ ਨਹੀਂ ਹੁੰਦੇ ਜਿੰਨੀ ਦੀ ਯੋਗਤਾ ਦੀ ਲੋੜ ਹੈ। ਜਿਵੇਂ ਪਾਦਰੀਆਂ ਦੀ ਗੱਲ ਆਈ ਹੈ, ਕਮ ਸੇ ਕਮ ਬਾਣੀ ਪੜ੍ਹਨ ਵਾਲੇ ਦੀ ਜਿਹੜੀ ਬੇਸਿਕ ਯੋਗਤਾ ਉਹ BA ਜ਼ਰੂਰ ਹੋਣੀ ਚਾਹੀਦੀ ਹੈ। ਉਹਨੂੰ ਸਮਝ ਆਵੇ ਬਾਤ ਦੀ ਵੀ ਇਹ ਕਿਆ ਲਿਖਿਆ ਹੈ। 5 ਪਾਸ ਵਾਲੇ ਨੂੰ ਵਿਆਕਰਨ ਸਮਝਾਉਣਾ ਬੜਾ ਮੁਸ਼ਕਿਲ ਹੋਊਗਾ। ਉਹ ਤਾਂ ਸਿੱਧਾ ਉਚਾਰਨ ਨਹੀਂ ਕਰ ਸਕਦਾ ਵਿਚਾਰਾ, ਤੇ ਉਹ ਸਮਝੂਗਾ ਕਿਵੇਂ ਗੱਲ ਨੂੰ। ਉਹ ਗੱਲਾਂ ਹੋਰ ਹੈ ਵੀ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਉਹ ਚੀਜ਼ ਹੋਰ ਹੈ। ਉਹ ਤਾਂ ਕਿਸੇ ਵਿਰਲੇ ਦੀ ਹੋਣੀ ਕਰੋੜਾਂ 'ਚੋਂ ਇੱਕ ਅੱਧੇ ਦੀ, ਉੱਥੇ ਤਾਂ ਪੜ੍ਹਾਈਆਂ ਦੀ ਲੋੜ ਵੀ ਨਹੀਂ ਫਿਰ ਹੈ। ਪਰ ਸੰਸਾਰ ਹੈ ਜਿਹੜਾ ਐਜ਼ ਏ ਰੂਲ, ਉਹਨੂੰ ਤਾਂ ਸਮਝਾਉਣਾ ਹੀ ਪੈਂਦਾ। ਦਿਓ ਆਗਿਆ ਭਾਈ ਰਣਜੀਤ ਸਿੰਘ ਜੀ, ਧੰਨਵਾਦ ਤੁਹਾਡਾ, ਬਹੁਤ ਵਧੀਆ ਐਕਸਪਲੇਨੇਸ਼ਨ ਕਰੀਏ। ਜਿਹੜੇ ਬਾਕੀ ਦੇ ਵੀ ਕਥਾਕਾਰ ਹੈ, ਉਹ ਕੋਈ ਵੀ ਨਹੀਂ ਇਸ ਗੱਲ ਨਾਲ ਅਸਹਿਮਤ ਹੋਊਗਾ। ਦਾਸਰੇ ਦਾ ਇੱਕ ਮਿਟਣ ਨੀਚਾ ਹੈ। ਐਜ਼ ਏ ਰੂਲ ਵਿਸਰਜਨ ਵਧੀਆ, ਕੋਈ ਵਹਿਮ ਭਰਮ ਇਹਦੇ ਨਾਲ ਜੋੜਨਾ ਨਹੀਂ, ਉਹ ਜਿਵੇਂ ਮਰਜ਼ੀ ਕਰਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।